ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1064 ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਹਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ ਕੱਲ ਤੱਕ 20ਵੇਂ ਸੋਹਲੇ ਦੀ ਸਮਾਪਤੀ ਹੋਈ ਸੀ। ਅੱਜ 21ਵੇਂ ਸੋਹਲੇ ਦੀ ਆਰੰਭਤਾ ਹੋਣੀ ਹੈ। ਮਾਰੂ ਮਹੱਲਾ ਤੀਜਾ। ਕਾਇਆ ਕੰਚਨ ਸ਼ਬਦ ਵਿਚਾਰਾ, ਤਿਥੈ ਹਰ ਵਸੈ ਜਿਸ ਦਾ ਅੰਤ ਨ ਪਾਰਾਵਾਰਾ। ਅੰਦਿਨ ਹਰ ਸੇਵੋ ਸੱਚੀ ਬਾਣੀ, ਹਰ ਜਿਉ ਸ਼ਬਦ ਮਿਲਾਇਂਦਾ। ਕਾਇਆ ਕੰਚਨ ਸ਼ਬਦ ਵਿਚਾਰਾ, ਤਿਥੈ ਹਰ ਵਸੈ ਜਿਸ ਦਾ ਅੰਤ ਨਾ ਪਾਰਾਵਾਰਾ। ਅੰਦਿਨ ਹਰ ਸੇਵਿਓ ਸੱਚੀ ਬਾਣੀ, ਹਰ ਜਿਉ ਸ਼ਬਦ ਮਿਲਾਇਂਦਾ। ਕਾਇਆ ਕੰਚਨ, ਕਾਇਆ ਤੋਂ ਭਾਵ ਸਰੀਰ, ਕੰਚਨ ਤੋਂ ਭਾਵ ਸੋਨਾ। ਕਾਇਆ ਕੰਚਨ ਕਹਿੰਦੇ ਕਾਇਆ ਜਿਹੜੀ ਹੈ ਸੋਨੇ ਵਰਗੀ ਹੋ ਜਾਂਦੀ ਹੈ। ਸ਼ਬਦ ਵਿਚਾਰਾ, ਕਿਹੜੀ ਕਾਇਆ ਸੋਨੇ ਵਰਗੀ ਹੋ ਜਾਂਦੀ ਹੈ? ਕਹਿੰਦੇ ਜਿਸ ਸਿਰ ਦੇ ਘਰ ਵਿੱਚ ਸ਼ਬਦ ਦਾ ਵਿਚਾਰ ਵਸ ਜਾਂਦਾ, ਜਿਸ ਮਨ ਵਿੱਚ ਸ਼ਬਦ ਦੀ ਵਿਚਾਰ ਟਿਕ ਜਾਂਦੀ ਹੈ, ਗੁਰੂ ਦੇ ਬੋਲ ਟਿਕ ਜਾਂਦੇ ਹਨ, ਕਾਇਆ ਕੰਚਨ, ਉਹ ਕਾਇਆ ਸੋਨੇ ਵਰਗੀ ਹੋ ਜਾਂਦੀ ਹੈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਵਿੱਚ ਰਤਨ ਜਵਾਹਰ ਮਾਣਿਕ, ਗੁਰੂ ਸਾਹਿਬ ਦ੍ਰਿਸ਼ਟਾਂਤ ਦੇ ਰਹੇ ਹਨ। ਹੁਣ ਰਤਨ ਥੋੜਾ ਨਾ ਨਿਕਲਨੇ ਮਤ ਦੇ ਵਿੱਚੋਂ ਜਾਂ ਕਾਇਆ ਦੇ ਵਿੱਚੋਂ। ਕਾਇਆ ਸੋਨੇ ਦੀ ਨਹੀਂ ਹੋ ਜਾਣੀ, ਲੇਕਿਨ ਗੁਰੂ ਸਾਹਿਬ ਕਹਿ ਰਹੇ ਹਨ ਕਾਇਆ ਕੰਚਨ। ਕੀ ਸਮਝਾਣਾ ਕਰ ਰਹੇ ਹਨ ਕਿ ਕਾਇਆ ਦੇ, ਜਿਸ ਕਾਇਆ ਦੇ ਵਿੱਚੋਂ, ਜਿਸ ਮਨ ਦੇ ਵਿੱਚੋਂ ਵਿਕਾਰ ਨਿਕਲ ਜਾਂਦੇ ਹਨ, ਉਹ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਉਹਦੇ ਕਰਮ ਜਿਹੜੇ ਹਨ ਉਹ ਪਵਿੱਤਰ ਹੋ ਜਾਂਦੇ ਹਨ, ਉਹਦੇ ਅੰਦਰੋਂ ਗੁਣ ਪ੍ਰਗਟ ਹੋ ਜਾਂਦੇ ਹਨ। ਕਾਇਆ ਕੰਚਨ, ਹਿਰਦੇ ਵਿੱਚ ਗੁਣ ਵਸ ਗਏ, ਕਰਮ ਵੀ ਜਿਹੜੇ ਹੈਗੇ ਹਨ ਉਹ ਵੀ ਪਵਿੱਤਰ ਹੋ ਗਏ, ਉਹ ਵੀ ਚੰਗੇ। ਹੁਣ ਕੋੜੇ ਬੋਲ ਨਹੀਂ ਨਿਕਲਦੇ ਜ਼ੁਬਾਨ ਤੋਂ, ਹੁਣ ਭੈੜੀ ਤੱਕਣੀ ਬੰਦ ਹੋ ਗਈ। ਹੁਣ ਹੱਥਾਂ ਪੈਰਾਂ ਦਾ ਟੁਰਨਾ ਜਿਹੜਾ ਹੈ ਸੱਚ ਵਾਲੀ ਪਾਸੇ ਟੁਰਨ ਲੱਗ ਪਏ। ਭਾਵੇਂ ਇੱਕ ਇੱਕ ਇੰਦਰਾ ਕਹਿ ਲਈਏ, ਇੱਕ ਇੱਕ ਕਰਮ ਕਹਿ ਲਈਏ, ਉਹ ਪਵਿੱਤਰ ਕਰਮ ਹੋ ਗਿਆ। ਕਾਇਆ ਕੰਚਨ ਸ਼ਬਦ ਵਿਚਾਰਾ, ਤਿੱਥੇ ਹਰ ਵਸੇ ਜਿਸ ਦਾ ਅੰਤ ਨਾ ਪਾਰਾਵਾਰਾ। ਕਹਿੰਦੇ ਕਿਉਂ ਕੰਚਨ ਦੀ ਹੋ ਗਈ? ਤਿੱਥੇ ਹਰ ਵਸੇ, ਕਹਿੰਦੇ ਉੱਥੇ ਹਰੀ ਵਸਦਾ। ਤਿੱਥੇ ਹਰ ਵਸੈ ਜਿਸ ਦਾ ਅੰਤ ਨਾ ਪਾਰਾਵਾਰਾ। ਕਹਿੰਦੇ ਉਹ ਬੇਅੰਤ ਹੈ ਜਿਸ ਦਾ ਪਾਰਾਵਾਰਾ ਤੋਂ ਭਾਵ ਨਾ ਉਰਲਾ ਬੰਨਾ ਤੇ ਨਾ ਪਰਲਾ ਬੰਨਾ। ਸਾਡੀ ਹਰ ਚੀਜ਼ ਦਾ ਬੰਨਾ ਹੈ, ਬੇਅੰਤਤਾ ਹੈ। ਵੱਡੇ ਤੋਂ ਵੱਡਾ ਅਸੀਂ ਕੋਈ ਵੱਡੇ ਤੋਂ ਵੱਡਾ ਸਮੁੰਦਰ ਵੀ ਤੱਕ ਲਈਏ ਨਾ, ਤੇ ਉਰਲਾ ਬੰਨਾ ਵੀ ਹੈ ਤੇ ਪਰਲਾ ਬੰਨਾ ਵੀ ਹੈ, ਕਿਨਾਰਾ ਹੈ। ਲੇਕਿਨ ਅਸੀਂ ਹਰੀ ਨੂੰ ਕਹੀਏ ਤੇ ਹਰੀ ਦਾ ਨਾ ਉਰਲਾ ਬੰਨਾ ਹੈ ਤੇ ਨਾ ਪਰਲਾ ਬੰਨਾ, ਭਾਵ ਬੇਅੰਤ। ਤਿੱਥੇ ਹਰ ਵਸੈ ਜਿਸ ਦਾ ਅੰਤ ਨਾ ਪਾਰਾਵਾਰਾ। ਅੰਦਿਨ ਹਰ ਸੇਵਿਓ ਸੱਚੀ ਬਾਣੀ, ਕਹਿੰਦੇ ਫਿਰ ਉਹ ਹਰ ਵਕਤ ਹਰੀ ਦੀ ਸੇਵਾ ਕਰਦਾ। ਸੱਚੀ ਬਾਣੀ ਪਵਿੱਤਰ, ਸੱਚੀ ਬਾਣੀ ਤੋਂ ਕੀ ਪਾਵੇ? ਸਦੀਵ ਰਹਿਣ ਵਾਲੀ, ਅਟਲ, ਨਿਆਂ ਕਰਨ ਵਾਲੀ, ਅਟਲ ਸਦੀਵ ਸੱਚੀ ਬਾਣੀ। ਹਰ ਜਿਉ ਸ਼ਬਦ ਮਿਲਾਇਂਦਾ, ਹਰ ਜਿਉ ਸ਼ਬਦ ਮਿਲਾਇਂਦਾ। ਹਰ ਜਿਉ, ਤੇ ਜਿਉ ਅੱਖਰ ਜਿਹੜਾ ਆਇਆ ਨਾ ਸਤਕਾਰ ਵਜੋਂ ਆਇਆ, ਹਰ ਜਿਉ ਸ਼ਬਦ, ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੇ ਰਾਹੀਂ ਮਿਲਾਇਂਦਾ। ਇਹ ਸਿਧਾਂਤ ਸਮਝ ਲਈਏ, ਇਹ ਨਿਯਮ ਸਮਝ ਲਈਏ। ਗੁਣਾ ਦੇ ਨਾਲ ਮਿਲਿਆ ਹਰੀ ਦੇ ਨਾਲ ਮਿਲਾਪ ਹੁੰਦਾ। ਹਰ ਜਿਉ ਸ਼ਬਦ ਮਿਲਾਇਂਦਾ, ਹਰੀ ਦੇ ਗੁਣਾ ਦੇ ਰਾਹੀਂ, ਇੰਝ ਸਮਝ ਲਈਏ ਸ਼ਬਦ ਨਾਲ ਮਿਲਿਆ ਹਰੀ ਦੇ ਨਾਲ ਮਿਲਾਪ ਹੁੰਦਾ ਹੈ। ਇਹ ਹਰੀ ਨੇ ਤਰੀਕਾ ਬਣਾ ਦਿੱਤਾ ਹੈ, ਇਹ ਸਿਸਟਮ ਬਣਾ ਦਿੱਤਾ ਹੈ। ਹਰ ਜਿਉ ਸ਼ਬਦ ਮਿਲਾਇਂਦਾ। ਜੀ ਹਰਵਿੰਦਰ ਜੀ।
ਇਹ ਸ਼ਬਦ ਆ ਰਿਹਾ ਤੇ ਕਹਿੰਦੇ ਨੇ ਕਾਇਆ ਕੰਚਨ ਸ਼ਬਦ ਵਿਚਾਰਾ। ਉਹ ਬੰਦਾ ਜੋ ਸ਼ਬਦ ਦੀ ਵਿਚਾਰ ਦੇ ਨਾਲ ਜੁੜਦਾ ਹੈ, ਉਹਦਾ ਆਇਆ ਜਿਹੜਾ ਨਾ ਬੜਾ ਬੇਸ਼ਕੀਮਤੀ ਹੋ ਜਾਂਦਾ ਹੈ। ਉੱਥੇ ਕਹਿੰਦੇ ਨੇ ਅਮੁੱਲ ਆਵੇ ਅਮੁੱਲ ਲੈ ਜਾਏ। ਤੇਰਾ ਮਿਲਿਆ ਜਿਹੜਾ ਮਨੁੱਖਾ ਜਨਮ ਦਾ ਅਵਸਰ ਹੈ ਨਾ, ਉਹ ਪੂਰਾ ਸਿਰੇ ਚੜ ਜਾਂਦਾ ਹੈ। ਦੇਖੋ ਇੱਕ ਪਾਸੇ ਗੁਰੂ ਕਹਿੰਦੇ ਨੇ ਕਾਇਆ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਇਹਦੇ ਵਿੱਚ ਹੀ ਜੇ ਪ੍ਰਮਾਤਮਾ ਦੇ ਨਾਲ ਉਹ ਕਾਇਆ ਬਸਤ ਕਾਇਆ ਵਿੱਚ ਹੀ ਰੱਬ ਰਹਿੰਦਾ ਪਿਆ ਤੁਹਾਡੇ। ਦੂਜੇ ਪਾਸੇ ਗੁਰੂ ਸਾਹਿਬ ਇੱਕ ਹੋਰ ਕਹਿੰਦੇ ਨੇ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਵੀ ਮੈਂ ਜੇ ਤੂੰ ਉਹ ਗੁਰੂ ਸਿਧਾਂਤਾਂ ਦੇ ਨਾਲ ਨਾ ਜੁੜੀ, ਕਾਇਆ ਕੰਚਨ ਹੋਏਗੀ ਕਦੋਂ? ਜਦੋਂ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜੇਗੀ। ਅਦਰਵਾਈਜ਼ ਤੂੰ ਕਾਇਆ ਮੈਂ ਰੁਲਦੀ ਦੇਖੀ। ਵੀ ਉਹ ਇੱਕ ਪਾਸੇ ਜਦੋਂ ਜ਼ਬਾਨ ਦੀ ਗੱਲ ਪੇ ਕਰਦੇ ਨਾ, ਕਹਿੰਦੇ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਛ ਨਾਹੀਂ। ਜਿਹੜੀ ਜ਼ਬਾਨ ਪਰਮਾਤਮਾ ਦੀਆਂ ਸਿਫਤ ਸਲਾਹ ਕਰਦੀ ਹੈ, ਕਹਿੰਦਾ ਉਹਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਲੇਕਿਨ ਉਸੇ ਜ਼ਬਾਨ ਦੇ ਬਾਰੇ ਕਹਿੰਦੇ ਨੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਜ਼ਬਾਨ ਰੱਬ ਦਾ ਨਾਮ ਨਾ ਜਪਦੀ ਹੋਵੇ, ਉਹਨੂੰ ਆਪਣੀ ਵਡਿਆਈ ਆਪਣੀ ਸਿਫਤਾਂ ਕਰਵਾਉਣ ਦੀ, ਜਿਹਨੂੰ ਉਹ ਜੋ ਕਰਦਾ ਰਹੇ ਦਿਨ ਪਰ, ਮੈਂ ਅੱਛਾ ਵਾਂ, ਮੈਂ ਕਰ ਦੇਵਾਂਗਾ, ਮੈਂ ਮੇਰੇ ਕੋਲ ਹੋ ਜਾਏਗਾ। ਤੇ ਜਿਹੜਾ ਬੰਦਾ ਗੁਰੂ ਸਿਧਾਂਤਾਂ ਦੇ ਨਾਲ ਜੁੜੇ, ਕਾਇਆ ਨਗਰ ਬਸਤ ਹਰ ਸੁਆਮੀ। ਹੁਣ ਇਹ ਰੱਬ ਕਿੱਥੇ ਵੇ? ਰੱਬ ਜੋ ਬਾਹਰ ਹੋਏ ਅੰਦਰ ਵੀ ਹੈ। ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰੰਕਾਰ ਨਿਰਵੈਰ। ਰੱਬ ਅੰਦਰ ਜਿਹਨੂੰ ਪ੍ਰਗਟ ਹੋ ਜਾਣਾ ਹੈ। ਵੀ ਹੁਣ ਅਸੀਂ ਜਿਸ ਦੇਹੀ ਦੀ ਗੱਲ ਕਰਦੇ ਪਏ ਨਾ, ਕਾਇਆ ਨਗਰ ਬਸਤ ਹਰ ਸੁਆਮੀ, ਇਹਦੇ ਵਾਸਤੇ ਫਿਰ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਜੇ ਰੱਬੀ ਸਿਧਾਂਤ ਰੱਬ ਵੀ ਅੰਦਰ ਵਸਦਾ ਪਿਆ ਨਾ, ਵਿਕਾਰ ਵੀ ਇਹਦੇ ਅੰਦਰ ਟਿੱਕੇ ਹੋਏ ਨੇ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਰਾਹੀਂ ਜਿਹੜਾ ਹੈ ਨਾ, ਉਹ ਤੈਨੂੰ ਉਹ ਜਿਹੜਾ ਜ਼ਿੰਦਗੀ ਦਾ ਸਹੀ ਡਾਇਰੈਕਸ਼ਨ ਜਿਹੜਾ ਹੈ ਨਾ, ਉਹ ਤੈਨੂੰ ਗੁਰੂ ਰੱਬ ਵਾਲੇ ਪਾਸੇ ਮੋੜ ਕੇ ਲੈ ਜਾਏਗਾ। ਅਦਰਵਾਈਜ਼ ਮਨ ਦਾ ਜਿਹੜਾ ਸਾਰੀ ਜਿਹੜੀ ਗੱਲ ਚਲਦੀ ਪਈ ਨਾ, ਅਸੀਂ ਇਹ ਕੰਚਨ ਉਦਾਹਰਨ ਦਿੱਤਾ ਜਾ ਰਿਹਾ। ਅਸੀਂ ਕੱਲ ਬੜੀ ਸੋਹਣੀ ਵਿਚਾਰ ਅਸੀਂ ਕਰਦੇ ਪਏ ਨਾ, ਕਈ ਡਿਸਕਸ਼ਨ ਦਾ ਬਹੁਤ ਅੱਛੀਆਂ ਵਿਚਾਰਾਂ ਆਉਂਦੀਆਂ ਨੇ। ਗੁਰੂ ਹਮੇਸ਼ਾ ਦ੍ਰਿਸ਼ਟਮਾਨ ਦੇ ਉਦਾਹਰਨ ਦਿੰਦੇ ਨੇ ਸਾਨੂੰ, ਜੋ ਚੀਜ਼ ਸਾਨੂੰ ਨਜ਼ਰ ਆ ਰਹੀ ਹੈ, ਫਿਰ ਗੱਲ ਢੁਕਾਉਂਦੇ ਨੇ, ਸਮਝਾਉਂਦੇ ਨੇ ਸਾਡੇ ਮਨ ਨੂੰ। ਹੋਰ ਜੋ ਸਮਝਿਆ ਹੋਇਆ ਮਨ ਹੈ ਨਾ, ਉਹਦੇ ਨਾਲ ਫਿਰ ਅਸੀਂ ਸਮਝਿਆ ਹੋਇਆ ਜਾਂ ਨਾ ਸਮਝਿਆ ਹੋਇਆ, ਉਸਦੇ ਉਹ ਜੋ ਮਨ ਜਿੱਥੇ ਖਲੋਤਾ ਨਾ, ਉਹਦੇ ਨਾਲ ਫਿਰ ਕਾਇਆ ਦੇ ਰਾਹੀਂ ਹੀ ਬਾਹਰ ਕਰਮ ਕਰਦਾ। ਜਦੋਂ ਗੁਰੂ ਕਰੇ ਕਹਿੰਦੇ ਸਿਮਲ ਰੁਖ ਸਰਾਇਰਾਂ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਹੁਣ ਐਗਜ਼ਾਮਪਲ ਸਿਮਲ ਰੁਖ ਦਾ ਦੇ ਰਹੇ ਨੇ, ਜੋ ਬਹੁਤ ਵੱਡਾ ਹੈ, ਬੜਾ ਉੱਚਾ ਹੈ, ਬੜਾ ਘਣਾ ਵੀ ਹੈ। ਉਹ ਲੇਕਿਨ ਕਹਿ ਕੀ ਰਹੇ ਨੇ ਵੀ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਕਹਿੰਦੇ ਲੇਕਿਨ ਉਹਦਾ ਜੀਵਨ ਪਰਉਪਕਾਰੀ ਨਹੀਂ। ਓਏ ਜੇ ਆਵੇ ਆਸ ਕਰ, ਜੇ ਉਹਦੇ ਉੱਤੇ ਕੋਈ ਪੰਛੀ ਆ ਕੇ ਬਹਿੰਦਾ ਕਿ ਮੈਨੂੰ ਛਾਂ ਮਿਲੇਗੀ ਜਾਂ ਕੁਝ ਖਾਣ ਨੂੰ ਮਿਲੇ, ਕਹਿੰਦਾ ਓਏ ਜੇ ਆਵੇ ਆਸ ਕਰ, ਕਹਿੰਦਾ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ। ਹੁਣ ਸਿਮਲ ਰੁਖ ਦਾ ਉਦਾਹਰਣ ਬਾਹਰੋਂ ਕਿਹਾ ਜਾ ਰਿਹਾ। ਸਿਮਲ ਰੁਖ ਨੂੰ ਅਸੀਂ ਬਾਹਰੋਂ ਦੇਖ ਸਕਦੇ ਹਾਂ, ਦ੍ਰਿਸ਼ਟਮਾਨ ਹੈ। ਹੁਣ ਉਹ ਗੱਲ ਸਮਝਾ ਸਾਨੂੰ ਰਹੇ ਨੇ ਕਿ ਤੂੰ ਜਿਹੜਾ ਤੇਰਾ ਜੀਵਨ ਜੇ ਹੈ ਨਾ, ਬੜਾ ਇਤਨਾ ਉੱਚਾ, ਵੀ ਤੂੰ ਬੜਾ ਲੌਫਟੀ ਲਾਈਫ ਹੈ ਤੇਰੀ, ਉਹ ਸੋਮਨ ਹਸਤੀ ਘਿਓ ਗੁੜ ਖਾਵੇ ਵਾਲਾ ਜੇ ਤੇਰਾ ਜੀਵਨ, ਡੱਗੇ ਫੂਕੇ ਖੇ ਉਡਾਵੇ ਵਾਲਾ ਤੇਰਾ ਜੀਵਨ ਹੈ, ਕਹਿੰਦੇ ਅੰਦਰ ਪਰਉਪਕਾਰ ਹੈ। ਕਿਸੇ ਲੋੜਵੰਦ ਦੀ, ਕਿਸੇ ਸਮਾਜ ਦੀ ਕੋਈ ਭਲਾਈ ਦੀ ਕੰਮ ਤੂੰ ਕਰਨਾ। ਹੁਣ ਭਲਾਈ ਕਰਨੀ ਫਿਰ ਸਮਾਜ ਵਿੱਚ ਹੈ। ਦ੍ਰਿਸ਼ਟਮਾਨ ਤੋਂ ਉਦਾਹਰਨ ਲੈਣਾ ਹੈ। ਜਿਹੜੇ ਨੇ ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ ਅੰਕਸ਼ ਸਹਿਓ ਸੀਸ। ਹੁਣ ਇਹ ਦ੍ਰਿਸ਼ਟਮਾਨ ਐਗਜ਼ਾਮਪਲ ਹੈ ਕਿ ਹਾਥੀ ਨੂੰ ਪਕੜਨ ਵਾਸਤੇ ਇੱਕ ਘਾਸ ਫੂਸ ਦੀ ਹਥਨੀ ਬਣਾਈ ਜਾਂਦੀ ਹੈ। ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼। ਹੁਣ ਕਹਿੰਦੇ ਜਿਸ ਤਰ੍ਹਾਂ ਹਾਥੀ ਦ੍ਰਿਸ਼ਟਮਾਨ ਵਿੱਚ ਕਾਮ ਦਾ ਗ੍ਰਸਿਆ ਹੋਇਆ ਹਾਥੀ, ਉਹ ਹਸਤਨੀ ਵਾਲੇ ਪਾਸੇ ਜਾਂਦਾ ਹੈ, ਉਹ ਟੋਵੇ ਵਿੱਚ ਜਿਹੜਾ ਨਾ ਉਹ ਗਿਰ ਜਾਂਦਾ ਹੈ, ਉਹਨੂੰ ਕਈ ਦਿਨ ਭੁੱਖਾ ਰੱਖ ਕੇ ਉਹਨੂੰ ਕੰਟਰੋਲ ਵਿੱਚ ਕਰ ਲੈਂਦੇ ਨੇ। ਇਸੇ ਤਰ੍ਹਾਂ ਗੁਰੂ ਐਗਜ਼ਾਮਪਲ ਦ੍ਰਿਸ਼ਟਮਾਨ ਦਾ ਹੈ। ਇਸ ਦ੍ਰਿਸ਼ਟਮਾਨ ਦਾ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਤੂੰ ਕਿੱਥੇ ਇਹ ਕਾਮ ਦੇ ਚੱਕਰ ਅੰਦਰ, ਵੀ ਉਹ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਟਾਲੇ। ਕੰਚਨ ਸੁਹਾਗਾ ਟਾਲੇ ਦ੍ਰਿਸ਼ਟਮਾਨ ਦਾ ਉਦਾਹਰਨ ਹੈ ਵੀ ਅੱਗ ਦੇ ਰਾਹੀਂ ਸੋਨੇ ਨੂੰ ਪਿਘਾਲ ਦਿੱਤਾ ਜਾਂਦਾ ਹੈ। ਤੇ ਗੁਰੂ ਸਾਹਿਬ ਸਾਨੂੰ ਉਹ ਦ੍ਰਿਸ਼ਟਮਾਨ ਦਾ ਐਗਜ਼ਾਮਪਲ ਲੈ ਕੇ ਸਾਨੂੰ ਸਮਝਾਉਂਦੇ ਪਏ ਨੇ ਮਨ ਨੂੰ
ਵੀ ਜੋ ਕੰਚਨ ਸੁਹਾਗਾ ਟਾਲੇ, ਜੇ ਤੂੰ ਕਾਮ ਕ੍ਰੋਧ ਵਿੱਚ ਉਲਝਿਆ, ਜੇ ਤੂੰ ਇਹਨੂੰ ਸੰਜਮ ਵਿੱਚ ਨਾ ਰੱਖ ਪਾਇਆ, ਕਹਿੰਦਾ ਵੀ ਤੇਰਾ ਜੀਵਨ ਕਿਵੇਂ ਗਲ ਜਾਏਗਾ। ਜੋ ਪਾਣੀ ਕਾਗਜ਼ ਬਿਨਸ ਜਾਤ ਹੈ। ਇਹ ਸਾਰੇ ਦ੍ਰਿਸ਼ਟਮਾਨ ਦੇ ਐਗਜ਼ਾਮਪਲ ਸਮਝਾਏ ਮਨ ਨੂੰ ਜਾ ਰਹੇ ਨੇ, ਲੇਕਿਨ ਸਮਝੇ ਹੋਏ ਮਨ ਨੇ ਫਿਰ ਕਰਮ ਸੰਸਾਰ ਵਿੱਚ ਹੀ ਕਰਨੇ ਨੇ, ਕਿਉਂਕਿ ਨਿਬੇੜਾ ਜਿਹੜਾ ਨਾ ਉਹ ਕਰਮਾਂ ਉੱਪਰ ਨਿਬੜੇ। ਸੋ ਇਹ ਸਾਰੇ ਐਗਜ਼ਾਮਪਲਸ ਨੇ ਜੋ ਗੁਰੂ ਸਾਡੇ ਮਨ ਨੂੰ ਸਮਝਾਉਣ ਵਾਸਤੇ ਸਮਝਾਉਂਦਾ ਪਿਆ, ਕਿਉਂਕਿ ਅਸੀਂ ਫਿਰ ਸਮਝੇ ਹੋਏ ਮਨ ਦੇ ਕਰਮ, ਹੋਰ ਜਿਹੜਾ ਬੇਸਮਝ ਮਨ ਹੈ ਉਹਦੇ ਕਰਮ। ਜਿਹੜਾ ਬੇਸਮਝ ਮਨ ਨੇ ਉਹ ਲੇਖੇ ਵਿੱਚ ਕੰਮ ਉਹਦੇ ਹੋ ਜਾਣਗੇ, ਉਹਦਾ ਹਰ ਕੰਮ ਦਾ ਉਹਨੂੰ ਲੇਖਾ ਜੋਖਾ ਦੇਣਾ ਪਏਗਾ। ਇੱਕ ਅਸਲੀ ਵਿਚਾਰ ਚੱਲਦੀ ਵੀ ਸੀ, ਬਹੁਤ ਅੱਛੀ ਗੱਲ ਕਈ ਵਾਰ ਉਭਰ ਕੇ ਆਉਂਦੀ ਹੈ। ਇੱਥੇ ਐਗਜ਼ਾਮਪਲ ਹੈ ਕਾਇਆ ਦਾ ਲਿੱਤਾ, ਜੋ ਕੰਚਨ ਦਾ ਲਿੱਤਾ ਜਾ ਰਿਹਾ, ਉਸ ਪ੍ਰਥਾ ਲਿੱਤਾ ਜਾ ਰਿਹਾ ਵੀ ਤਿੱਥੇ ਹਰ ਵਸੈ ਜਿਸ ਦਾ ਅੰਤ ਨਾ ਪਾਰਾਵਾਰ। ਇਹਦੇ ਅੰਦਰ ਹੀ ਰੱਬ ਨੂੰ ਢੂੰਡਣ ਕਿਤੇ ਬਾਹਰ ਨਾ ਜਾਈ। ਹੈ ਰੱਬ ਹਰ ਥਾਂ ਦੇ ਉੱਤੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਲੇਕਿਨ ਰੱਬ ਦੀ ਪੜਚੋਲ ਵਾਸਤੇ ਰੱਬ ਕਿਸੇ ਖਾਸ ਥਾਂ ਦੇ ਉੱਤੇ ਵਸਦਾ ਹੈ। ਕਹਿੰਦਾ ਤੇਰੇ ਬਿਲਕੁਲ ਤੇਰੇ ਅੰਦਰ ਹਾਥ ਪੈ ਨੇਰੇ, ਉਹਦੇ ਤੇਰੇ ਬਿਲਕੁਲ ਅੰਦਰ ਟਿਕਿਆ ਹੋਇਆ ਹੈ। ਉਹਨੂੰ ਢੂੰਡਣ ਵਾਸਤੇ ਉਹਨੂੰ ਕਿਤੇ ਬਾਹਰ ਨਾ ਜਾਈ। ਕਿਹੜਾ ਰੱਬ ਵਸਦਾ ਹੈ? ਕਹਿੰਦਾ ਅੰਤ ਨਾ ਪਾਰਾਵਾਰਾ, ਜਿਸ ਦਾ ਕੋਈ ਪਾਰਲਾ ਬੰਨਾ ਜਿਹੜਾ ਹੈ ਨਾ ਉਹ ਕੋਈ ਹੈ ਹੀ ਨਹੀਂ। ਉਹ ਰੱਬ ਤੇਰੇ ਅੰਦਰ ਵਸਦਾ ਪਈ ਹੈ। ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾਸ਼ਿਵ ਜੋਗ ਕਰੀ। ਜਿਨ੍ਹਾਂ ਦਾ ਵੱਡੇ ਵੱਡੇ ਕਹਿ ਲੋ ਵੀ ਉਹ ਕਹਿੰਦਾ ਉਹ ਦੇਖੇ ਉਹਨਾਂ ਨਜ਼ਰ ਨਾ ਆਵੇ, ਐਸਾ ਪਰਮਾਤਮਾ ਜਿਹਦਾ ਅੰਤ ਨਾ ਪਾਰਾਵਾਰ, ਉਹਦਾ ਟਿਕਾਣਾ ਕਿੱਥੇ? ਉਹ ਤੇਰੇ ਅੰਦਰ ਹੀ ਵਸਦਾ ਪਿਆ। ਕਹਿੰਦਾ ਅਨ ਦਿਨ ਹਰ ਸੇਵੋ ਸੱਚੀ ਬਾਣੀ। ਕੀਤਾ ਕੀ ਕਰੋ? ਉਸ ਪਰਮਾਤਮਾ ਦੀ ਉਹਦੀ ਸੇਵਾ ਕੀਤਾ ਕਰੋ। ਅਸੀਂ ਕਹਿੰਦੇ ਵੀ ਗੁਰੂ ਕੀ ਸੇਵਾ ਸ਼ਬਦ ਵਿਚਾਰ, ਬਾਣੀ ਦੇ ਰਾਹੀਂ ਰੱਬੀ ਸਿਧਾਂਤਾਂ ਦੇ ਨਾਲ ਕਹਿ ਲੋ ਇਕਸਾਰਤਾ ਕਰਕੇ, ਸਿਧਾਂਤਾਂ ਨੂੰ ਸਮਝ ਕੇ, ਨਾਮ ਕੀ ਕਹਿੰਦਾ ਉਹਨੂੰ ਸਮਝ ਕੇ, ਇਹ ਸਭ ਤੋਂ ਵੱਡੀ ਸੇਵਾ ਹੈ। ਕਹਿੰਦੇ ਐਸੀ ਤਰੀਕੇ ਦੇ ਨਾਲ, ਕਹਿੰਦਾ ਹਰ ਜੀਓ ਸ਼ਬਦ ਮਿਲਾ ਜਾਂਦਾ, ਐਸੀ ਤਰੀਕੇ ਦੇ ਨਾਲ ਬਾਣੀ ਦੀ ਸਿਧਾਂਤਾਂ ਦੀ ਸੋਝੀ ਦੇ ਕੇ, ਸ਼ਬਦ ਦੇ ਦੁਆਰਾ, ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਲ ਮਿਲਾਪ ਕੀਤਾ ਜਾ ਸਕਦਾ ਹੈ। ਪਰਮਾਤਮਾ ਤੇਰੇ ਅੰਦਰ ਹੀ ਹੈ। ਕਾਹੇ ਰੇ ਬਨ ਖੋਜਨ ਜਾਹੀ ਸਰਬ ਨਿਵਾਸੀ। ਜੋ ਸਰਬ ਨਿਵਾਸੀ ਹੈ ਉਹਦੀ ਵੀ ਗੱਲ ਪੇ ਕਰਦੇ ਨੇ। ਸਦਾ ਅਲੇਪਾ ਤੋਈ ਸੰਗ ਸਮਾਈ, ਉਹ ਤੇਰੇ ਅੰਦਰ ਵੀ ਪੂਰਨ ਤੌਰ ਤੇ ਜਿਹੜਾ ਨਾ ਉਹ ਟਿਕਿਆ ਹੋਇਆ ਹੈ। ਹਾਂਜੀ ਵੀਰ, ਵੈਰੀ ਨਾਈਸਲੀ ਐਕਸਪਲੇਨ ਵੀਰ ਜੀ। ਬਿਲਕੁਲ ਬਾਹਰ ਦੇ ਉਦਾਹਰਨ ਦੇਖ ਕੇ ਅੰਦਰ ਮਨ ਨੂੰ ਸੁਧਾਰਦੇ ਹਨ, ਔਰ ਜਦੋਂ ਮਨ ਸੁਧਰ ਜਾਏ ਤੇ ਸਾਡੇ ਬਾਹਰ ਦੇ ਕਰਮ ਸੁਧਰ ਜਾਂਦੇ ਹਨ। ਇੱਕ ਦ੍ਰਿਸ਼ਟਾਂਤ ਆਪ ਜੀ ਨੇ और बड़ा खूबसूरत दृष्टांत ਦਿੱਤਾ ਆਪ ਜੀ ਨੇ कि हरि ਨੂੰ ਬਾਹਰ ਨਹੀਂ ਅੰਦਰ खोजना करिए। पर हैरानी ਦੀ ਗੱਲ ਹੈ, हरि ਬਾਹਰ भी है अंदर भी है, पर गुरु साहब बार-बार अंदर क्यों कह रहे हैं अंदर खोजिए, बाहर क्यों ना खोजिए जब बाहर है ਤੇ। दरअसल ਸਾਡੀ 9 ਗੋਲਕਾਂ ਬਾਹਰ ਪਦਾਰਥਾਂ ਨੂੰ ਦੇਖਦੀਆਂ ਤੇ ਪਦਾਰਥਾਂ ਤੱਕ ਸੀਮਿਤ ਰਹਿ ਜਾਂਦੀਆਂ। ਪਦਾਰਥਾਂ ਹਰ ਥਾਂ ਤੇ ਹਰੀ ਹੈ, ਉਹ ਪਦਾਰਥਾਂ ਵਿੱਚ ਜਾਂ ਮਾਇਆ ਦੇ ਪ੍ਰਭਾਵ ਹੇਠ ਮੋਹ ਵਿੱਚ ਇੰਨੀ ਉਲਝੀਆਂ ਰਹਿੰਦੀਆਂ ਕਿ ਹਰ ਥਾਂ ਤੇ ਵਸਦੇ ਹਰੀ ਨੂੰ ਦੇਖ ਨਹੀਂ ਪਾਉਂਦੀਆਂ। ਜਦੋਂ ਇਹਨਾਂ ਤੋਂ ਮਨ ਉਪਰਾਮ ਹੋ ਕੇ ਮਨ ਨਿਜ ਦੇ ਘਰ ਵਿੱਚ ਟਿਕ ਜਾਂਦਾ ਹੈ, ਜਦੋਂ ਅੰਦਰ ਹਰੀ ਨਾਲ ਸਾਂਝ ਬਣ ਜਾਂਦੀ ਹੈ ਤੇ ਬਾਹਰ ਵੀ ਹਰੀ ਦਿਸਣ ਲੱਗ ਪੈਂਦਾ ਹੈ। ਮਨ ਦੀ ਅਵਸਥਾ ਬਦਲ ਜਾਂਦੀ ਹੈ। ਅਜੇ ਤੱਕ ਮਨ ਦੀ ਉਹ ਅਵਸਥਾ ਨਹੀਂ ਕਿ ਹਰ ਕਿਣਕੇ ਵਿੱਚ ਵਸਦੇ ਹਰੀ ਨੂੰ ਅਸੀਂ ਮਹਿਸੂਸ ਕਰ ਸਕੀਏ। ਅਜੇ ਤੇ ਅਸੀਂ ਕਿਸੇ ਨੂੰ ਹਿੰਦੂ, ਕਿਸੇ ਨੂੰ ਮੁਸਲਮਾਨ, ਕਿਸੇ ਨੂੰ ਅਮੀਰ, ਕਿਸੇ ਨੂੰ ਗਰੀਬ, ਕਿਸੇ ਨੂੰ ਵੱਡੀ ਜਾਤ, ਕਿਸੇ ਨੂੰ ਛੋਟੀ ਜਾਤ, ਉਹ ਵਿਤਕਰੇ ਮਨ ਵਿੱਚ ਰੱਖੇ ਹੋਏ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਝਗੜੇ ਪਾਏ ਹੋਏ ਹਨ। ਤੇ ਜਿਸ ਦਿਨ ਅੰਦਰ ਨਿਜ ਦੇ ਘਰ ਵਿੱਚ ਹਰੀ ਟਿਕ ਜਾਂਦਾ ਹੈ, ਤਦੋਂ ਹਰੀ ਹਰ ਪਾਸੇ ਸਾਨੂੰ ਦਿਸਣ ਲੱਗ ਪੈਂਦਾ। ਧੰਨਵਾਦ ਵੀਰ ਜੀ। ਜੀ ਭੂਆ ਜੀ। ਕਾਇਆ ਕੰਚਨ ਸ਼ਬਦ ਵਿਚਾਰਾ, ਜਿੱਥੇ ਹਰ ਵਸੈ ਜਿਸ ਦਾ ਅੰਤ ਨ ਪਾਰਾਵਾਰਾ। ਇੱਥੇ ਕਾਇਆ ਸੰਬੋਧਨ ਕੀਤਾ ਗਿਆ ਹੈ ਮਨ ਨੂੰ। ਇਹ ਮਨ ਕਾਇਆ ਜਿਹੜੀ ਹੈ ਇਹ ਕੰਚਨ ਵਾਕਣ ਹੈ। ਕੰਚਨ ਸੰਬੋਧਨ ਇਸ ਵਾਸਤੇ ਕੀਤਾ ਕਿ ਕਹਿੰਦੇ ਨੇ ਕਿ ਕੰਚਨ ਇਜ਼ ਖਰਾ ਸੋਨਾ, ਐਬਸੋਲੂਟਲੀ ਫਲॉलेस ਐਂਡ ਪਿਓਰਿਟੀ, ਜਿਸ ਦੇ ਅੰਦਰ ਕੋਈ ਵੀ ਇੰਪਿਓਰ ਨਹੀਂ ਹੁੰਦਾ। ਕਿਉਂਕਿ ਕੱਢਿਆ ਜਾਂਦਾ, ਇੰਪਿਓਰ ਦਾ ਮਤਲਬ ਕਿ ਜਿਤਨੇ ਵੀ ਵਾਈਸਸ ਹਨ ਉਸਨੂੰ ਕੱਢ ਕੇ ਐਬਸੋਲੂਟਲੀ ਅਸੀਂ ਉਸਨੂੰ ਪਿਓਰਿਟੀ ਵਿੱਚ ਲੈ ਕੇ ਆਏ, ਫਲॉलेस ਲੈ ਕੇ ਆਏ ਉਹ ਮਨ। ਕਿਉਂਕਿ ਉਸ ਮਨ ਨੇ ਇੱਕ ਸ਼ਬਦ ਵਿਚਾਰ, ਕਿਉਂਕਿ ਉਹ ਮਨ ਇੱਕ ਦੇ ਨਾਲ ਟਿਊਨਡ ਹੋ ਗਿਆ। ਸੋ ਉਸਨੇ ਸਾਰੇ ਆਪਣੇ ਅੰਦਰ, ਮਨ ਦੇ ਅੰਦਰ ਉਹਨਾਂ ਗੁਣਾਂ ਨੂੰ ਧਾਰ ਕੇ ਉਸਦੀ ਸਾਂਝ ਪਾ ਲਿੱਤੀ ਹੈ। ਇਸ ਕਰਕੇ ਉਹ ਮਨ ਕੰਚਨ ਵਾਕਣ ਹੋ ਗਿਆ, ਖਰਾ ਸੋਨਾ ਵਾਕਣ ਹੋ ਗਿਆ, ਜਿਸਦੇ ਅੰਦਰ ਕੋਈ ਵੀ ਇੰਪਿਓਰਿਟੀਜ਼ ਨਹੀਂ ਹੈ, ਟੋਟਲੀ ਫਲॉलेस। ਹੁਣ ਉਸ ਮਨ ਦੇ ਅੰਦਰ ਉਹ ਵਸ ਗਿਆ। ਫਿਰ ਕੌਣ ਵਸ? ਉਹ ਵਿਸ਼ਾਲ, ਜਿਸਦਾ ਕੋਈ ਅੰਤ ਹੀ ਨਹੀਂ ਸੀ, ਜਿਸਦਾ ਕੋਈ ਲਿਮਿਟ ਹੀ ਨਹੀਂ ਸੀ,
ਔਰ ਇਹ ਮਨ ਜਿਹੜਾ ਅੰਤ ਦਿਨ 24 ਘੰਟੇ ਉਸ ਦੇ ਨਾਲ ਟਿਊਨਡ ਹੈ। ਸੇਵਾ ਦਾ ਮਤਲਬ ਕਿ ਉਹ ਟਿਊਨਡ ਹੈ ਕਿਸ ਨਾਲ? ਉਸ ਸੱਚੀ ਬਾਣੀ, ਉਸ ਇੱਕ ਦੇ ਨਾਲ, ਉਹਦੇ ਗੁਣਾਂ ਦੇ ਨਾਲ, ਉਹਦੀ ਸਿੱਖਿਆ ਦੇ ਨਾਲ 24 ਆਵਰਸ ਉਹਦੇ ਨਾਲ ਟਿਊਨਡ ਹੈ ਕਿ ਉਹਦੀ ਸੇਵਾ ਵਿੱਚ ਹੈ। ਹਰ ਜੋ ਸ਼ਬਦ ਮਿਲਾਏ ਦਾ ਜਿਨ ਉਹ ਟਿਊਨਡ ਹੁੰਦਾ ਹੈ, ਸਮਝ ਲਓ ਕਿ ਮਨ ਨੇ ਉਹਦੇ ਨਾਲ ਮਿਲਾਪ ਹੋ ਗਿਆ, ਨਾਲ ਸਾਰੀ ਸ੍ਰਿਸ਼ਟੀ ਨੂੰ ਵੀ ਆਪਣੇ ਨਾਲ ਸਾਂਝ ਪਾ ਲਿੱਤੀ। ਹਾਂਜੀ धन्यवाद बुआ जी, बिल्कुल टू द पॉइंट आप जी गल करते हो और बिल्कुल शॉर्ट एज आप सब कुछ बोल देते हो। ਇਹ ਆਪ ਜੀ ਦੀ ਖਾਸੀਅਤ ਹੈ ਕਿ ਬਿਲਕੁਲ ਸ਼ਾਰਟ ਵਿੱਚ ਆਪ ਪੂਰਾ ਹੀ ਬਿਆਨ ਕਰ ਦਿੰਦੇ ਹੋ। ਆਪ ਜੀ ਨੇ ਸੋਨੇ ਦੀ ਗੱਲ ਕੀਤੀ, ਪਿਓਰਿਟੀ ਦੀ ਗੱਲ ਕੀਤੀ। ਅਸੀਂ ਧਿਆਨ ਦਈਏ ਨਾ, ਜਦੋਂ ਸੋਨੇ ਦੇ ਗਹਿਣੇ ਬੰਦੇ ਹਨ ਤੇ ਉਸ ਦੇ ਵਿੱਚ ਦੂਜੀ ਧਾਤੂਆਂ ਮਿਲਾਈ ਜਾਂਦੀਆਂ, ਉਹਦੇ ਵਿੱਚ ਇੰਝ ਸਮਝ ਲਈਏ ਕਿ ਮੈਲ ਮਿਲਾਈ ਜਾਂਦੀ ਹੈ, ਕਿਉਂਕਿ ਸੋਨਾ ਬੈਸਟ ਆਫ ਧਾਤੂ ਕਹਿ ਲਈਏ ਅਸੀਂ, ਉਹਦੇ ਵਿੱਚ ਹੋਰ ਧਾਤੂਆਂ ਮਿਲਾਈ ਜਾਂਦੀਆਂ ਤਾਂ ਗਹਿਣੇ ਬਣਦੇ ਹਨ। ਔਰ ਜਦੋਂ ਕਦੀ ਗਹਿਣਾ ਅਸੀਂ ਸੁਨਿਆਰਾ ਕਦੀ ਉਹਨੂੰ ਤੋੜ ਕੇ ਦੂਜਾ ਨਵਾਂ ਗਹਿਣਾ ਜਾਂ ਦੁਬਾਰਾ ਪਿਓਰ ਕਰਨਾ ਹੁੰਦਾ ਹੈ, ਅੱਗ ਦੇ ਸੇਕ ਉੱਤੇ ਰੱਖਦਾ ਹੈ, ਜਦੋਂ ਅੱਗ ਦੇ ਜਦੋਂ ਲੋ ਲੱਗਦੀ ਹੈ, ਲੋ ਤਦ ਤੱਕ ਹਿਲਦੀ ਰਹਿੰਦੀ ਹੈ, ਐਂ ਸਮਝੀਏ ਕਿ ਤੜਪਦੀ ਰਹਿੰਦੀ ਹੈ ਜਾਂ ਸੋਨਾ ਟਿਕਦੀ ਨਹੀਂ ਲੋ, ਜਦੋਂ ਤੱਕ ਉਹਦੇ ਵਿੱਚ ਇੰਪਿਓਰਿਟੀ ਹੁੰਦੀ ਹੈ। ਔਰ ਜਦੋਂ ਉਹਦੇ ਵਿੱਚੋਂ ਸੁਨਿਆਰਾ ਸੋਨੇ ਵਿੱਚੋਂ ਇੰਪਿਓਰਿਟੀ ਨੂੰ ਕੱਢ ਦਿੰਦਾ ਹੈ ਤੇ ਲੋ ਐਨ ਟਿਕ ਜਾਂਦੀ ਹੈ। ਸੋਨਾ ਉੱਥੇ ਹੀ ਹੈ, ਲੋ ਵੀ ਹੋਈ ਹੋਵੇ, ਸੋਨੇ ਦੇ ਉੱਤੇ ਲੋ ਬਲ ਰਹੀ ਹੈ, ਲੇਕਿਨ ਲੋ ਬਿਲਕੁਲ ਸ਼ਾਂਤ ਹੋ ਜਾਂਦੀ ਹੈ, ਟਿਕ ਜਾਂਦੀ ਹੈ। ਸਾਡੇ ਮਨ ਦਾ ਵੀ ਇਹੋ ਹਾਲ ਹੁੰਦਾ ਹੈ। ਜਦੋਂ ਤੱਕ ਸਾਡੇ ਮਨ ਵਿੱਚ ਭੂਆ ਜੀ ਜਿਸ ਤਰ੍ਹਾਂ ਬੋਲਦੇ ਹਨ ਵਾਇਸਿਸ ਹਨ, ਸਾਡੇ ਮਨ ਵਿੱਚ ਮੈਲ ਹੁੰਦੀ ਹੈ, ਸਾਨੂੰ ਸੱਚ ਦੀ ਅਸੀਂ ਕਹਿ ਲਈਏ ਲੋ ਲੱਗਦੀ ਹੈ ਤੇ ਸਾਡਾ ਮਨ ਵੀ ਤੜਪਦਾ, ਛਲਾਂਗਾ ਮਾਰਦਾ ਹੈ। ਜਦੋਂ ਮਨ ਵਿੱਚੋਂ ਮੈਲ ਨਿਕਲ ਜਾਏ ਤੇ ਉਹ ਵੀ ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ, ਫਿਰ ਉਹ ਵੀ ਜਿਹੜਾ ਆਨੰਦ ਵਿੱਚ ਆ ਜਾਂਦਾ ਹੈ। ਧੰਨਵਾਦ ਜੀ ਭੂਆ ਜੀ। ਜੀ ਸੁਖਿੰਦਰ ਵੀ ਜੀ। ਜੀ ਇਹ ਨਵਾਂ ਸ਼ਬਦ ਸਤਿਗੁਰੂ ਜੀ ਅੱਜ ਬਿਲਕੁਲ ਨਵਾਂ ਟੌਪਿਕ ਸ਼ੁਰੂ ਕਰ ਰਹੇ ਨੇ, ਬਿਲਕੁਲ ਨਵਾਂ ਸ਼ਬਦ ਸ਼ੁਰੂ ਤੋਂ ਕਰ ਰਹੇ ਨੇ, ਔਰ ਸ਼ਬਦ ਦੀ ਪਹਿਲਾਂ ਹੀ ਦੱਸ ਰਹੇ ਨੇ ਕਿ ਸ਼ਬਦ ਦੇ ਦੁਆਰਾ ਤੁਹਾਨੂੰ ਕਿਸ ਅਵਸਥਾ ਤੱਕ ਤੁਹਾਨੂੰ ਲੈ ਕੇ ਜਾਇਆ ਜਾਏਗਾ। ਸਤਿਗੁਰੂ ਜੀ ਸਿਰਫ ਸ਼ੇਅਰ ਹੀ ਨਹੀਂ ਕਰਦੇ, ਇਹ ਸਿਰਫ ਸਾਡੇ ਲਈ ਸ਼ੇਅਰਿੰਗ ਨਹੀਂ ਹੈ। ਅਗਰ ਅਸੀਂ ਇਸ ਗੁਰਬਾਣੀ ਤੇ ਭਰੋਸਾ ਕਰਦੇ ਹਾਂ, ਗੁਰਬਾਣੀ ਨੂੰ ਹੀ ਸੱਚ ਸਮਝਦੇ ਹਾਂ, ਔਰ ਸੱਚ ਨੂੰ ਹੀ, ਅਗਰ ਇਹ ਗੁਰਬਾਣੀ ਨੂੰ ਅਸੀਂ ਨਿਰੰਕਾਰ ਸਮਝਦੇ ਹਾਂ, ਤਾਂ ਇਹ ਜੋ ਅਵਸਥਾ ਬਿਆਨ ਕੀਤੀ ਜਾ ਰਹੀ ਹੈ ਸ਼ਬਦ ਦੇ ਦੁਆਰਾ, ਸਾਨੂੰ ਉਸ ਅਵਸਥਾ ਤੱਕ ਸਤਿਗੁਰੂ ਜੀ ਖੁਦ ਬਾਂਹ ਫੜ ਕੇ ਲੈ ਕੇ ਜਾਂਦੇ ਨੇ। ਪਰ ਉਹ ਬਾਂਹ ਪਕੜਾ ਕੇ ਅਸੀਂ ਪਕੜਾ ਨਹੀਂ ਰਹੇ ਬਾਂਹ ਸਤਿਗੁਰੂ ਜੀ ਨੂੰ, ਉਸੇ ਕਰਕੇ ਅਸੀਂ ਇਸ ਅਵਸਥਾ ਤੱਕ ਨਹੀਂ ਪਹੁੰਚ ਪਾ ਰਹੇ। ਕਿਉਂ? ਕਿਉਂਕਿ ਅਸੀਂ ਆਪਣੇ ਵਿਚਾਰਾਂ ਦੇ ਮੋਹ ਦੇ ਵਿੱਚ ਗਰਕ ਰਹੇ ਹਾਂ। ਇਸ ਨੂੰ ਗੁਰਬਾਣੀ ਕਹਿੰਦੀ ਹੈ, ਮੋਹ ਚੀਕੜ ਫਾਥੇ ਨਿਘਰਤ ਹਮ ਜਾਤੇ, ਹਰ ਬਾਂਹ ਪ੍ਰਭੂ ਪਕੜਾਏ ਜੀ। ਜਦੋਂ ਅਸੀਂ ਬਾਂਹ ਸ਼ਬਦ ਨੂੰ ਦੇ ਦਾਂਗੇ ਤਾਂ ਸ਼ਬਦ ਰੂਪੀ ਸਤਿਗੁਰੂ ਜੀ ਸਾਨੂੰ ਆਪ ਲੈ ਕੇ ਜਾਣਗੇ, ਸਾਡੇ ਮਨ ਤੇ ਉਹ ਆਪ ਕੰਟਰੋਲ ਕਰਨਗੇ। ਅਸੀਂ ਉਹਨਾਂ ਨੂੰ ਆਪਣੇ ਮਨ ਦਾ ਕੰਟਰੋਲ, ਆਪਣੇ ਵਿਚਾਰਾਂ ਦਾ ਕੰਟਰੋਲ ਦੇਣਾ ਹੈ, ਆਪਣੇ ਵਿਚਾਰ ਉਹਨਾਂ ਦੇ ਅੱਗੇ ਰੱਖ ਦੇਣੇ। ਇਹਨੂੰ ਸਿਰ ਅਰਪਣ ਕਹਿੰਦੇ ਨੇ। ਕਿਉਂਕਿ ਗੁਰਬਾਣੀ ਵਿੱਚ ਦੇਖੋ ਕਿਤਨਾ ਪਿਆਰਾ ਅੱਜ ਸਾਡਾ ਅਸੀਂ ਰੋਜ਼ ਕੀ ਕਹਿੰਦੇ, ਹਰ ਕੋਈ ਇਨਸਾਨ ਸੋਚਦਾ ਹੈ ਰੱਬ ਜੀ ਕਿੱਥੇ ਵਸਦੇ ਨੇ, ਪਰਮਾਤਮਾ ਜੀ ਕਿੱਥੇ ਵਸਦੇ, ਅਸੀਂ ਉਹਨੂੰ ਪਾਉਣਾ ਹੈ। ਗੁਰਬਾਣੀ ਕਿੰਨਾ ਆਸਾਨੀ ਤਰੀਕੇ ਨਾਲ ਸਾਨੂੰ ਸਮਝਾਉਂਦੀ ਹੈ, ਲੇਕਿਨ ਅਸੀਂ ਉੱਥੇ ਧਿਆਨ ਨਹੀਂ ਲਗਾ ਪਾਉਂਦੇ ਸਤਿਗੁਰੂ ਜੀ ਦੀ ਗੱਲ ਦੇ ਵਿੱਚ। ਉਹ ਧਿਆਨ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਕਾਇਆ ਜਿਹੜੀ ਹੈ ਨਾ, ਇਹਦੀ ਵਿਚਾਰ ਕਰੋ। ਕਹਿੰਦੇ ਜੀ ਕਿਉਂ ਕਰੀਏ ਵਿਚਾਰ ਕਾਇਆ ਦੀ? ਕਹਿੰਦੇ ਕਿਉਂਕਿ ਤਿੱਥੈ ਹਰ ਵਸੈ, ਕਾਇਆ ਦੇ ਵਿੱਚ ਰੱਬ ਵਸਦਾ ਹੈ, ਕਾਇਆ ਦੇ ਵਿੱਚ ਗੁਰੂ ਵਸਦਾ ਹੈ, ਕਾਇਆ ਦੇ ਵਿੱਚ ਹੁਕਮ ਨਾਮ ਬਾਣੀ ਵਸਦੀ ਹੈ, ਕਾਇਆ ਦੇ ਅੰਦਰ ਸ਼ਬਦ ਵਸਦਾ ਹੈ। ਅਗਰ ਅਸੀਂ ਫਿਰ ਵੀ ਦ੍ਰਿੜਤਾ ਨਾਲ ਇਹ ਗੱਲ ਨੂੰ ਨਹੀਂ ਮੰਨਾਂਗੇ ਕਿ ਕਾਇਆ ਦੇ ਵਿੱਚ ਰੱਬ ਜੀ ਵਸਦੇ ਨੇ, ਤਾਂ ਇਹਦਾ ਮਤਲਬ ਸਾਨੂੰ ਗੁਰਬਾਣੀ ਤੇ ਭਰੋਸਾ ਨਹੀਂ ਹੈ। ਕਿਉਂਕਿ ਗੁਰਬਾਣੀ ਆਖਰੀ ਹੈ ਹਰੀ ਜਿੱਥੇ ਹਰ ਵਸੈ, ਜਿਸ ਨੂੰ ਉੱਪਰ ਹਰ ਦਸ ਵਸ ਰਿਹਾ, ਉਸ ਨੂੰ ਥੱਲੇ ਦੱਸ ਰਹੇ ਨੇ ਹਰ ਸੇਵਿਓ। ਹਰੀ ਕੌਣ ਹੈ? ਕਹਿੰਦੇ ਸੱਚੀ ਬਾਣੀ। ਅਨ ਦਿਨ ਹਰ ਸੇਵਿਓ, ਉਹ ਹਰੀ ਹੈ ਕੌਣ? ਉਹ ਹਰੀ ਹੈ ਸੱਚੀ ਬਾਣੀ। ਇਸ ਲਈ ਇਹਨੂੰ ਨਿਰੰਕਾਰ ਆਖਿਆ ਜਾਂਦਾ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ, ਇਹੀ ਸਤ ਸਰੂਪ ਹੈ।
ਇਹ ਹਰੀ ਹੈ, ਇਹ ਰੱਬ ਜੀ ਹੈ, ਇਹੀ ਨਾਮ ਹੈ, ਇਹੀ ਸ਼ਬਦ ਹੈ। ਪਰ ਹੈ ਕਿੱਥੇ? ਕਾਇਆ। ਕਾਇਆ ਦੇ ਅੰਦਰ ਅੰਦਰ ਹੈ। ਕਾਇਆ ਦੀ ਵਿਚਾਰ, ਇਸੇ ਨੂੰ ਗੁਰਬਾਣੀ ਦੂਜੇ ਅਰਥਾਂ ਵਿੱਚ, ਦੂਜੇ ਸ਼ਬਦਾਂ ਵਿੱਚ ਵੀ ਆਖਦੇ, ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਕਹਿੰਦੇ ਨੇ ਦਿਲ ਨੂੰ ਖੋਜ, ਕਾਇਆ ਨੂੰ ਵਿਚਾਰ, ਕਾਇਆ ਦੀ ਵਿਚਾਰ ਕਰ। ਪਰ ਕਰਨੀ ਕਿਹਦੇ ਨਾਲ ਹੈ? ਸ਼ਬਦ ਦੇ ਨਾਲ। ਸ਼ਬਦ ਦੇ ਨਾਲ ਕਾਇਆ ਦੀ ਵਿਚਾਰ ਕਰਾਂਗੇ ਤਾਂ ਕੀ ਹੋਏਗਾ? ਸਾਡਾ ਮਨ, ਅਸੀਂ ਜੋ ਮਨ ਸਰੂਪ ਹਾਂ, ਵਿਚਾਰਾਂ ਦੇ ਸਰੂਪ ਹਾਂ ਅਸੀਂ, ਜੋ ਸਾਡਾ ਧਿਆਨ, ਅਗਰ ਸਾਡਾ ਧਿਆਨ ਸ਼ਬਦ ਦੇ ਵਿੱਚ ਰਹੇਗਾ, ਭਾਵ ਸ਼ਬਦ ਦੀ ਦਿੱਤੀ ਹੋਈ ਸਿੱਖਿਆ, ਉਹ ਅੱਜ ਕੀ ਸਿੱਖਿਆ ਦੇ ਰਹੇ ਨੇ ਸਤਿਗੁਰੂ ਸ਼ਬਦ ਵਿੱਚ? ਸਾਡੇ ਅੰਦਰ ਰੱਬ ਵਸਦਾ ਹੈ, ਕਾਇਆ ਦੇ ਵਿੱਚ ਰੱਬ ਵਸਦਾ। ਇਹ ਸਿੱਖਿਆ ਹੈ, ਇਹ ਅਸੀਂ ਦ੍ਰਿੜ ਕਰਨੀ ਹੈ। ਸਤਿਗੁਰੂ ਜੀ ਦਾ ਬੋਲਿਆ ਇਹ ਉਪਦੇਸ਼ ਦਿੱਤਾ ਤਾਂ ਹੀ ਸਾਡੇ ਵਾਸਤੇ ਸਫਲ ਹੈ, ਕਿ ਜੇ ਅਸੀਂ ਇਸ ਨੂੰ ਦ੍ਰਿੜ ਕਰ ਲਈਏ। ਕਾਇਆ ਅੰਦਰ ਹਰ ਜੀ ਵਸਦੇ ਨੇ। ਕਿ ਮੈਂ ਨਹੀਂ ਆਖ ਰਿਹਾ, ਗੁਰਬਾਣੀ ਆਖ ਰਹੀ ਹੈ। ਗੁਰਬਾਣੀ ਕਹਿੰਦੀ ਕਾਇਆ ਵਿੱਚ ਕਿੱਥੇ ਹਰ ਵਸੈ, ਜਿਸ ਦਾ ਅੰਤ ਨਾ ਪਾਰਾਵਾਰਾ। ਉਸ ਸ਼ਬਦ ਦਾ, ਉਸ ਸੱਚੀ ਬਾਣੀ ਦਾ, ਉਸ ਹਰੀ ਦਾ ਅੰਤ ਹੀ ਨਹੀਂ ਹੈ, ਕੋਈ ਪਾਰਾਵਾਰ ਦਾ ਅੰਤ ਨਹੀਂ ਹੈ। ਕਹਿੰਦੇ ਨੇ ਉਹ ਜਿਹੜਾ ਸ਼ਬਦ ਅੰਦਰ ਵਸਦਾ ਹੈ, ਉਹ ਅੰਦਰ ਹੈ। ਸਾਨੂੰ ਅੰਦਰ ਜਾਣਾ ਪਵੇਗਾ। ਅੰਦਰ ਜਾਵਾਂਗੇ, ਧਿਆਨ ਅੰਦਰ ਵਸਦੇ ਸ਼ਬਦ ਵੱਲ ਲੈ ਕੇ ਜਾਵਾਂਗੇ ਤਾਂ ਅਸੀਂ ਕੀ ਹੋ ਜਾਏਗਾ? ਜਿਹੜਾ ਪਹਿਲਾ ਸ਼ਬਦ ਆਇਆ ਨਾ ਇਸ ਬੰਦ ਵਿੱਚ, ਪਹਿਲੀ ਤੁਕ ਜਿਹੜਾ ਸ਼ਬਦ ਲਫ਼ਜ਼ ਆਇਆ ਤੇ ਤੀਸਰੀ ਤੁਕ ਵਿੱਚ ਵੀ ਸ਼ਬਦ ਲਫ਼ਜ਼ ਆਇਆ, ਦੋਨਾਂ ਵਿੱਚ ਬਹੁਤ ਫਰਕ ਹੈ। ਪਹਿਲੇ ਸ਼ਬਦ ਦੇ ਦੱਦੇ ਨੂੰ ਔਂਕੜ ਹੈ, ਉਹ ਹੈ ਸਾਡਾ ਫਲ। ਦੂਸਰੇ ਕੀ ਕਹਿੰਦੇ ਸ਼ਬਦ ਵਿੱਚ ਆਇਆ, ਸ਼ਬਦ ਦੇ ਵਿੱਚ, ਸ਼ਬਦ ਦੇ ਦੁਆਰਾ, ਸ਼ਬਦ ਦੇ ਰਾਹੀਂ, ਸ਼ਬਦ ਨੂੰ ਮਿਲ ਕੇ। ਪਹਿਲੇ ਸ਼ਬਦ ਹੈ ਸ਼ਬਦ ਦੀ ਅੰਦਰ ਵਾਲੀ ਕਾਇਆ ਦੀ ਵਿਚਾਰ। ਸ਼ਬਦ ਨਾਲ ਜਦੋਂ ਅਸੀਂ ਕਰਾਂਗੇ, ਸ਼ਬਦ ਹੀ ਕੰਚਨ ਹੈ, ਸ਼ਬਦ ਹੀ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਕੰਚਨ ਹੈ। ਗੁਰਬਾਣੀ ਇਸ ਨੂੰ ਬੜਾ ਕੀਮਤੀ ਆਖਦੀ ਹੈ। ਤਾਂ ਕਹਿੰਦੇ ਤੁਹਾਨੂੰ ਇਹ ਮਨ ਜੈਸਾ ਸੇਵੈ ਤੈਸਾ ਹੋਏ। ਸ਼ਬਦ ਦੀ ਵਿਚਾਰ ਕੀਤੀ, ਅੰਦਰ ਵਸਦੇ ਜਿਹੜਾ ਅੰਦਰ ਸ਼ਬਦ ਵਸ ਰਿਹਾ, ਸ਼ਬਦ ਹੀ ਸਰੂਪ ਹੋ ਗਿਆ। ਅੰਦਰ ਵਸਦੇ ਹਰ ਜੀ ਨੂੰ, ਜਿਸ ਨੂੰ ਕਹਿੰਦੇ ਨੇ ਰੱਬ ਜੀ, ਜਿਸ ਨੂੰ ਕਹਿੰਦੇ ਨੇ ਸੱਚੀ ਬਾਣੀ, ਅਨ ਦਿਨ ਹਰ ਸੇਵਿਓ। ਜਿਸ ਨੇ ਅੰਦਰ ਵਸਦੇ ਰੱਬ ਦੀ ਭਾਵ ਸੱਚੀ ਬਾਣੀ ਨੂੰ ਸੇਵਿਆ, ਉਹ ਗੁਰਬਾਣੀ ਬਣ ਗਿਆ। ਜਿਸ ਨੂੰ ਕਹਿੰਦੇ ਗੁਰਬਾਣੀ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਅੰਦਰ ਵਸਦੇ ਗੁਰਬਾਣੀ ਰੂਪੀ ਰੱਬ ਨੂੰ ਜਿਹੜਾ ਸੇਵਦਾ ਹੈ, ਉਹ ਗੁਰਬਾਣੀ ਦਾ ਸਰੂਪ ਹੋ ਜਾਂਦਾ ਹੈ। ਉਹਦੇ ਵਿਚਾਰ ਗੁਰਬਾਣੀ ਵਾਲੇ ਵਿਚਾਰ ਬਣ ਜਾਂਦੇ। ਉਹਦੇ ਅੰਦਰ ਪੂਰੀ ਸ੍ਰਿਸ਼ਟੀ ਦੇ ਵਿੱਚ, ਉਹਦੇ ਪੂਰੇ ਜੱਗ ਦੇ ਵਿੱਚ, ਪੂਰੇ ਆਕਾਰ ਵਿੱਚ ਗੁਰਬਾਣੀ ਵਰਤ ਜਾਂਦੀ ਹੈ। ਇਸ ਨੂੰ ਕਹਿੰਦੇ ਨੇ ਗੁਰਬਾਣੀ ਵਰਤੀ ਜੁਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਇਹ ਗੁਰਬਾਣੀ ਵਰਤ ਜਾਂਦੀ ਹੈ। ਇਹ ਹੈ ਕੰਚਨ ਕਾਇਆ। ਇਸ ਤਰ੍ਹਾਂ ਕਾਇਆ ਕੰਚਨ ਹੁੰਦੀ ਹੈ। ਕੰਚਨ ਹੁੰਦੀ ਹੈ ਭਾਵ ਸ਼ਬਦ ਸਰੂਪ ਹੁੰਦੀ ਹੈ। ਸਾਡੀ ਜਿਹੜੀ ਕਾਇਆ ਦਾ ਸਰੂਪ ਕੀ ਹੈ? ਸਾਡੇ ਵਿਚਾਰ। ਸਾਨੂੰ ਸ਼ਬਦ ਦੀ ਪ੍ਰਾਪਤੀ ਹੋਏਗੀ ਜਦੋਂ ਪਰਖ ਹੋਏਗੀ। ਕਦੋਂ? ਪਹਿਲਾਂ ਸਾਨੂੰ ਭਰੋਸਾ ਹੋਏਗਾ ਸ਼ਬਦ ਤੇ ਕਿ ਸ਼ਬਦ ਹੀ ਰੱਬ ਹੈ ਔਰ ਸਾਡੇ ਅੰਦਰ ਵਸ ਰਿਹਾ। ਬਾਣੀ ਹੀ ਨਿਰੰਕਾਰ ਹੈ ਔਰ ਉਹ ਸਾਡੇ ਅੰਦਰ ਹੈ। ਤਿੱਥੈ ਹਰ ਵਸੈ, ਕਾਇਆ ਵਿੱਚ। ਫਿਰ ਕੀ ਹੋਏਗਾ? ਜਦੋਂ ਸਾਡੇ ਵਿਚਾਰ ਸ਼ਬਦ ਸਰੂਪ ਹੋ ਜਾਣਗੇ, ਫਿਰ ਉਹ ਸ਼ਬਦਾਂ ਨੂੰ ਅਨ ਦਿਨ ਹਰ ਸੇਵਿਓ ਸੱਚੀ ਬਾਣੀ। ਸਾਰੀ ਸ੍ਰਿਸ਼ਟੀ ਦੇ ਅੰਦਰਲੇ ਜੀ ਜੰਤ ਉਸ ਬਾਣੀ ਨੂੰ ਸੇਵਦੇ ਨੇ, ਭਾਵ ਉਹਦੀ ਸੇਵਾ ਹੀ ਕਰਨਗੇ, ਕਿਉਂਕਿ ਉਹਨਾਂ ਨੂੰ ਮਿਲ ਹੀ ਉਹ ਦਾਤ ਰਹੀ ਹੈ ਅੰਦਰੋਂ। ਹਰ ਜੀਓ ਸ਼ਬਦ ਦੇ ਵਿੱਚ ਉਹਨਾਂ ਨੂੰ ਮਿਲਾ ਲੈ ਕੇ ਆਪਣੇ ਨਾਲ ਮਿਲਾ ਲੇਗਾ। ਸ਼ਬਦ ਦੇ ਵਿੱਚ ਮਿਲਣਾ ਹੀ ਰੱਬ ਨਾਲ ਮਿਲਣਾ ਹੈ। ਸ਼ਬਦ ਨੂੰ ਪ੍ਰਾਪਤ ਕਰਨਾ ਹੀ ਰੱਬ ਨਾਲ ਪ੍ਰਾਪਤੀ ਹੈ। ਸ਼ਬਦ ਦੇ ਦੁਆਰਾ ਆਪਣੇ ਆਪ ਨੂੰ ਸਵਾਰਨਾ ਹੀ ਰੱਬ ਨੂੰ ਪਾਉਣਾ ਹੈ। ਸ਼ਬਦ ਦੇ ਦੁਆਰਾ ਆਪਣੇ ਆਪ ਨੂੰ ਸਵਾਰ ਕੇ ਆਪਣੇ ਅੰਦਰ ਸ਼ਬਦ ਦੀ ਵਿਚਾਰਧਾਰਾ ਧਾਰਨ ਕਰਨਾ ਹੀ ਰੱਬ ਜੀ ਨੂੰ ਪ੍ਰਾਪਤ ਕਰਨਾ ਹੈ। ਇਹ ਸਾਡਾ ਭੁਲੇਖਾ ਹੈ ਕਿ ਰੱਬ ਜੀ ਕਿੱਥੇ ਬਾਹਰ ਬੈਠੇ, ਤੇ ਉਸ ਨੂੰ ਪ੍ਰਾਪਤ ਕਰਨ ਦੇ ਨਾਲ ਕੁਝ ਬਹੁਤ ਵੱਡਾ ਸਾਡਾ ਸਰੂਪ ਵੀ ਬਦਲ ਜਾਏਗਾ। ਇਸ ਤਰ੍ਹਾਂ ਨਹੀਂ ਹੋਏਗਾ। ਸ਼ਬਦ ਦੇ ਵਿੱਚ ਮਿਲਣਾ ਹੀ, ਸ਼ਬਦ ਦੇ ਵਿੱਚ ਮਿਲ ਕੇ ਜਿਸ ਆਪਣੇ ਆਪ ਨੂੰ ਸਵਾਰਨਾ ਹੀ ਰੱਬ ਨੂੰ ਮਿਲਣਾ। ਇਸੇ ਨੂੰ ਕਹਿੰਦੇ ਨੇ ਆਪ ਸਵਾਰੈ ਮੈਂ ਮਿਲੈ। ਰੱਬ ਨੂੰ ਮਿਲਣਾ ਕਹਿੰਦੇ ਆਪਣੇ ਆਪ ਨੂੰ ਸਵਾਰ ਲੈ। ਸਵਾਰਨਾ ਕਿਹਦੇ ਨਾਲ? ਅੰਦਰ ਜੋ ਤੈਨੂੰ ਆਵਾਜ਼ ਆ ਰਹੀ ਹੈ, ਉਸ ਆਵਾਜ਼ ਨੂੰ ਸੁਣ ਕੇ ਉਸ ਤੇ ਅਮਲ ਕਰਿਆ ਕਰ। ਉਸ ਦੇ ਨਾਲ ਤੂੰ ਸਵਰ ਜਾਏਗਾ।
ਆਪ ਸਵਾਰ ਹੈ ਬਸ ਮੈਂ ਮਿਲਾਂ, ਮੈਂ ਹੀ ਪ੍ਰਗਟ ਹੋ ਜਾਵਾਂਗਾ। ਉਹ ਅੰਦਰ ਬੈਠਾ ਹੈ ਪ੍ਰਮਾਤਮਾ ਜੀ, ਉਹ ਸਾਨੂੰ ਇਹ ਇਸ ਸ਼ਬਦ ਦੇ ਵਿੱਚ ਦੇਖਣਾ ਸਤਿਗੁਰੂ ਜੀ ਸਟੈਪ ਬਾਈ ਸਟੈਪ ਸਾਨੂੰ ਇਹ ਅਵਸਥਾ ਵੱਲ ਲੈ ਕੇ ਜਾਣਗੇ। ਹਾਂਜੀ ਧੰਨਵਾਦ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਆਪ ਜੀ ਸਮਝਾਣਾ ਕਰਦੇ ਹੋ। ਬਿਲਕੁਲ ਧਰਤੀ ਦੇ ਵਿੱਚ ਅਸੀਂ ਜਿਹੜਾ ਬੀਜ ਪਾਈਏ ਨਾ, ਜੇ ਜ਼ਹਿਰੀਲਾ ਬੂਟਾ ਪਾਈਏ ਉਹ ਵੀ ਉੱਗ ਜਾਂਦਾ ਹੈ, ਜੇ ਅੰਮ੍ਰਿਤ ਦਾ ਬੂਟਾ ਕੋਈ ਪਾਈਏ ਤੇ ਉਹ ਵੀ ਉੱਗ ਜਾਂਦਾ। ਤੇ ਇਹ ਮਨ ਵੀ ਧਰਤੀ ਦੀ ਤਰ੍ਹਾਂ, ਮਨ ਦੇ ਵਿੱਚ ਵੀ ਜਿਹੜਾ ਬੀਜ ਪਾਈਏ ਉਹੀਓ ਬੀਜ ਪ੍ਰਫੁੱਲਿਤ ਹੋ ਜਾਂਦਾ। ਤੇ ਬੀਜ ਕਿਹੜਾ ਪਾਣਾ ਹੈ, ਗੁਰੂ ਨੂੰ ਪੁੱਛ ਲਈਏ ਕਿਹੜਾ ਬੀਜ ਪਾਈਏ। ਗੁਰੂ ਸਮਝਾਉਂਦੇ ਨੇ, ਕਿਸਾਨ ਸਿਆਣਾ ਕਿਸਾਨ ਹੈ ਨਾ, ਉਹਨੂੰ ਪਤਾ ਹੈ ਕਿ ਕਿਹੜਾ ਬੂਟ, ਕਿਹੜੇ ਬੂਟੇ ਨੂੰ ਮੈਂ ਉਖਾੜ ਕੇ ਸੁੱਟ ਦੇਣਾ ਹੈ ਕਿ ਮੇਰੀ ਬਾਕੀ ਫਸਲ ਖਰਾਬ ਨਾ ਹੋ ਜਾਏ, ਤੇ ਕਿਹੜੇ ਬੂਟੇ ਨੂੰ ਮੈਂ ਉਗਾਉਣਾ ਹੈ। ਬਸ ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ। ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਚੱਲਣਾ ਕਰੀਏ ਕਿ ਸਾਡੀ ਜਿਹੜੇ ਮਨ ਦੀ ਫਸਲ ਹੈ ਉਹ ਹਰਿਆਵਲੀ ਹੋ ਸਕੇ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ, ਹਾਂਜੀ ਆਇਆਂ ਨੂੰ ਵੀਰ ਜੀ। 21ਵੇਂ ਸੋਲੇ ਦੇ ਪਹਿਲੇ ਪਦੇ ਦਾ ਪਾਠ ਹੋਇਆ। ਵੀਰ ਜੀ ਆਵਾਜ਼ ਆਪ ਜੀ ਦੀ ਅਜੇ ਤੱਕ ਨਹੀਂ ਆ ਰਹੀ। ਹਾਂਜੀ प्लीज, अजय भी नहीं आवाज नहीं आ रही जी। ਵੀਰ ਜੀ ਆਪ ਜੀ ਦੀ ਆਵਾਜ਼ ਨਹੀਂ ਆ ਰਹੀ। हाँ आप जी बोल रहे हो लेकिन साढ़े को आवाज नहीं आ रही। प्लीज वीर जी ज्वाइन थ्रू इंटरनेट, नेट थ्रू दोबारा ज्वाइन कर लिया जी। नहीं ਵੀਰ ਜੀ नहीं आ रही, आप जी बोल रहे हो लेकिन इतनी आवाज नहीं आ रही। नहीं ਵੀਰ ਜੀ नहीं, मुझे नहीं आ रही। ਤੁਸੀਂ ਮਿਊਟ ਵਾਲੇ ਬਟਨ ਨੂੰ ਦਬਾਓਗੇ ਨਾ, ਉੱਤੇ ਆ ਜਾਏਗਾ ਜੁਆਇਨ ਥਰੂ ਨੈਟ ਆ ਜਾਏਗਾ, ਉਸ ਨੂੰ ਫਿਰ ਤੁਸੀਂ ਜੁਆਇਨ ਕਰਿਆ। ਹਾਂ ਵੀਰ ਜੀ ਹੁਣ ਔਨ ਦੁਬਾਰਾ ਔਨ ਕਰਿਓ, ਦੁਬਾਰਾ ਔਨ ਕਰਿਓ ਭੁਪਿੰਦਰ ਵੀਰ ਜੀ। ऑफ ऑडियो, हाँ जी हुन बोलियो। नहीं ਵੀਰ ਜੀ आज नहीं आ रही ਵੀਰ ਜੀ आवाज नहीं आ ਤੁਸੀਂ रही। ਵੀਰ ਜੀ ਰੀਜੁਆਇਨ ਕਰਿਆ ਜੇ, ਤਦ ਤੱਕ ਇਕਬਾਲ ਵੀਰ ਜੀ ਨੇ ਜੁਆਇਨ ਕੀਤਾ। हाँ ਵੀਰ ਜੀ आप जी रीजॉइन करो करके दोबारा करिए जी। इकबाल वीर जी जी आया नो, आप जी प्लीज विचार रखिए जी। हाँ जी, वाहिगुरु जी का खालसा वाहिगुरु जी की फतेह जी। फतेह वीर जी। खाया कंचन शब्द विचारा, शब्द ਦੀ ਵਿਚਾਰ ਦੇ ਰਾਹੀਂ ਜਿਹੜੀ ਕਾਇਆ ਕੰਚਨ ਹੋ ਜਾਂਦੀ ਹੈ, ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ, ਵਿਕਾਰਾਂ ਰਹਿਤ ਹੋ ਜਾਂਦੀ ਹੈ। ਜਿੱਥੇ ਹਰ ਵਸੈ ਉੱਥੇ ਹੀ ਹਰ ਵਸਦਾ ਹੈ। ਉਸ ਕਾਇਆ ਦੇ ਅੰਦਰ ਹਰੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਭਾਵ ਉਹਦੇ ਕਰਮ ਇੰਦਰੇ, ਗਿਆਨ ਇੰਦਰੇ ਜਿਹੜੇ ਹੈ ਉਸ ਕਾਇਆ ਦੇ, ਕਿਉਂਕਿ ਕਾਇਆ ਦੇ ਵਿੱਚ ਸਾਰੇ ਕਰਮ ਇੰਦਰੇ, ਗਿਆਨ ਇੰਦਰੇ ਕਾਇਆ ਦੇ ਬਣਦੇ ਹਨ, ਇਕੱਲਾ ਮਨ ਨਹੀਂ ਹੈ। ਜਿੱਥੇ ਹਰ ਵਸੈ ਉੱਥੇ ਹਰੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਉਸ ਸਾਰੀ ਕਾਇਆ ਦੇ ਵਿੱਚ ਹਰੀ ਪਰਮਾਤਮਾ ਦਾ ਰਾਜ ਚੱਲਦਾ, ਹੁਕਮ ਚੱਲਦਾ। ਉਹਦੇ ਨਿਯਮ ਸਿਧਾਂਤ ਅਨੁਸਾਰ ਉਹ ਜਿਹੜੀ ਕਾਇਆ, ਕਰਮ ਇੰਦਰੇ, ਗਿਆਨ ਇੰਦਰੇ ਹੈ, ਉਹ ਚੱਲਦੇ। ਜਿਸ ਦਾ ਅੰਤ ਨਾ ਪਾਰਾਵਾਰ, ਜਿਸ ਹਰੀ ਦਾ, ਜਿਹੜਾ ਹਰੀ ਵਸਦਾ ਆ, ਉਹਦਾ ਕੋਈ ਅੰਤ ਪਾਰਾਵਾਰਾ ਇਹ ਜਿਹੜਾ ਆਪਾਂ ਨਹੀਂ ਪਾ ਸਕਦੇ। ਉਹ ਕਿਵੇਂ? ਉਹ ਸ਼ਬਦ ਦੀ ਵਿਚਾਰ ਰਾਹੀਂ ਸਾਨੂੰ ਇਹ ਸਾਰਾ ਗਿਆਨ ਮਿਲਦਾ ਹੈ। ਸ਼ਬਦ ਦੀ ਵਿਚਾਰ ਰਾਹੀਂ ਸਾਡੇ ਅੰਦਰ ਉਹ ਪ੍ਰਗਟ ਹੁੰਦਾ ਹੈ, ਤੇ ਉਹ ਪ੍ਰਗਟ ਹੋਇਆ ਹਰੀ ਪਰਮਾਤਮਾ, ਜਿਸ ਦਾ ਬੇਅੰਤ ਹੀ ਉਹਨੂੰ ਕਿਹਾ ਜਾ ਸਕਦਾ। ਉਹਦਾ ਪਾਰਾਵਾਰ, ਆਰਲਾ ਪੰਨਾ ਪਾਰਲਾ ਪੰਨਾ, ਉਹਦਾ ਮਿਥਿਆ ਨਹੀਂ ਜਾ ਸਕਦਾ। ਜਿਸ ਦਾ ਅੰਤ ਨਾ ਪਾਰਾਵਾਰ, ਅਨ ਦਿਨ ਹਰ ਸੇਵੋ। ਸਾਨੂੰ ਹੁਕਮ ਹੈ ਇੱਥੇ ਵੀ ਭਾਈ ਦਿਨ ਰਾਤ ਉਸ ਹਰੀ ਪਰਮਾਤਮਾ ਨੂੰ, ਜਿਹੜਾ ਇਸ ਸਰੀਰ ਕੰਚਨ ਕਾਇਆ ਦੇ ਅੰਦਰ, ਜਿਹੜੀ ਪਵਿੱਤਰ ਸਰੀਰ ਦੇ ਅੰਦਰ ਸ਼ਬਦ ਦੇ ਰਾਹੀਂ ਪ੍ਰਗਟ ਹੋਇਆ ਹੈ, ਉਸਨੂੰ ਸੇਵੋ, ਹਰ ਸੇਵੋ ਹੋ ਦਿਨ ਰਾਤ, ਅਨ ਦਿਨ ਰਾਤ। ਫਿਰ ਉਸ ਹਰੀ ਪਰਮਾਤਮਾ ਦੇ ਵਿੱਚ ਦਿਨ ਰਾਤ ਲੀਨ ਰਹੋ। ਉਹਦੇ ਹੁਕਮ, ਨਿਯਮ, ਸਿਧਾਂਤ, ਸਿੱਖਿਆ ਦੇ ਉੱਪਰ ਦਿਨ ਰਾਤ ਅਮਲ ਕਰੋ। ਸੱਚੀ ਬਾਣੀ, ਅਨ ਦਿਨ ਹਰ ਸੇਵੋ ਸੱਚੀ ਬਾਣੀ, ਇੱਥੇ ਵਿਸ਼ਰਾਮ ਹੈ। ਸੱਚੀ ਬਾਣੀ ਦੇ ਨਾਲ ਹਮੇਸ਼ਾ ਦਿਨ ਰਾਤ ਜੁੜਿਆ ਕਰੋ। ਹਰ ਜੀਵ ਸ਼ਬਦ ਮਿਲਾਇਆ ਜਾਂਦਾ। ਤੇ ਜਿਹੜਾ ਜੀਵ, ਜਿਹੜੀ ਕਾਇਆ ਸ਼ਬਦ ਦੇ ਵਿੱਚ ਰੱਤੀ ਰਹਿੰਦੀ ਹੈ, ਹਰੀ ਪਰਮਾਤਮਾ ਹਰ ਜੀਵ ਸ਼ਬਦ ਮਿਲਾ,
ਉਸ ਨੂੰ ਆਪਣੇ ਨਾਲ ਸ਼ਬਦ ਦੇ ਰਾਹੀਂ ਇੱਕਮਿਕ ਕਰ ਲੈਂਦਾ ਹੈ। ਭਾਵ ਕੰਚਨ ਸ਼ਬਦ ਦੀ ਵਿਚਾਰ ਕਰਨ ਵਾਲਾ ਜਿਹੜਾ ਜੀਵ ਹੈ, ਉਹਨੂੰ ਫਿਰ ਜਿਹੜਾ ਦਿਨ ਰਾਤ ਸ਼ਬਦ ਦੀ ਵਿਚਾਰ ਵਿੱਚ ਰਤਿਆ ਰਹਿੰਦਾ ਹੈ, ਹਰੀ ਪਰਮਾਤਮਾ ਨੂੰ ਸ਼ਬਦ ਦੇ ਦੁਆਰਾ ਆਪਣੇ ਨਾਲ ਇੱਕਮਿਕ ਕਰ ਲੈਂਦਾ ਹੈ। ਭਾਵ ਕਿ ਉਹਦੇ ਵਿੱਚ ਉਹ ਸਾਰੇ ਗੁਣ ਪ੍ਰਗਟ ਹੋ ਜਾਂਦੇ ਹਨ ਜੋ ਗੁਣ ਪਰਮਾਤਮਾ ਦੇ ਹਨ, ਜੋ ਗੁਣ ਨਿਰਮਲ ਪਵਿੱਤਰ ਵਿਕਾਰਾਂ ਰਹਿਤ ਹੈ, ਕੰਚਨ ਹਨ, ਉਹ ਗੁਣਾਂ ਦੇ ਨਾਲ ਆਪਣਾ ਜੀਵਨ ਬਤੀਤ ਕਰ ਲੈਂਦਾ। ਭਾਵ ਕਿ ਉਹ ਹਰੀ ਦੀ ਜੋਤ ਵਿੱਚ, ਹਰੀ ਦੇ ਉਪਦੇਸ਼ ਸਿੱਖਿਆ ਵਿੱਚ, ਹਰੀ ਦੇ ਹੀ ਗੁਣਾਂ ਵਿੱਚ ਸਦਾ ਹੀ ਆਪਣਾ ਗੁਣ ਗਾਉਂਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਹਰੀ ਪਰਮਾਤਮਾ ਨੂੰ ਆਪਣੇ ਸਦਾ ਹੀ ਗੁਣਾਂ ਵਿੱਚ ਟਿਕਾਈ ਰੱਖਦਾ, ਮਲਾਈ ਰੱਖਦਾ। ਹਰ ਜੀਓ ਸ਼ਬਦ ਮਿਲਾਵੇ, ਸ਼ਬਦ ਦੇ ਰਾਹੀਂ ਉਹਨੂੰ ਆਪਣੇ ਨਾਲ ਸਦਾ ਇੱਕਮਿਕ ਕਰੀ ਰੱਖਦਾ ਹੈ ਜੀ। ਧੰਨਵਾਦ ਵੀਰ ਜੀ। ਬਿਲਕੁਲ ਐਨ ਸ਼ਬਦ ਦੇ ਉੱਤੇ ਆਪ ਟਿਕ ਕੇ ਵਿਚਾਰ ਦਿੰਦੇ ਹੋ ਬੜੀ ਖੂਬਸੂਰਤੀ ਦੇ ਨਾਲ। ਸ਼ਬਦ ਜਿਸ ਹਿਰਦੇ ਵਿੱਚ ਸ਼ਬਦ ਵਸ ਜਾਏ ਉਹ ਕਾਇਆ ਕੰਚਨ ਵਰਗੀ ਹੋ ਜਾਂਦੀ ਹੈ ਤੇ ਕੰਚਨ ਵਰਗੀ ਕਾਇਆ ਵਿੱਚ ਹੀ ਹਰੀ ਆ ਕੇ ਵਸ ਜਾਂਦਾ। ਔਰ ਅਨਦਿਨ ਹਰ ਵਕਤ ਹਰੀ ਨੂੰ ਸੇਵਦੇ ਰਹੀਏ। ਹਰ ਵਕਤ ਅਸੀਂ ਅਕਸਰ ਮਾਇਆ ਨੂੰ ਕਦੀ ਸੇਵਦੇ ਹਾਂ, ਕਦੀ ਹਰੀ ਨੂੰ ਸੇਵਦੇ ਹਾਂ, ਕਦੀ ਇੱਕ ਪੌੜੀ ਉੱਪਰ ਚੜ ਜਾਂਦੇ ਹਾਂ, ਕਦੀ ਇੱਕ ਦੋ ਪੌੜੀਆਂ ਥੱਲੇ ਉਤਰ ਜਾਂਦੇ ਹਾਂ। ਜ਼ਿੰਦਗੀ ਇਸੇ ਤਰੀਕੇ ਦੇ ਨਾਲ ਬੀਤ ਜਾਂਦੀ ਹੈ, ਅਸੀਂ ਟਿੱਕੇ ਉੱਤੇ ਦੇ ਉੱਤੇ ਹੀ ਰਹਿੰਦੇ ਹਾਂ ਤੇ ਜਦੋਂ ਅਸੀਂ ਇੱਕ ਪੌੜੀ ਚੜ੍ਹਦੇ ਹਾਂ ਉਹ ਅਸੀਂ ਯਾਦ ਵਿੱਚ ਰੱਖ ਲੈਂਦੇ ਹਾਂ ਤੇ ਅਸੀਂ ਸੋਚਦੇ ਹਾਂ ਅਸੀਂ ਬਹੁਤ ਉੱਤੇ ਚੜ੍ਹ ਗਏ ਹੋਣੇ ਆ, ਬਹੁਤ ਉਚਾਈ ਤੇ ਪਹੁੰਚ ਗਏ ਹੋਣੇ ਆ, ਲੇਕਿਨ ਇਹ ਧਿਆਨ ਨਹੀਂ ਰਹਿੰਦਾ ਕਿ ਅਸੀਂ ਨਾਲ ਦੇ ਨਾਲ ਪੌੜੀਆਂ ਉਤਰ ਵੀ ਜਾਂਦੇ ਹਾਂ। ਮਾਇਆ ਦੇ ਪ੍ਰਭਾਵ ਹੇਠ ਪੌੜੀਆਂ ਉਤਰੀ ਵੀ ਜਾਂਦੇ ਆ। ਕਦੀ ਗੁਰੂ ਦੇ ਸ਼ਬਦ ਨਾਲ 2 ਪੌੜੀਆਂ ਚੜ੍ਹ ਗਏ, ਕਦੀ ਮਾਇਆ ਪ੍ਰਭਾਵ ਹੇਠ 2 ਪੌੜੀਆਂ ਉਤਰ ਗਏ ਜੀ। ਧੰਨਵਾਦ ਵੀਰ ਜੀ। ਭੁਪਿੰਦਰ ਵੀਰ ਜੀ ਪਲੀਜ਼ ਆਪ ਵਿਚਾਰ ਰੱਖਿਆ ਜੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਆ ਰਹੀ ਆਵਾਜ਼? ਹਾਂਜੀ, ਫਤਿਹ ਵੀਰ ਜੀ। ਅੱਛਾ, ਇਸ ਸ਼ਬਦ ਦੇ ਅੰਦਰ ਨਾ ਹੁਣ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਹਰ ਸ਼ਬਦ ਦੇ ਉੱਤੇ ਇਹ ਮਾਰੂ ਸੋਲੇ ਦੇ ਪਹਿਲਾਂ ਉਹਦੀ ਪੋਜ਼ਿਟਿਵ ਵਾਲੀ ਅਵਸਥਾ ਸਮਝਾ ਦਿੰਦੇ ਨੇ ਸਾਨੂੰ। ਹੁਣ ਇਸ ਸ਼ਬਦ ਦੇ ਅੰਦਰ ਪਹਿਲੀ ਗੱਲ ਤੇ ਇਹ ਸ਼ੁਰੂ ਹੋਏਗੀ, ਜੇ ਅਸੀਂ ਸ਼ਬਦ ਵਿਚਾਰ ਨਹੀਂ ਕਰਦੇ ਹਾਂ ਨਾ ਤਾਂ ਸਾਡੀ ਜਿਹੜੀ ਅਵਸਥਾ ਹੁੰਦੀ ਹੈ ਨਾ ਉਹਨੂੰ ਮਿੱਟੀ ਕਹਿੰਦੇ ਨੇ। ਇਹਨੂੰ ਅਸੀਂ ਮਿੱਟੀ ਤੋਂ ਕੰਚਨ ਬਣਾਉਣਾ ਹੈ। देयर इज नो डाउट कि ਭਾਵੇਂ ਕੋਈ ਸ਼ਰੀਫ ਹੈ ਤੇ ਭਾਵੇਂ ਕੋਈ ਬਦਮਾਸ਼ ਹੈ, ਹਰ ਕਿਸੇ ਦੇ ਅੰਦਰ ਰੱਬ ਜੀ ਆਲਰੇਡੀ ਵਸਦੇ ਨੇ। ਜੇਕਰ ਉਹ ਕੰਚਨ ਬਣਾਏਗਾ ਤਾਂ ਮਾਨੋ ਉਹਨੇ ਨਿਜ ਕਰਦੇ ਰੱਬ ਜੀ ਦੇ ਨਾਲ ਇੱਕ ਮਿਕਤਾ ਪ੍ਰਾਪਤ ਕੀਤੀ ਹੈ, ਇਸ ਕਰਕੇ ਉਹ ਕੰਚਨ ਬਣਿਆ। ਕੰਚਨ ਕਾਇਆ ਕੋਟਗੜ ਵਿੱਚ ਹਰ ਸਿੱਧਾ ਤਾਂ ਹੀ ਹੋਏਗਾ ਨਾ। ਹੁਣ ਅਸੀਂ ਇਹ ਮੰਨ ਕੇ ਚਲਦੇ ਹਾਂ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਸ ਸ਼ਬਦ ਦੇ ਅੰਦਰ ਹੁਣ ਅਸੀਂ ਐਂਟਰ ਕਰਨ ਤੋਂ ਪਹਿਲਾਂ ਕਾਇਆ ਜਿਹੜਾ ਕੱਲ ਦਾ ਸ਼ਬਦ ਸੀ, ਕੱਲ ਮੈਂ ਬਾਈ ਚਾਂਸ ਐਬਸੈਂਟ ਸੀ ਪਰ ਮੈਂ ਉਹਦਾ ਰੈਫਰੈਂਸ ਲਵਾਂਗਾ। ਕਾਇਆ ਕੋਟ ਅਤ ਪਾਰਾ, ਪਿਛਲੇ ਸ਼ਬਦ ਦੇ ਜਿਹੜਾ 14ਵਾਂ ਬੰਦ ਸੀ ਉਹਦੇ ਵਿੱਚ ਕਾਇਆ ਕੋਟ ਦੇ ਮਤਲਬ ਕਾਇਆ ਦੇ ਅੰਦਰ ਜਿਹੜਾ ਕਿਲਾ ਹੈ, ਉਸ ਕਿਲੇ ਦੇ ਅੰਦਰ ਮਨ ਅੰਦਰ ਰਹਿਣ ਵਾਲੇ ਰੱਬ ਜੀ ਨਾਲ ਮਰਜ ਹੋ ਗਿਆ। ਇਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ। ਪ੍ਰਭ ਕੌਣ ਹੈ? ਪ੍ਰਭ ਉਹੀ ਮਨ ਹੈ ਜਿਹੜਾ ਰੱਬ ਜੀ ਨਾਲ ਮਰਜ ਹੋ ਗਿਆ। ਉੱਥੇ ਜਿਹੜਾ ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ, ਉੱਥੇ ਪ੍ਰਭ ਐਂਟਰ ਕਰ ਚੁੱਕਾ ਹੈ ਔਰ ਫਿਰ ਉੱਥੇ ਸਤਿਗੁਰ ਦੀ ਮੱਤ ਦੇ ਨਾਲ ਸਟੇਬਲ ਰਹਿੰਦਾ ਹੈ। ਸੱਚਾ ਨਿਆਉ ਸੱਚੋ ਵਾਪਾਰਾ ਨੇਚਲ ਵਾਸਾ ਪਾਈਂਦਾ। ਇਹ ਪਿਛਲੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਵਾਲੀ ਅਵਸਥਾ ਦ੍ਰਿੜ ਕਰਾ ਦਿੱਤੀ ਹੈ। ਅੰਤਰ ਘਰ ਬੰਕੇ ਥਾਨ ਸੁਹਾਇਆ, ਉਹ ਉੱਥੇ ਹੁਣ ਸ਼ੋਭਦਾ ਹੈ। ਹੁਣ ਉੱਥੇ ਉਹਨੂੰ ਉਹ ਥਾਨ ਪ੍ਰਾਪਤ ਹੋ ਗਿਆ। ਗੁਰੂ ਦੀ ਮੱਤ ਲੈ ਕੇ ਗੁਰਮੁਖ ਵਿਰਲਾ ਕਿਨੇ ਥਾਨ ਪਾਇਆ, ਉਹਨੂੰ ਉਹ ਥਾਨ ਪ੍ਰਾਪਤ ਹੋ ਗਿਆ। ਸਾਨੂੰ ਇਹ ਗੁਰੂ ਸਾਹਿਬ ਨੇ ਅੰਦਰ ਦੇ ਮਹਿਲ ਦੇ ਅੰਦਰ ਮਨ ਨੂੰ ਲਿਜਾ ਕੇ ਉਹਨੂੰ ਅੰਦਰ ਟਿਕਾ ਕੇ ਉਹਨੂੰ ਅੰਦਰ ਮਰਜ ਕਰਾ ਕੇ ਦੀ ਪੂਰੀ ਅਵਸਥਾ ਦ੍ਰਿੜਾ ਦਿੱਤੀ ਹੈ ਪਿਛਲੇ ਪਦੇ ਵਿੱਚ ਵੀ।
ਹੁਣ ਕਹਿੰਦੇ ਨੇ ਇਤ ਸਾਥ ਨਿਭੈ ਸਲਾਹੇ ਸੱਚੇ ਹਰ ਸੱਚਾ ਮਨ ਵਸਾਇਂਦਾ। ਉਹ ਸੱਚ ਨੂੰ ਮਨ ਵਿੱਚ ਵਸਾ ਕੇ ਆਪਣੇ ਸਾਰੇ ਇੰਦਰੀਆਂ ਗਿਆਨ ਇੰਦਰੀਆਂ ਦੇ ਨਾਲ ਉਹਨਾਂ ਦੀ ਸਲਾਹ ਮਸ਼ਵਰਾ ਕਰਕੇ ਉਹਦੀ ਵਡਿਆਈਆਂ ਦੇ ਗੁਣ ਗਾ ਕੇ ਉਹਨਾਂ ਦੇ ਨਾਲ ਇੱਕ ਮਿਕ ਰਹਿੰਦਾ ਹੈ। ਮੇਰਾ ਕਰਤਾ ਇੱਕ ਬਣਤ ਬਣਾਈ। ਹੁਣ ਉੱਥੇ ਮਨ ਕਰਤਾ ਬਣ ਗਿਆ। ਇਸ ਦੇਹੀ ਵਿੱਚ ਸਭ ਵਤ ਪਾਈ। ਇਸ ਦੇਹੀ ਅੰਦਰ ਤੇ ਸਭ ਵਤ ਆਲਰੇਡੀ ਸੀ, ਪਰ ਮਨ ਕਰਕੇ ਪ੍ਰਾਪਤ ਨਹੀਂ ਹੁੰਦੀ ਸੀ। ਜਦੋਂ ਮਨ ਨਿਜ ਘਰ ਅੰਦਰ ਮਰਜ ਹੋਇਆ ਨਾ, ਤਾਂ ਉਹਨੂੰ ਸਤਿਗੁਰ ਦੀ ਮਤ ਪ੍ਰਾਪਤ ਹੋ ਗਈ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਹੁਣ ਉੱਥੇ ਉਹਨੇ ਬਣਤ ਬਣਾਈ। ਕੀ ਬਣਤ ਬਣਾਈ? ਸਾਰੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਨਾਲ ਸੱਚ ਦਾ ਵਪਾਰ ਕਰਕੇ ਨਾਲ ਮਿਲਾ ਲਿਆ। ਨਾਨਕ ਨਾਮ ਵਣੰਜੈ ਰੰਗ ਰਾਤੇ ਗੁਰਮੁਖ ਕੋ ਨਾਮ ਪਾਇੰਦਾ। ਇਹ ਸਾਨੂੰ ਨਾ ਪਿਛਲੇ ਪਦ ਵਿੱਚ ਗੁਰੂ ਸਾਹਿਬ ਨੇ ਸਿਖਾਇਆ। ਮਰਜ ਹੋ ਗਿਆ ਜਮਾ ਦੇ ਨਾਲ, ਵਾਈਸਿਸ ਦੇ ਨਾਲ ਫਾਈਟ ਕਰਨ ਦੀ ਪੂਰੀ ਜਿਹੜੀ ਇਨਰ ਉਹਦੀ ਬਾਡੀ ਔਰ ਆਊਟਰ ਬਾਡੀ, ਉਹਦੇ ਸਾਰੇ ਅੰਗ ਜਿਹੜੇ ਬਣ ਗਏ ਨਾ, ਉਹ ਸੱਚ ਦੀ ਪੂੰਜੀ ਪ੍ਰਾਪਤ ਹੋ ਗਈ। ਸੱਚ ਦਾ ਵਣਜ ਕਰਦੇ ਨੇ। ਇਹ ਵਾਲੀ ਜਾਚ ਹੁਣ ਇਸ ਸ਼ਬਦ ਵਿੱਚ ਫਿਰ ਲੈ ਕੇ ਆਉਂਦੇ ਨੇ। ਹੁਣ ਇਸ ਸ਼ਬਦ ਵਿੱਚ ਐਂਟਰ ਕਰਨ ਵੇਲੇ ਅਸੀਂ ਕਾਇਆ ਕਵੋਟ ਕਿਹਨੂੰ ਸਮਝਾਂਗੇ? ਕਾਇਆ ਤੇ ਮੇਰਾ ਸਰੀਰ ਹੈ, ਲੇਕਿਨ ਇਸ ਸਰੀਰ ਦੇ ਅੰਦਰ ਜਿੱਥੇ ਮੇਰੇ ਨਿਜ ਘਰ ਅੰਦਰ ਮੇਰੇ ਰੱਬ ਜੀ ਵਸਦੇ ਨੇ, ਮੈਂ ਉਹਨਾਂ ਦੀ ਗੱਲ ਨਹੀਂ ਸੁਣਦਾ ਹਾਂ, ਤਾਂ ਮੈਂ ਮਿੱਟੀ ਦੀ ਅਵਸਥਾ ਵਿੱਚ ਹਾਂ। ਇਹ ਕੰਚਨ ਬਣ ਸਕਦੀ ਹੈ ਸ਼ਬਦ ਵਿਚਾਰਾਂ ਦੇ ਨਾਲ, ਵਰਨਾ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਤਾਰੂ ਉੱਪਰ ਛਾਰੂ, ਫਿਰ ਤੇ ਮਿੱਟੀ ਵਾਲੀ ਗੱਲ ਹੀ ਹੈ ਨਾ। ਹੁਣ ਇਸ ਸ਼ਬਦ ਦੇ ਅੰਦਰ ਨਾ, ਜਿਹੜਾ ਪਿਛਲੇ ਸ਼ਬਦ ਅੰਦਰ ਪ੍ਰਭ ਬਣ ਗਿਆ ਸੀ ਨਾ, ਹਰ ਜਨ, ਇਸ ਸ਼ਬਦ ਦੇ ਅੰਦਰ ਉਹ ਹਰ ਜੀਓ ਬਣੇਗਾ। ਅੰਦਰ ਵਸਦੇ ਨੇ ਹਰ ਜੀ। ਕਾਇਆ ਕੰਚਨ ਸ਼ਬਦ ਵਿਚਾਰਾ ਤਿੱਥ ਹੈ ਹਰ ਵਸੈ ਜਿਸ ਦਾ ਅੰਤ ਨਾ ਪਾਰਾਵਾਰਾ। ਉਥੇ ਹਰ ਅੰਦਰ ਰੱਬ ਜੀ ਵਸਦੇ ਨੇ। ਰੱਬ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਇਹ ਹਰ ਜਿਹੜੇ ਹਰ ਜੀ ਉੱਥੇ ਵਸਦੇ ਨੇ ਨਾ, ਇਹਦੇ ਨਾਲ ਹੁਣ ਹਰ ਜੀਓ ਬਣੇਗਾ ਇਹ ਵਾਲਾ ਮਨ। ਆਂਦਿਨ ਹਰ ਸੇਵਿਓ, ਇਹ ਮਨ ਆਪ ਉਸ ਦੀ ਮੱਤ ਲੈ ਕੇ ਆਪਣੇ ਸਾਰੇ ਅੰਗਾਂ ਨੂੰ ਵੀ ਉਹ ਵਾਲੀ ਬਾਣੀ ਦ੍ਰਿੜ ਕਰਾਂਦਾ ਹੈ। ਕੌਣ? ਹਰ ਜੀਓ। ਹਰ ਜੀਓ ਕੌਣ ਹੈ? ਜਿਹੜਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਇਹ ਹੁਣ ਉਸ ਸ਼ਬਦ ਦੀ ਰਾਹੀਂ ਆਪ ਅਤੇ ਆਪਣੇ ਸਾਰੇ ਅੰਗਾਂ ਨੂੰ ਇੱਕ ਮਿਕ ਦੀ ਅਵਸਥਾ, ਮੀਨਸ ਆਲਵੇਜ਼ ਟਿਊਨਡ ਵਿਦ ਵਿਜ਼ਡਮ ਵਾਲੀ, ਵਨਨੈਸ ਵਿਦ ਸਪਿਰਿਚੁਅਲਿਟੀ ਵਾਲੀ ਜੀਵਨ ਜਾਚ ਸਿਖਾਉਂਦਾ ਹੈ। ਇਹਨੂੰ ਪੋਸੀਬਲ ਕਰਾਇਆ ਹੋਇਆ ਪਹਿਲੇ ਪਦੇ ਤੋਂ। ਇਹਦੇ ਪ੍ਰੈਕਟੀਕਲ ਆਪਣੇ ਤੇ ਅਮਲੀ ਜੀਵਨ ਦਾ ਅਸੀਂ ਸਮਝਾਂਗੇ ਕਿ ਕਾਇਆ ਕੰਚਨ ਬਣ ਸਕਦੀ ਹੈ। ਕਿਸ ਤਰ੍ਹਾਂ ਅੰਦਰ ਰੱਬ ਜੀ ਵਸਦੇ ਨੇ। ਉਹ ਰੱਬ ਜੀ ਦੀ ਬੇਅੰਤ ਵਿਜ਼ਡਮ ਵਾਲੀਆਂ ਦਾਤਾਂ ਸੁਮਤ ਦਾ ਅੰਤ ਨਹੀਂ ਹੈ। ਉਥੇ ਚੰਗੇ ਚੰਗੇ ਗੁਣਾਂ ਦਾ ਸਮੁੰਦਰ ਲੱਗਾ ਹੋਇਆ ਹੈ। ਆਂਦਿਨ ਹਰ ਸੇਵਿਓ, ਇਹ ਸੇਵਿਓ ਦੇ ਹਾਹੇ ਨੂੰ ਔਂਕੜ ਹੈ। ਔਰ ਇਹ ਆਪਣੇ ਸਾਰੇ ਇੰਦਰੀ ਗਿਆਨ ਇੰਦਰੀ ਆਪਣੀ ਅੰਦਰ ਦੀ ਸਾਰੀ ਸ੍ਰਿਸ਼ਟੀ ਦੀਆਂ ਜਨਤਾ ਨੂੰ ਸੱਚੀ ਬਾਣੀ ਸੁਣਾਉਂਦਾ ਹੈ। ਕੌਣ? ਹਰ ਜੀਓ। ਕਿਸ ਰਾਹੀਂ? ਸ਼ਬਦ ਦੇ ਰਾਹੀਂ ਸਾਰਿਆਂ ਨੂੰ ਅੰਦਰ ਦੇ ਰੱਬ ਜੀ ਨਾਲ ਮਿਲਾ ਲੈਂਦਾ ਹੈ। ਵਨਨੈਸ ਵਿਦ ਗॉड। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਅੰਦਰ ਦੀ ਸ੍ਰਿਸ਼ਟੀ ਨਾਲ ਰਿਲੇਟ ਕਰਕੇ ਸਮਝਾਣਾ ਕਰਦੇ ਹੋ, ਬੜੀ ਵਧੀਆ ਆਪ ਜੀ ਸਮਝਾਉਂਦੇ ਹੋ। ਧੰਨਵਾਦ ਆਪ ਜੀ ਦਾ। ਥੈਂਕ ਯੂ, ਥੈਂਕ ਯੂ। ਹਰ ਚੇਤੇ ਤਿੰਨ ਬਲਹਾਰੇ ਜਾਓ, ਗੁਰ ਕੈ ਸ਼ਬਦ ਤਿੰਨ ਮੇਲ ਮਿਲਾਓ। ਤਿੰਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਇਂਦਾ। ਹਰ ਚੇਤੇ ਤਿੰਨ ਬਲਹਾਰੇ ਜਾਓ। ਹਰ ਚੇਤੇ, ਚੇਤੇ ਤੋਂ ਕੀ ਭਾਵ ਹੈ? ਚਿੱਤ ਵਿੱਚ ਵਸਾ ਲੈਣ। ਹਰ ਚੇਤੇ ਅਸੀਂ ਧਿਆਨ ਦਈਏ ਨਾ, ਬਾਣੀ ਅਸੀਂ ਪੜ੍ਹਦੇ ਹਾਂ, ਯਾਦ ਵੀ ਕਰਦੇ ਹਾਂ ਕਿ ਯਾਦ ਹੋ ਜਾਣ। ਹਾਂ, ਇੱਕ ਮਾਂ ਅਗਰ ਬੱਚੇ ਨੂੰ ਕਵੇ ਬੇਟਾ ਬਾਜ਼ਾਰ ਜਾ ਰਿਹਾ ਹੈ, ਬਾਜ਼ਾਰ ਵਿੱਚ ਤੂੰ ਫਲਾਣੀ ਦੁਕਾਨ ਤੋਂ ਆਈਸਕ੍ਰੀਮ ਨਾਲ ਨਹੀਂ ਹੁੰਦੀ, ਆਈਸਕ੍ਰੀਮ ਚੰਗੀ ਨਹੀਂ ਹੈ, ਇਹ ਗੱਲ ਤੂੰ ਭੁੱਲੀ ਨਹੀਂ, ਯਾਦ ਰੱਖੀ। ਬੱਚਾ ਰਿਪੀਟ ਕਰਦਾ ਜਾਏ, फलानी दुकान तो आइसक्रीम नहीं खानी, नहीं खानी, नहीं खानी बोलता जाए। दुकान आ जाए, उसको जेब विचों पैसे कटे, आइसक्रीम ले लो, उसी दुकान तो ले लो।
और उसी दुकान तो आइसक्रीम लेके खांदा जाए, फिर बोलता जाए इस तो आइसक्रीम नहीं खानी, नहीं खानी, नहीं खानी। ध्यान दईए किधरे साडा हाल भी आइयो ते नहीं होता जा रहा। दिन राती जपजी साहब पढ़ते रहिए, सुखमनी साहब पढ़ते रहिए, और बाणियां पढ़ते रहिए, नाल करदे मंनदी रहिए। हुण गुरु साहब हर चेते तिन बलहारे जाऊं, चेते तो पाओ ऐ नहीं है कि इसे केवल जबान ते आ जाए, चेते तो पाओ ऐ भी नहीं है कि याद विच आ जाए, अर्थां सहित याद विच आ जाए। चेते तो पाओ ऐ वे कि जदों वक्त पवे वो सिक्ख्या भुल ना जाइए, जदों विकार हमला बोलन सिक्ख्यावां भुल के विकारां नाल ना टुर पईए। जदों गुरु साहब सानू जेड़ी सिक्ख्यावां दित्तियां उस मुताबिक जीवन जीना आरंभ कर दईए, उस मुताबिक जीवन जींदे रहिए। चेते हर चेते असल में चेतना है वे हर चेते तिन बलहारे जाऊं। गुरु साहब कह रहे हैं मैं उन्हां तो बलहारने जाता हूं जिहड़े हरि नूं चेतदे हन, गुरु दी सिक्ख्यावां याद रखदे हन, उन्हां तो मैं कुर्बान जांदा। गुर के शब्द तिन मेल मिलाऊं, कहंदे ने गुरु दे शब्द दे राहीं तिन बहुवचन रूप विच आया मेल मिलाऊं, उन्हां दे नाल मिलाप हो जांदा है। इंज समझ लईए कि गुरु दे शब्द दे राहीं परमात्मा दे नाल मिलाप होंदा है। तिन की धूर लाई मुख मस्तक, सत संगत बै गुण गायंदा। तिन की धूर लाई मुख मस्तक, हुण तिन की धूर लाई मुख मस्तक तो की पावे, उन्हां दी धूर, धूर अक्कर आया, धूर फिजिकली असी धूर नहीं लानी, धूर लाउण तो पावे कि सत्कार करना, उन्हां दा सत्कार कीता। तिन की धूर लाई मुख मस्तक, धूर लाउण तो पावे जेड़ी राह ते वो टुर रहे उस राह ते टुरना करा। जेड़े नाम जपण वाले हैं जिस तरीके दे नाल उन्होंने अपने विकारां नूं बाहर कढ दिता है मन दे विचों, उस तरीके दे नाल मैं भी विकारां नूं मन विचों बाहर कढ दियां। तिन की धूर लाई मुख मस्तक, सत संगत बह गुण गायंदा। कहंदे सत संगत विच बह के गुण गायंदा, गुण गाउणा करा, उस परमात्मा दे गुण गाउणा करा। पर सत संगत असी जिहड़ा है अक्सर केवल चार बंदियां दे इकट्ठ नूं असी सत्संगत समझ लैंदे हां। जेकर इकल्ले असी बैठे गुरु ग्रंथ साहिब जी दा पाठ इकल्ले भी कर रहे हैं ते इंज समझिए 35 महापुरखां दी संगत विच बैठे हैं, सत दी संगत विच बैठे हैं। जे मन दे विच गुरु दे शब्द नाल सुरत जुड़ी हुई है ते सत दी संगत अंदर मन दे विच बन गई है ते सत संगत बह गुण गायंदा। सत संगत विच बह के गुण गाउणा जिहड़ा है उस बारे गुरु साहब समझाना कर रहे हैं जी। हरविंदर वीर जी, हर चेता ਜਿਹੜੇ ਬੰਦੇ ਰੱਬ ਨੂੰ, ਰੱਬੀ ਸਿਧਾਂਤਾਂ ਨੂੰ, ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਧਾਰਨ ਕਰਕੇ ਰੱਖਦੇ ਨੇ, ਵੀ ਉਹ ਜਿਹੜਾ ਸੁਖਿੰਦਰ ਬੜਾ ਪਿਆਰ ਵੇਖਣ ਵੀ ਜੇ ਗੁਣ ਆ ਜਾਣਗੇ ਨਾ ਤੂੰ ਰੱਬ ਸਰੂਪ ਹੋ ਜਾਏਗਾ। ਜਿੰਨਾ ਚਿਰ ਤੂੰ ਰੱਬੀ ਸਿਧਾਂਤਾਂ ਦੇ ਨਾਲ ਜੀਵਨ ਬਤੀਤ ਕਰਨਾ ਪਿਆ ਤੂੰ ਉਹਨਾਂ ਚਿਰ ਤੱਕ ਕਹਿ ਲਓ ਤੂੰ ਮੰਨੋ ਤੂੰ ਰੱਬ ਸਰੂਪ ਹੈ, ਤੂੰ ਰੱਬ ਵਿੱਚ ਲੀਨ ਹੋਇਆ ਜੀਵਨ ਹੈ। ਔਰ ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਜਿਤ ਵੇਲੇ ਮਰ ਜਾਏ ਜੀਓ ਮੇਰਾ। ਜਿਤਨਾ ਸਮਾਂ ਤੂੰ ਰੱਬ ਦੇ ਨਾਲ, ਉਹ ਇੱਕ ਹੋਰ ਸ਼ਬਦ ਹੁੰਦਾ ਕਹਿੰਦਾ गुणवंती शोहराविया अवगुण कूके काहे। जी नेटवर्क प्रॉब्लम हो रही है थोड़ी, प्लीज चेक करिए जी। जिन्हां ने रब्बी गुणां नूं अपने जीवन होया ना कहंदे उत्ते परमात्मा दे मिलाया, कहंदे अवगुण कूके काहे। हेलो, आवाज आ रही है नहीं आ रही? होना आ रही है जी। अच्छा, ਜਿਹੜਾ ਸ਼ਬਦ ਸੀ ਕਹਿੰਦੇ ਗੁਣਵੰਤੀ ਸ਼ੋਹਰਾਵਿਆ ਨਿਰਗੁਣ ਕੂਕੇ ਕਾਏ। ਜਿਹੜੇ ਗੁਣਵਾਨ ਬੰਦੇ ਨੇ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿੱਤਾ ਹੈ, ਕਹਿੰਦੇ ਉਹ ਤੇ ਪਰਮਾਤਮਾ ਦੇ ਨਾਲ ਮਿਲਾਪ ਦਾ ਆਨੰਦ ਮਾਣ ਰਹੇ ਨੇ। ਗੁਣਵੰਤੀ ਸ਼ੋਹਰਾਵਿਆ ਕਹਿੰਦੇ ਅਵਗੁਣ ਕੂਕੇ ਕਾਏ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਣਾਂ ਨੂੰ ਧਾਰਨ ਨਹੀਂ ਕੀਤਾ। ਅਸੀਂ ਇੱਕ ਕਹਿੰਦੇ ਚਿੱਲਾ ਪੁਕਾਰ ਕਰਨੀ ਵੀ ਇਹਦੇ ਕੋਲ ਨੂੰ ਐ ਮਿਲ ਗਿਆ, ਉਹਨੂੰ ਐ ਮਿਲ ਗਿਆ, ਇਹਨੂੰ ਮੈਨੂੰ ਨਹੀਂ ਮਿਲਿਆ, ਉਹਨੂੰ ਸਾਰਾ ਕੁਝ ਮਿਲ ਗਿਆ। ਕਹਿੰਦਾ ਤੂੰ ਕਿਉਂ ਕੂਕਣੀ ਹੈ? ਕਹਿੰਦੇ ਜਿਨ੍ਹਾਂ ਦੇ ਜੀਵਨ ਵਿੱਚ ਗੁਣ ਸਨ ਉਹਨਾਂ ਨੇ ਤੇ ਰੱਬੀ ਮਿਲਾਪ ਦਾ ਆਨੰਦ ਮਾਣ ਲਿੱਤਾ। ਗੁਣਵੰਤੀ ਸ਼ੋਹਰਾਵਿਆ ਕਹਿੰਦੇ ਅਵਗੁਣ ਕੂਕੇ ਕਾਏ। ਅੱਗੇ ਗੁਰੂ ਵੀਰ ਹੋਰ ਬੜੀ ਵਧੀਆ ਗੱਲ ਕਰਦੇ, ਕਹਿੰਦੇ ਨੇ ਵੀ ਜੇ ਗੁਣਵੰਤੀ ਥੀ ਰਹੇ ਕਹਿੰਦੇ ਤਾਂ ਵੀ ਸ਼ੋਹਰਾਵਨ ਜਾਏ। ਜੇ ਤੂੰ ਵੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਤੂੰ ਇਹ ਕਹਿਣ ਦੇ ਨਾਲ ਕਿ ਮੈਨੂੰ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਕਿਉਂ ਕੂਕਣੀ ਹੈ?
ਤੂੰ ਵੀ ਆਪਣੇ ਜੀਵਨ ਵਿੱਚ ਗੁਣਾਂ ਨੂੰ ਧਾਰਨ ਕਰ ਲੈ। ਜੇ ਗੁਣਵੰਤੀ ਥੀ ਰਹੇ ਤਾਂ ਪੀਸ਼ੋ ਰਾਵਣ ਜਾਏ, ਤੂੰ ਵੀ ਰੱਬ ਨੂੰ ਜਾ ਕੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ, ਇਹ ਹੀ ਰੱਬੀ ਮਿਲਾਪ ਵਾਲਾ ਜੀਵਨ ਜਿਹੜਾ ਹੈ। ਅਸੀਂ ਇਹਦਾ ਮਤਲਬ ਨਹੀਂ ਕਿ ਰੱਬ ਹੋ ਜਾਂਦੇ ਆ, ਅਸੀਂ ਫਿਰ ਵੀ ਅਸੀਂ ਜਿਹੜਾ ਰੱਬ ਜਿਹੜਾ ਵੀ ਅਸੀਂ ਰੱਬ ਸਰੂਪ ਹੋ ਜਾਂਦੇ ਆ, ਅਸੀਂ ਸੰਭਵ ਨਹੀਂ ਹੋ ਜਾਾਂਗੇ, ਅਸੀਂ ਜਿਹੜਾ ਅਸੀਂ ਉਹ ਕਰਤੇ ਨਹੀਂ ਬਣ ਸਕਦੇ, ਲੇਕਿਨ ਅਸੀਂ ਰੱਬ ਸਰੂਪ ਹੋ ਜਾਂਦੇ ਆ। ਕਹਿੰਦੇ ਹਰ ਚੇਤੈ ਤਿੰਨ ਜਿਹੜੇ ਪਰਮਾਤਮਾ ਨੂੰ ਹਮੇਸ਼ਾ ਚੇਤੇ ਰੱਖਦੇ ਨੇ। ਇੱਕ ਹੋਰ ਸ਼ਬਦ ਹੈ, ਕਹਿੰਦੇ ਜਿਨ੍ਹਾਂ ਨਾ ਵਿਸਰੇ ਨਾਉ ਸੇ ਕਿਨੇਹਾ, ਜਿਨ੍ਹਾਂ ਨੂੰ ਨਾਮ ਨਹੀਂ ਭੁੱਲਦਾ। ਅਸੀਂ ਕਹਿੰਦੇ ਰਾਮ ਹੁਕਮ ਨੇ, ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਨਾਮ ਨਹੀਂ ਭੁੱਲਦਾ। ਗੁਰੂ ਸਾਹਿਬ ਦਾ ਸਰੂਪ ਕੈਸਾ ਹੈ? ਕਹਿੰਦਾ ਜਿਨ੍ਹਾਂ ਨਾ ਵਿਸਰੇ ਨਾ ਸੇ ਕਿਨੇਹਾ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿਨ੍ਹਾਂ ਨੇ ਨਾਮ ਨੂੰ ਚੇਤੇ ਰੱਖਿਆ ਹੈ ਨਾ, ਉਸ ਪਹਿਲੇ ਕੁਝ ਦਿਨ ਪਹਿਲੇ ਵੀ ਕੋਈ ਲਾਈਨ ਗਈ ਸੀ, ਕਹਿੰਦਾ ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ। ਜੇ ਤੂੰ ਨਾਮ ਨੂੰ ਚੇਤੇ ਰੱਖ ਕੇ ਕਰਮ ਕੀਤੇ ਨਾ, ਤੇ ਫਿਰ ਤੂੰ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਜੇ ਮਰੇ ਸੂਕਰ ਜੋਨ ਵੱਲ ਉਤਰੇ, ਤੂੰ ਉਹ ਕਰਤੂਤ ਪਸ਼ੂ ਕੀ ਮਾਨਸ ਜਾਤ ਨਹੀਂ ਹੋਏਗਾ। ਜੇ ਨਾਮ ਨੂੰ ਚੇਤੇ ਰੱਖਿਆ, ਤੂੰ ਕਿਸੇ ਬੰਧਨਾਂ ਤੋਂ ਵੀ ਮੁਕਤ ਹੈ। ਨਾਮ ਪਰਮਾਤਮਾ ਦੇ ਹੁਕਮ ਨੇ, ਉਹ ਮਿਲਨੇ ਸਾਨੂੰ ਗੁਰੂ ਕੋਲੋਂ ਨੇ, ਗੁਰੂ ਦੇ ਰਾਹੀਂ ਹੀ ਸਾਨੂੰ ਨਾਮ ਦੀ ਪ੍ਰਾਪਤ ਹੋਣੀ ਹੈ। ਫਿਰ ਗੁਰੂ ਕਹਿੰਦੇ ਜਿਨ ਐਸਾ ਹਰ ਨਾਮ ਨਾ ਚੇਤੇ ਆਸੇ, ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਜੇ ਕੋਈ ਬਾਕੀ ਦੇਖੋ ਨਾ, ਬਾਕੀ ਇਹ ਨਾਮ ਦੀ ਸੋਝੀ ਬਾਕੀ ਹੋਰ ਕਿਸੇ ਇਨਸਾਨ ਤੋਂ ਇਲਾਵਾ ਤੇ ਹੋਰ ਕਿਸੇ ਨੂੰ ਮਿਲਦੀ ਨਹੀਂ ਪਈ। ਰੱਬੀ ਹੁਕਮਾਂ ਦੀ ਸੋਝੀ ਉਹ ਆਪਣਾ ਜਿਸ ਤਰ੍ਹਾਂ ਉਹਨਾਂ ਦੀ ਕਿਰਿਆ ਹੈ, ਵੀ ਉਹਨਾਂ ਨੇ ਖਾਣਾ ਪੀਣਾ ਸੋਣਾ, ਉਹਨਾਂ ਨੇ ਜੋ ਵੀ ਉਹ ਬੱਚੇ ਪਾਲਨੇ, ਉਹ ਕਰੀ ਜਾਂਦੇ ਪਏ ਨੇ। ਰੱਬੀ ਨਾਮ ਦੀ ਸੋਝੀ ਕੇਵਲ ਤੇ ਕੇਵਲ ਮਨੁੱਖਾਂ ਨੂੰ ਮਿਲਦੀ ਪਈ ਹੈ। ਕਹਿੰਦੇ ਜਿਨ ਐਸਾ ਹਰ ਨਾਮ ਨਾ ਚੇਤਿਓ, ਜੋ ਚੇਤਦੇ ਨੇ ਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਨਾ ਵਾਂ, ਕੁਰਬਾਨ ਜਾਨਾ ਵਾਂ। ਲੇਕਿਨ ਜਿਨ੍ਹਾਂ ਨੇ ਨਾਮ ਨਹੀਂ, ਉਹ ਕਹਿੰਦੇ ਕਾਂਚ ਬਾਦਰੇ ਲਾਲ ਕੋਈ ਹੈ, ਫਿਰ ਇਹ ਅਵਸਰ ਕਤਲਹਾ ਕਾਂਚ ਬਿਹਾਜਨ ਕੰਚਨ ਛਾਦਨ। ਕੰਚਨ ਛੋੜ ਦਿੱਤਾ, ਕੱਚ ਦਾ ਵਿਵਹਾਰ ਕਰਨੇ ਪਏ ਆ। ਲੇਕਿਨ ਜਿਹੜੇ ਨਾਮ ਦਾ ਵਿਵਹਾਰ ਕਰਦੇ ਨੇ, ਨਾਮ ਨੂੰ ਚੇਤੇ ਰੱਖਦੇ ਨੇ, ਰੱਬ ਨੂੰ ਚੇਤੇ ਰੱਖਦੇ ਨੇ, ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਨਾ ਵਾਂ। ਇੱਥੇ ਤਿੰਨ ਉਹ ਹਰੀ ਕ੍ਰਿਸ਼ਨ ਤਿੰਨ ਵਰਡ ਆ ਰਿਹਾ ਵੀ ਜੋ ਉਹ ਉਹਨਾਂ ਦੇ। ਤੇ ਦੂਜੇ ਕਹਿੰਦੇ ਨੇ ਗੁਰ ਕੈ ਸ਼ਬਦ ਤਿੰਨ ਮੇਲ ਮਿਲਾਓ। ਗੁਰੂ ਦੇ ਸ਼ਬਦ ਇਜ਼ ਦਾ ਮੀਡੀਅਮ, ਜਿਨ੍ਹਾਂ ਦੇ ਨਾਲ ਬਈ ਮੈਂ, ਜਿਨ੍ਹਾਂ ਨੇ ਰੱਬ ਨੂੰ ਨਹੀਂ, ਰੱਬ ਨੂੰ ਉਹ ਕਹਿੰਦੇ ਭਗਤ ਜਨਾ ਕੀ ਬਰਤਨ ਨਾਮ। ਸੰਸਾਰੀ ਵਰਤੋਂ ਵਿਵਹਾਰ ਕੀ ਹੈ ਵੀ ਉਹ ਮਿੱਤਰ ਲੋੜੇਂ ਸੋ ਖਾਦਾ ਤਾ, ਕੰਮ ਨ ਲੋੜੇ ਸੋਏ ਨਾ ਰੂਪਾ, ਮਿੱਤਰ ਲੋੜੇਂ ਸੋ। ਜੇ ਦੁਨਿਆਵੀ ਜਿਹੜਾ ਮੇਲ ਮਿਲਾਪ ਹੈ ਨਾ, ਉਹਦਾ ਸਾਧਨ ਹੈ ਖਾਣਾ ਪੀਣਾ। ਜਿੱਥੇ ਮਿਲੋਗੇ ਕੀ ਖਾਓਗੇ ਪੀਓਗੇ। ਕਹਿੰਦੇ ਨਹੀਂ, ਮੇਰਾ ਇਹਨਾਂ ਦੇ ਨਾਲ, ਕਿਉਂਕਿ ਇਹ ਪਹਿਲੇ ਲਾਈਨ ਵਿੱਚ ਆਉਂਦਾ ਵੀ ਹਰ ਚੇਤੇ ਤਿੰਨ ਬਲਿਹਾਰੇ ਜਾਓ। ਫਿਰ ਕਹਿੰਦੇ ਗੁਰ ਕੇ ਸ਼ਬਦ ਤਿੰਨ ਮੇਲ ਮਿਲਾਓ। ਫਿਰ ਕਹਿੰਦੇ ਨੇ ਤਿੰਨ ਕੀ ਧੂਰ ਲਾਈ ਮੁਖ ਮਸਤਕ। ਉਹਨਾਂ ਦੀ ਗੱਲ ਪਈ ਚੱਲਦੀ ਏ ਜਿਨ੍ਹਾਂ ਨੇ ਰੱਬੀ ਸਿਧਾਂਤਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਿਆ। ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾਂ, ਬਲਿਹਾਰ ਜਾਨਾ ਵਾਂ। ਔਰ ਮੇਰੀ ਹੁਣ ਉਹਨਾਂ ਦੀ ਸਾਂਝ ਕੀ ਹੈ? ਗੁਰੂ ਦੇ ਸ਼ਬਦ, ਗੁਰੂ ਦਾ ਸ਼ਬਦ। ਅਸੀਂ ਵੀ ਕੀ ਕਰਨੇ ਪਏ ਆ? ਮੈਨੂੰ ਤੇ ਕਈ ਵਾਰ ਆਈ ਫੀਲ, ਕਈ ਵਾਰ ਇੱਥੇ ਡਿਸਕਸ਼ਨ ਇਹ ਹੁੰਦਾ ਹੈ ਕਿ ਨਹੀਂ ਵੀ 2-3-4 ਬੰਦੇ ਵੱਖ। ਮੈਂ ਤੇ ਮੈਨੂੰ ਤੇ ਆਈ ਫੀਲ ਆਈ ਐਮ ਲਰਨਿੰਗ ਸੋ ਮਚ। ਉਹ ਇੱਕ ਮੇਰਾ ਤੇ ਮੈਨੂੰ ਤੇ ਜੋ ਇੱਕ ਨਜ਼ਰੀਆ ਮਿਲਿਆ, ਮੈਂ ਤਾਂ ਉੱਥੇ ਤੱਕ ਲਿਮਿਟ ਰੱਖਾਂਗਾ। ਮੈਂ ਕਿਸੇ ਹੋਰ ਨੂੰ ਸੁਣਨਾ, ਮੇਰਾ ਕਿਤਨਾ ਵਧੀਆ ਔਰ ਗੱਲ ਇਤਨੀ ਫਸਟ ਕਲਾਸ ਖੁੱਲਦੀ ਜਾਂਦੀ ਹੈ। ਇਟ ਇਜ਼ ਰਾਦਰ ਬੈਟਰ ਕਿ ਅਸੀਂ ਉਹ ਕਹਿੰਦੇ ਨੇ ਵੀ everyone may not know everything but together we know। ਸਾਰਿਆਂ ਦੇ ਮਿਲਾ ਲਾਂਗੇ ਨਾ, ਤੇ ਫਿਰ ਸਾਨੂੰ ਸ਼ਾਇਦ ਸਾਡੇ ਕਨਸੈਪਟ ਉਤਨੀ ਹੋਰ ਕਲੈਰਿਟੀ ਵਾਲੇ ਪਾਸੇ ਟੁਰਨਗੇ। ਨਾਮ ਤੇ ਉੱਥੇ ਟਿਕਿਆ ਹੋਇਆ। ਨਾਮ ਨੂੰ ਸਮਝਣਾ ਜਿਹੜਾ ਹੈ ਨਾ, ਕਹਿੰਦੇ ਜਿਨ੍ਹਾਂ ਨੇ ਹਰੀ ਨੂੰ ਚੇਤਿਆ, ਰੱਬੀ ਗੁਣਾਂ ਨੂੰ ਚੇਤੇ ਵਿੱਚ ਰੱਖਿਆ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾਂ, ਬਲਿਹਾਰ ਜਾਨਾ ਵਾਂ। ਕਹਿੰਦੇ ਗੁਰ ਕੈ ਸ਼ਬਦ, ਕਿਉਂਕਿ ਗੁਰੂ ਦਾ ਸ਼ਬਦ ਇਜ਼ ਦਾ ਮੀਡੀਅਮ। ਗੁਰੂ ਦੇ ਸ਼ਬਦ ਦੇ ਰਾਹੀਂ ਮੇਰੀ ਉਹਨਾਂ ਦੇ ਨਾਲ ਮੇਲ ਮਿਲਾਪ ਜਿਹੜਾ ਉਹ ਬਣਿਆ ਰਹਿੰਦਾ ਹੈ। ਉਹ ਅਸੀਂ ਦੋਨੋਂ ਸ਼ਬਦ ਡਿਸਕਸ ਕਰਨੇ ਪਏ। ਅਸੀਂ ਕਈ ਵਾਰ ਕਹਿੰਦੇ ਕਿ ਵੀ ਸਾਡੀ ਸਾਂਝ ਹੀ ਕੀ ਹੈ? ਜੇ ਗੁਰਬਾਣੀ ਨੂੰ ਇੱਥੋਂ ਬਾਹਰ ਕੱਢਦੀ ਤੇ ਸਾਡੀ ਸਾਂਝ ਕੀ ਹੈ? ਅਸੀਂ ਤੇ ਬਾਣੀ, ਅਸੀਂ ਵੱਖ-ਵੱਖ ਬਾਣੀ ਦੇ ਪਰਸਪੈਕਟਿਵ ਨੂੰ ਜੋ ਜਿਸ ਸਮਝ ਆ ਰਿਹਾ, ਅਸੀਂ ਹਰ ਬੰਦੇ ਨੇ ਜੋ ਉਹ ਕਹਿ ਲਓ ਜੋ ਪ੍ਰਮਾਣ ਦੇਣਾ, ਜੋ ਉਹਨੂੰ ਬਾਣੀ ਤੋਂ ਹੀ ਦੇਣਾ ਪਏਗਾ। ਤੇ ਗੁਰੂ ਦਾ ਸ਼ਬਦ ਹੀ ਸਾਡੇ ਮੇਲ ਮਿਲਾਪ ਦਾ ਜ਼ਰੀਆ ਹੈ। ਕਹਿੰਦੇ ਤਿੰਨ ਕੀ ਧੂਰ ਲਾਈ ਮੁਖ ਮਸਤਕ। ਕਹਿੰਦੇ ਵੀ ਸਤਿਕਾਰ ਦੇਣ ਦਾ ਤਰੀਕਾ ਹੈ ਵੀ ਗੁਰੂ ਸਾਹਿਬ ਨੇ ਕਈ ਵਾਰ ਬੜਾ ਅੱਛਾ ਕਹਿੰਦੇ ਨੇ ਵੀ ਕਹਿੰਦੇ ਤੈ ਸਾਹਿਬ ਕੀ ਬਾਤ ਜੋ ਆਖਿਆ, ਕਹੋ ਨਾਨਕ ਕਿਆ ਦੀਜੈ। ਕਹਿੰਦੇ ਸੀਸ ਬੜੇ ਕਰ ਬੈਸਨ ਦੀਜੈ। ਜੋ ਮੈਨੂੰ ਰੱਬ ਦੀ ਗੱਲ, ਰੱਬ ਵਾਲੇ ਪਾਸੇ ਪ੍ਰੇਰੇ, ਰੱਬ ਦੇ ਸਿਧਾਂਤਾਂ ਦੇ, ਰੱਬ ਦੇ ਹੁਕਮਾਂ ਦੀ, ਰੱਬ ਨੂੰ ਜੋ ਭਾਉਂਦਾ ਹੈ,
ਜੇ ਉਹਦੀ ਉਹ ਮੈਨੂੰ ਸੋਝੀ ਦੇਵੇ, ਕਹਿੰਦਾ ਮੈਂ ਉਹਨੂੰ ਕੀ ਭੇਟਾ ਕਰਾਂ, ਕੀ ਅਰਪਣ ਕਰਾਂ। ਸੀਸ ਬੜੇ ਇੱਥੋਂ ਸੀਸ ਦਾ ਮਤਲਬ ਇੱਥੇ ਵੀ ਜਿਸ ਤਰ੍ਹਾਂ ਇੱਥੇ ਧੂੜ ਦਾ ਮਤਲਬ ਜੇ ਅਸੀਂ ਕਹਿੰਦੇ ਵੀ ਚਰਨ ਜਿਹੜੇ ਨੇ ਉਹ ਸਾਡਾ ਸ਼ਬਦ ਹੈ, ਤੇ ਚਰਨ ਧੂੜ ਕੀ ਹੋ ਜਾਏਗੀ, ਮੈਨੂੰ ਇੱਕ ਹਿਸਾਬ ਨਾਲ ਕਹਿ ਲਓ ਸ਼ਬਦ ਦੀ ਵਿਚਾਰ ਕਹਿ ਲਓ, ਜੋ ਉਹਨਾਂ ਕੋਲੋਂ ਮੈਨੂੰ ਵਿਚਾਰ ਮਿਲਦੀ ਹੈ। ਅਤੇ ਸੀਸ ਬੜੇ ਕਰ ਬੈਸਣ ਦੀ ਜੇ ਪਾਓ, ਕੋਈ ਫਿਜ਼ੀਕਲ ਸਿਰ ਨਹੀਂ ਦਿੱਤਾ ਜਾ ਰਿਹਾ, ਸਿਰ ਕੱਟ ਕੇ ਦੇਣਾ ਪਾਓ। ਮੈਂ ਆਪਣੀ ਮਤ ਛੱਡ ਕੇ, ਜੇ ਮੇਰੀ ਕੋਈ ਕਨਕੋਰਡੈਂਟ ਵਿਊ ਪੁਆਇੰਟ ਸੀ ਉਹਨੂੰ ਛੱਡ ਕੇ ਮੈਂ ਉਹਨਾਂ ਦੀ ਵਿਚਾਰਧਾਰਾ ਨੂੰ ਵੀ ਸੁਣ ਲੈਣਾ। ਸੀਸ ਬੜੇ ਕਰ ਬੈਸਣ ਦੀ ਜੇ ਬਿਨ ਸਿਰ ਸੇਵ ਕਰੀ ਜੇ। ਇੱਥੇ ਗੁਰੂ ਸਾਹਿਬ ਨੇ ਤਿੰਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬੈ ਗੁਣ ਗਾਇਂਦਾ। ਮੈਂ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਅਸੀਂ ਕੀ ਕਰਨੇ ਪਏ, ਅਸੀਂ ਰੱਬ ਦੀ ਸਿਫਤ ਸਲਾਹ ਹੀ ਕਰਨੇ ਪਏ, ਅਸੀਂ ਰੱਬ ਦੇ ਗੁਣ ਹੀ ਗਾਣੇ ਪਏ। ਸੰਗਤ ਸਤ ਸੰਗਤ ਕਹਿੰਦੇ ਵੀ ਉਹਨੂੰ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਵਿਆਖਿਆ ਕੀਤੀ ਜਾਂਦੀ। ਨਾਮ ਬੇਟਾ ਨਾਮ ਦੇ ਆਪਣੇ ਨਾਮ ਸਾਨੂੰ ਸਮਝ ਨਹੀਂ ਆ ਰਿਹਾ ਪੂਰਨ ਤੌਰ ਤੇ ਅਸੀਂ ਜਦੋਂ ਇਕੱਠੇ ਮਿਲਨੇ ਆ ਨਾ, ਸ਼ਬਦ ਦੀ ਵਿਚਾਰ ਕਰਨੇ ਆ, ਸਾਨੂੰ ਕਲੈਰਿਟੀ ਆਫ ਨਾਮ ਆ ਜਾਵੇ, ਤਾਂ ਕਿ ਜਦੋਂ ਜੀਵਨ ਵਿੱਚ ਵਿਵਹਾਰ ਕਰੀਏ ਅਸੀਂ ਸਾਡਾ ਉਸ ਜੋ ਸ਼ਬਦ ਦਾ ਮੇਨ ਕਨਸੈਪਟ ਸੀ ਨਾ, ਅਸੀਂ ਕਈ ਵਾਰ ਕਹਿੰਦੇ ਕਿ ਨਹੀਂ ਅੱਛੇ ਕੰਮ ਵਾਸਤੇ ਝੂਠ ਬੋਲਦੇ, ਤੇ ਉਹਨਾਂ ਨੇ ਜਦੋਂ ਬੈਠਾਂਗੇ ਵਿਚਾਰ ਕਰਾਂਗੇ ਨਾ, ਸਾਡੇ ਮਨ ਦੀ ਕਲੈਰਿਟੀ ਜਿਹੜੀ ਹੈ ਨਾ ਉਹਦੀ ਪਥਾਈ ਸ਼ਾਇਦ ਅੱਛੀ ਹੋ ਜਾਏ। ਕਿ ਮੈਂ ਐਸੇ ਬੰਦੇ ਵੀ ਜੋ ਪਰਮਾਤਮਾ ਨੂੰ ਚੇਤਦੇ ਨੇ ਉਹਨਾਂ ਤੋਂ ਕੁਰਬਾਨ ਜਾਣਾ ਵਾ, ਵੀ ਇਹ ਗੁਰੂ ਦਾ ਸ਼ਬਦ ਹੀ ਸਾਡੇ ਮੇਲ ਮਿਲਾਪ ਦਾ ਕਹਿ ਲਓ ਮੇਨ ਬੌਂਡਿੰਗ ਫੈਕਟਰ ਹੈ। ਕਹਿੰਦੇ ਬਈ ਉਹਨਾਂ ਦੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬੈ, ਉਹਨਾਂ ਦੀ ਸਤ ਸੰਗਤ ਵਿੱਚ ਬਹਿ ਕੇ ਮੈਂ ਪਰਮਾਤਮਾ ਦੀ ਸਿਫਤ ਸਲਾਹ ਹੈ ਉਹਦੇ ਵਿੱਚ ਜੁੜਨਾ। ਹਾਂਜੀ ਧੰਨਵਾਦ ਜੀ, ਬੜੀ ਖੂਬਸੂਰਤੀ ਦੇ ਨਾਲ ਆਪ ਜੀ ਨੇ ਸ਼ਬਦ ਨੂੰ ਵੀ ਖੋਲਣਾ ਕੀਤਾ ਹੈ ਔਰ ਬੜੇ ਸੋਹਣੇ ਵਿਚਾਰ ਰੱਖੇ ਹਨ ਜੀ। ਬਿਲਕੁਲ ਸਾਨੂੰ ਓਪਨ ਹਾਰਟ ਦੇ ਨਾਲ ਸਾਨੂੰ ਇੱਕ ਦੂਜੇ ਦੇ ਵਿਚਾਰਾਂ ਨੂੰ ਅਸੀਂ ਸੁਣਨਾ ਚਾਹੀਦਾ, ਔਰ ਹੈਲਦੀ ਡਿਸਕਸ਼ਨ ਇਜ਼ ਆਲਵੇਜ਼ ਵੈਲਕਮ ਵੀ ਹੋਣੀ ਚਾਹੀਦੀ ਹੈ, ਤੇ ਆਲਵੇਜ਼ ਸਾਨੂੰ ਅਸੀਂ ਐਕਸੈਪਟ ਵੀ ਕਰਨਾ ਚਾਹੀਦਾ, ਜਿਹਦੇ ਨਾਲ ਸਿੱਖ ਸਕੀਏ। ਗੁਰੂ ਦੇ ਗੋਦ ਵਿੱਚ ਬੈਠੇ ਹਾਂ, ਕੁਝ ਸਿੱਖਣ ਲਈ ਬੈਠੇ ਹਾਂ, ਤੇ ਨਾ ਜਾਣੇ ਕਿਹੜੇ ਵਿਚਾਰ ਕਿਤੇ ਮੁਖ ਤੋਂ ਨਿਕਲਣ, ਔਰ ਉਹ ਵਿਚਾਰ ਜਿਹੜੇ ਹਨ ਸਾਡੇ ਹਿਰਦੇ ਨੂੰ ਹਿਰਦੇ ਵਿੱਚ ਵਸ ਜਾਣ, ਕਿ ਸਾਡੇ ਜੀਵਨ ਵਿੱਚ ਵੀ ਬਦਲਾਵ ਆ ਜਾਏ। ਧੰਨਵਾਦ ਵੀਰ ਜੀ। ਜੀ ਇਕਬਾਲ ਵੀਰ ਜੀ। ਜੀ ਹਰ ਚੇਤੈ ਤਿਨ ਬਲਹਾਰੇ ਜਾਓ। ਚੇਤੈ ਬਹੁਵਚਨ ਹੈ। ਜਿਹੜੀ ਸੰਗਤ, ਜਿਹੜੇ ਜੀਵ, ਜਿਹੜੇ ਜਗਿਆਸੂ ਹਰੀ ਪਰਮਾਤਮਾ ਨੂੰ ਸਿਮਰਦੇ ਹਨ, ਚੇਤੇ ਤੋਂ ਭਾਵ ਉਹਦੀ ਦੱਸੀ ਹੋਈ ਸਿੱਖਿਆ ਤੇ ਮਨ ਬਚ ਕਰਮ ਰਸ, ਕਰਮ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਜੀਵਨ ਜਿਉਂਦੇ ਹਨ, ਉਹਨੂੰ ਕਹਿੰਦੇ ਹਨ ਸਿਮਰਦੇ ਹਨ। ਹਰ ਚੇਤੇ ਉਹਨੂੰ ਕਹਿੰਦੇ ਚਿੱਤੇ ਰੱਖਦੇ ਹਨ, ਪਰਮਾਤਮਾ ਨੂੰ ਯਾਦ ਰੱਖਦੇ ਹਨ। ਤਿੰਨ ਬਲਹਾਰੇ ਜੋ ਗੁਰੂ ਸਾਹਿਬ ਰਮਾਉਣਾ ਕਰਦੇ ਕਿ ਮੈਂ ਉਹਨਾਂ ਤੋਂ ਬਲਹਾਰ ਹੀ ਜਾਂਦਾ ਹਾਂ। ਗੁਰ ਕੈ ਸ਼ਬਦ ਤਿੰਨ ਮੇਲ ਮਿਲਾਉ, ਮੈਂ ਵੀ ਉਹਨਾਂ ਦੇ ਨਾਲ ਗੁਰੂ ਦੇ ਸ਼ਬਦ ਦੇ ਰਾਹੀਂ ਜੁੜਦਾ ਹਾਂ। ਭਾਵ ਜਿੱਥੇ ਸਾਧ ਜਨ ਗੁਰੂ ਦੇ ਸ਼ਬਦ ਜਨਾਂ ਗੁਣਾਂ ਨੂੰ ਗਾਉਂਦੇ ਹਨ, ਉਸੇ ਸ਼ਬਦ ਦੇ ਵਿੱਚ ਜੁੜਦਾ ਹਾਂ। ਜੁੜ ਕੇ ਗੁਰ ਕੇ ਸ਼ਬਦ ਤਿੰਨ ਮੇਲ ਮਿਲਾਉ, ਇਕਮਿਕ ਹੋ ਜਾਂਦਾ ਹਾਂ। ਭਾਵ ਆਪਣੀ ਸੁਰਤ ਨੂੰ ਉਸ ਸ਼ਬਦ ਵਿੱਚ ਟਿਕਾਉਣਾ ਕਰਦਾ। ਤਿੰਨ ਕੀ ਧੂਰ ਲਾਈ ਮੁਖ ਮਸਤਕ, ਫਿਰ ਉਹਨਾਂ ਸਤ ਸੰਗੀਆਂ ਦੀ ਜਿਹੜੇ ਸ਼ਬਦ ਵਿੱਚ ਜੁੜੇ ਹੋਏ ਹਨ, ਮੈਂ ਉਹਨਾਂ ਨਾਲ ਇਕਮਿਕ ਹੋ ਕੇ ਉਸ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਤਿੰਨ ਕੀ ਧੂਰ, ਉਸ ਧੂਰ ਸਿੱਖਿਆ ਨੂੰ, ਉਪਦੇਸ਼ ਨੂੰ ਮਸਤਕ ਲਾਈ, ਆਪਣੇ ਮਸਤਕ ਵਿੱਚ ਧਾਰਨ ਕਰ ਲਿਆ। ਭਾਵ ਜੋ ਉਪਦੇਸ਼, ਜੋ ਸੈਂਟਰਲ ਆਈਡੀਆ, ਜੋ ਸਿੱਖਿਆ ਦਿੱਤੀ, ਉਹਨੂੰ ਆਪਣੇ ਹਿਰਦੇ ਵਿੱਚ ਮਸਤਕ ਵਿੱਚ ਟਿਕਾ ਲਿਆ। ਸਤ ਸੰਗਤ ਬਹਿ ਗੁਣ ਗਾਏ, ਤੇ ਸੱਚੀ ਸੰਗਤ ਦੇ ਵਿੱਚ, ਸਤ ਸੰਗਤ ਦੇ ਵਿੱਚ ਹਮੇਸ਼ਾ ਬਹਿ ਕੇ ਉਸ ਗੁਣਾਂ ਨੂੰ ਗਾਉਣਾ ਕਰਦਾ। ਭਾਵ ਉਸ ਲਈ ਹੋਈ ਧੂਰ ਨੂੰ, ਮਸਤਕ ਰੱਖੀ ਹੋਈ ਸਿੱਖਿਆ ਨੂੰ, ਉਪਦੇਸ਼ ਨੂੰ ਆਪ ਜਪੋ, ਅਵਰੈ ਨਾਮ ਜਪਾਵ ਵਾਲੀ ਅਵਸਥਾ ਦੇ ਵਿੱਚ ਜਾ ਕੇ ਸਤ ਸੰਗਤ ਬਹਿ ਗੁਣ ਗਾਏਗਾ। ਉਸ ਸੱਚੀ ਸੰਗਤ ਦੇ ਵਿੱਚ ਉਸ ਸਿੱਖਿਆ ਨੂੰ ਗਾਉਣਾ ਕਰਦਾ ਜੀ। ਧੰਨਵਾਦ ਵੀਰ ਜੀ। ਬਿਲਕੁਲ ਸ਼ਬਦ ਦੇ ਦਾਇਰੇ ਤੇ ਐਨ ਟਿਕ ਕੇ ਆਪ ਜੀ ਵਿਚਾਰ ਦਿੰਦੇ ਹੋ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ। ਹਰ ਚੇਤੇ ਤਿੰਨ ਬਲਿਹਾਰੇ ਜਾਓ, ਗੁਰ ਕੇ ਸ਼ਬਦ ਤਿੰਨ ਮੇਲ ਮਿਲਾਓ। ਮਨ ਜਦੋਂ ਉਸ ਇੱਕ ਦੇ ਨਾਲ ਟਿਊਨਡ ਹੋ ਗਿਆ, ਇੰਪਲੀਮੈਂਟ ਕੀਤਾ, ਸਿੱਖਿਆ ਨੂੰ ਪ੍ਰਾਪਤ ਕੀਤਾ,
ਫਿਰ ਉਹ ਮਨ ਇੱਕ ਚੜ੍ਹਦੀ ਕਲਾ ਵਿੱਚ ਚਲਾ ਜਾਂਦਾ, ਬਲਿਹਾਰੇ ਜੋ ਚੜ੍ਹਦੀ ਕਲਾ ਵਿੱਚ ਚਲਾ ਜਾਂਦਾ, ਵਾਰੇ ਜਾਂਦਾ ਹੈ, ਕਿਉਂਕਿ ਮਨ ਨੇ ਉਸ ਸ਼ਬਦ ਦੇ ਰਾਹੀਂ ਉਹਦਾ ਮਿਲਾਪ ਹੋ ਗਿਆ। ਗੁਣਾਂ ਨੂੰ ਧਾਰਨਾ ਹੀ ਸਮਝੋ ਕਿ ਮਨ ਉਸ ਇੱਕ ਦੇ ਨਾਲ ਟਿਊਨਡ ਹੋ ਗਿਆ। ਤਿੰਨ ਕੀ ਤੂਰ ਲਾਈ ਮੁੱਖ ਮਸਤਕ, ਤੂਰ ਲਾਈ ਮੁੱਖ ਮਸਤਕ ਇਸ ਇੰਪਲੀਮੈਂਟ ਕਰਨਾ, ਤੁਸੀਂ ਮਾਰਗ ਤੇ ਚੱਲਣਾ। ਜਦੋਂ ਮਾਰਗ ਤੇ ਚੱਲੋਗੇ ਤੇ ਫਿਰ ਕਹਿੰਦੇ ਨੇ ਕਿ ਅਸੀਂ ਇੰਪਲੀਮੈਂਟ ਕਰਕੇ ਅਸੀਂ ਟਿਊਨਡ ਕਰ ਲਿੱਤਾ। ਕਿਸ ਨਾਲ ਟਿਊਨਡ ਕਰ ਲਿੱਤਾ? ਉਸ ਇੱਕ ਦੇ ਨਾਲ। ਹੁਣ ਸਤ ਸੰਗਤ ਵੇ ਕਿਹੜੀ ਸਤ ਸੰਗਤ? ਉਸ ਸੱਚ ਦੀ ਸੰਗਤ ਜਿਹੜੀ ਮਨ ਨੇ ਪ੍ਰਾਪਤ ਕੀਤਾ, ਫਿਰ ਆਪਣੇ ਅੰਦਰ ਹੀ ਇੱਕ ਸੰਗਤ ਬਣਾਉਂਦਾ। ਕਿਸ ਦੇ ਨਾਲ? ਉਹ ਆਪਣੇ ਪੂਰੇ ਇੰਦਰੀਆਂ ਅੰਗਾਂ ਦੇ ਨਾਲ ਬੈਠ ਕੇ ਸਤਸੰਗਤ ਕਰਕੇ ਉਸਦੇ ਗੁਣਾਂ ਨੂੰ ਗਾਉਂਦਾ ਹੈ, ਉਸਦੇ ਸਿੱਖਿਆ ਦੇ ਨਾਲ ਪੂਰੀ ਜਗ੍ਹਾ ਤੇ ਜੋਰੀ ਆਪਣੀ ਇੰਦਰੀਆਂ ਨਾਲ ਵੀ ਵੰਡਦਾ ਹੈ। ਹਾਂਜੀ, ਧੰਨਵਾਦ ਭੂਆ ਜੀ, ਬਿਲਕੁਲ ਛੋਟੀ ਜਵਾਬ ਜੀ ਵਿਚਾਰ ਦਿੰਦੇ ਹੋ, ਧੰਨਵਾਦ ਆਪ ਜੀ ਦਾ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਇੱਥੇ ਹੁਣ ਸਤਿਗੁਰੂ ਜੀ ਨਾ ਅੱਗੇ ਦੱਸ ਰਹੇ ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਕੇ ਸ਼ਬਦ ਸਾਡੇ ਸ਼ਬਦ ਸਰੂਪ ਅਸੀਂ ਹੋ ਜਾਂਦੇ ਹਾਂ, ਭਾਵ ਸਾਡੇ ਵਿਚਾਰ ਜਦੋਂ ਸ਼ਬਦ ਦੇ ਵਿਚਾਰ ਬਣ ਜਾਂਦੇ ਹਨ, ਇਸੇ ਨੂੰ ਹੀ ਗੁਰਬਾਣੀ ਕਹਿੰਦੀ ਹੈ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਡੀ ਕਾਰ ਜਿਵ ਹੁਕਮ ਤਿਵੈ ਤਿਵ ਕਾਰ ਸਾਡੀ ਹੋ ਜਾਂਦੀ ਹੈ। ਹੁਣ ਉਹ ਜਿਹੜੇ ਦੂਸਰੇ ਜਿਸ ਨੂੰ ਆਖ ਰਹੇ ਨੇ ਨਾ ਸਤਿਗੁਰੂ ਜੀ, ਪਹਿਲਾਂ ਤਾਂ ਮਨ ਨੇ ਇਹ ਸ਼ਬਦ ਦੀ ਕਾਰ ਕੀਤੀ ਸੀ, ਹੁਣ ਉਹ ਮਨ ਜਿਹੜਾ ਬਾਡੀ ਨੂੰ ਕੰਟਰੋਲ ਕਰਦਾ, ਉਸ ਦਾ ਕੰਟਰੋਲ ਲਿੱਤਾ ਸਤਿਗੁਰੂ ਜੀ ਨੇ। ਗੱਲ ਕਰਦੇ ਨਾ ਸੂਲਾਸ ਮਨ ਪ੍ਰਭ ਹੱਥ ਲੀਨੋ, ਫੇਰ ਕੀ ਕਰਦੇ ਨੇ? ਕਹਿੰਦੇ ਨੇ ਅੱਗੇ ਦੀਨੋ ਇਹ ਪਰਲੋਕ। ਲੋਕ ਪਰਲੋਕ ਦਾ ਗੁਰਬਾਣੀ ਚ ਬਹੁਤ ਪਿਆਰਾ ਕਨਸੈਪਟ ਹੈ। ਫਿਰ ਦੀਨੋ ਇਹ ਪਰਲੋਕ, ਉਹ ਵਾਲੇ ਲੋਕਾਂ ਨੂੰ ਜਿਹੜੇ ਇਸ ਤੋਂ ਪਰੇ ਸਨ, ਉਹਨਾਂ ਨੂੰ ਵੀ ਇਹ ਚੀਜ਼ ਦਿੱਤੀ ਜਾਂਦੀ ਹੈ, ਸ਼ਬਦ ਦੀ ਕੀਮਤੀ ਚੀਜ਼ ਜਿਹੜੀ ਮਨ ਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਮਨ ਤੇ ਹੁਣ ਸਤਿਗੁਰੂ ਜੀ ਦੀ ਵਿਚਾਰਧਾਰਾ ਆਪਣਾ ਕੰਟਰੋਲ ਲੈ ਲੈਂਦੀ ਹੈ, ਫਿਰ ਸਤਿਗੁਰੂ ਜੀ ਆਪ ਹੁਣ ਉਹ ਬਾਕੀ ਸਾਰਿਆਂ ਉਹਨਾਂ ਲੋਕਾਂ ਨੂੰ ਜਿਹੜੇ ਅੰਦਰ ਵਸਦੇ, ਜਿਹੜੇ ਅਜੇ ਇਸ ਚੀਜ਼ ਤੋਂ ਦੂਰ ਸਨ, ਪਰੇ ਸਨ, ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ। ਫਿਰ ਉਹ ਲੈਂਦੇ ਨੇ, ਲੈ ਕੇ ਜਦੋਂ ਚੇਤਦੇ ਨੇ ਨਾ ਇਸ ਨੂੰ, ਉਸ ਨੂੰ ਕਹਿੰਦੇ ਨੇ ਚੇਤ ਗੋਬਿੰਦ ਆਰਾਧੀ ਹੈ। ਉਹ ਵੀ ਗੋਬਿੰਦ ਦੀ ਗੱਲ ਲੈ ਕੇ ਗੋਬਿੰਦ ਨੂੰ ਆਰਾਧਦੇ ਨੇ ਸਾਰੇ। ਫਿਰ ਉਹਨੂੰ ਕਹਿੰਦੇ ਨੇ ਕੀ ਹੁੰਦਾ? ਕਹਿੰਦੇ ਨੇ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਹੈ। ਉੱਥੇ ਜਿਸ ਨੂੰ ਸੰਤ ਜਨਾ ਮਿਲ ਪਾਈ ਹੈ ਆਖਰੇ ਸੀ ਨਾ, ਉਸੇ ਲਫ਼ਜ਼ ਨੂੰ ਇੱਥੇ ਕਹਿ ਰਹੇ ਨੇ ਸਤ ਸੰਗਤ ਬਹਿ ਗੁਣ ਗਾਇਨ। ਸੰਤ ਜਨਾਂ ਦੇ ਨਾਲ ਬੈਠ ਕੇ ਸੰਤ ਗੁਰਬਾਣੀ ਵਿੱਚ ਚੰਗੇ ਚੰਗੇ ਰੱਬ ਜੀ ਦੀਆਂ ਸਿੱਖਿਆਵਾਂ ਨੂੰ, ਰੱਬ ਜੀ ਦੇ ਗੁਣਾਂ ਨੂੰ, ਰੱਬ ਜੀ ਦੇ ਵਿਚਾਰਾਂ ਨੂੰ ਆਖਦੇ ਨੇ, ਉਹੀ ਇੱਥੇ ਆਖ ਰਹੇ ਨੇ। ਕੀ ਹੁੰਦਾ ਅੰਦਰਲੀ ਗੱਲ ਦਾ, ਸਾਡੀ ਅੰਦਰਲੀ ਜਿਹੜੀ ਸਾਡੀ ਟਰਾਂਸਫੋਰਮੇਸ਼ਨ ਹੋਣੀ ਹੈ ਨਾ, ਉਹ ਗੱਲ ਦੱਸ ਰਹੇ। ਪਹਿਲੇ ਸਾਡੇ ਵਿਚਾਰ ਰੱਬੀ ਵਿਚਾਰ ਬਣਨਗੇ, ਸਾਡੇ ਵਿਚਾਰਾਂ ਦੇ ਵਿੱਚ ਰੱਬੀ ਸਿੱਖਿਆ ਆਏਗੀ, ਫਿਰ ਉਹ ਰੱਬ ਜੀ ਜਦੋਂ ਵਿਚਾਰਾਂ ਵਿੱਚ ਆ ਗਏ, ਇਟ ਮੀਨਸ ਹੁਣ ਜੋ ਕੁਝ ਬੋਲਿਆ ਜਾ ਰਿਹਾ ਉਹ ਵੱਡਾ ਸਾਹਿਬ ਬੋਲਦਾ ਹੈ। ਨਾਨਕ ਵੱਡਾ ਆਖੀਐ, ਉਹ ਸਾਚਾ ਸਾਹਿਬ ਜਿਹੜਾ ਹੈ ਨਾ, ਉਹ ਫਿਰ ਬੋਲਦਾ ਅੰਦਰ। ਉਸ ਨੂੰ ਕਹਿੰਦੇ ਨੇ, ਕਹਿੰਦੇ ਉਹ ਬੋਲਦਾ, ਉਹ ਵਸਤੂ ਅੱਗੇ ਉਹਨਾਂ ਲੋਕਾਂ ਨੂੰ, ਦੂਜਿਆਂ ਨੂੰ ਦਿੱਤੀ ਜਾਂਦੀ, ਜਿਨ੍ਹਾਂ ਨੂੰ ਪਰਲੋਕ ਕਹਿੰਦੇ ਨੇ। ਜਿਹੜੇ ਉਹ ਲੋਕ ਜਿਹੜੇ ਇਸ ਨਾਮ ਤੋਂ, ਇਸ ਦਾਤ ਤੋਂ ਅਜੇ ਬਹੁਤ ਦੂਰ ਹੈ, ਬਹੁਤ ਪਰੇ ਪਰੇ ਹੈ। ਇਹ ਲੇਕਿਨ ਹੁੰਦਾ ਕਦੋਂ ਹੈ? ਜਦੋਂ ਪ੍ਰਭ ਜੀ ਇਸ ਮਨ ਤੇ ਆਪਣਾ ਕੰਟਰੋਲ ਲੈ ਲੈਂਦੇ ਨੇ, ਮਨ ਦੇ ਦਿੰਦਾ ਹੈ ਉਹਨਾਂ ਨੂੰ ਕਹਿੰਦਾ ਮੇਲ ਲੈਹੋ ਦਿਆਲ ਢਹਿ ਪਏ ਦੁਆਰਿਆ, ਵੀ ਸਤਿਗੁਰੂ ਜੀ ਮੈਂ ਤੁਹਾਡੇ ਦਰ ਤੇ ਟਹਿ ਪਿਆ, ਮੈਨੂੰ ਮੇਲ ਲਿਓ, ਤੇ ਉਹਨੂੰ ਮਿਲਾਪ ਪ੍ਰਾਪਤ ਹੋ ਹੀ ਜਾਂਦਾ ਹੈ। ਜਦੋਂ ਮਿਲਿਆ ਤਾਂ ਮਨ ਗਾਇਬ, ਬੋਡੀ ਦੇ ਅੰਦਰ ਜਾਂ ਤਾਂ ਮਨ ਰਹੇਗਾ, ਜਾਂ ਰਹਿਣਗੇ ਰੱਬ ਜੀ ਇੱਕੋ, ਇਸੇ ਨੂੰ ਕਹਿੰਦੇ ਜਾਂ ਹਉਮੈ ਰਹੇਗੀ ਜਾਂ ਰਹੇਗਾ ਨਾਮ। ਜਦੋਂ ਨਾਮ ਬੋਡੀ ਤੇ ਕੰਟਰੋਲ ਕਰ ਲੈਂਦਾ ਹੈ, ਮਨ ਖੁਦ ਦਿੰਦਾ ਹੈ ਬੋਡੀ ਨਾਮ ਨੂੰ ਆਪਣਾ ਫਿਰ ਕਹਿੰਦੇ ਨੇ ਮੇਲ, ਜਦੋਂ ਮਿਲਾਪ ਹੋ ਜਾਂਦਾ ਨਾਮ ਵਿੱਚ, ਨਾਮ ਦਾਤ ਦਿੰਦਾ ਸਾਰੀ ਸ੍ਰਿਸ਼ਟੀ ਨੂੰ ਅੰਦਰ, ਤੇ ਫਿਰ ਉਹਦੀ ਦਾਤ ਨਾਲ ਉਹ ਸਾਰੇ ਲੈਂਦੇ ਨੇ। ਇਹਨੂੰ ਕਹਿੰਦੇ ਨੇ ਦਾਤ ਕਰੇ ਦਾਤਾ। ਇਹ ਸਾਰਿਆਂ ਨੇ ਫੇਰ ਕੇ ਮਨ ਦੇ ਅੱਗੇ ਆਪਣੀ ਮੱਤ ਰੱਖੀ ਹੁੰਦੀ ਹੈ, ਤੇ ਉਹਨਾਂ ਨੂੰ ਉਹ ਸਤਿਗੁਰੂ ਜੀ ਦਾਤ ਦਿੰਦੇ ਨੇ। ਇਹ ਫਿਰ ਉਹ ਦਾਤ ਨੂੰ ਚੇਤਦੇ ਨੇ,
ਫਿਰ ਉਸ ਅਵਸਥਾ ਨੂੰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਤਿੰਨ ਬਲਿਹਾਰੈ ਜਾਓ। ਸਤਿਗੁਰੂ ਜੀ ਆਪ ਹੀ ਕਹਿੰਦੇ ਨੇ, ਕਹਿੰਦੇ ਹੁਣ ਜਦੋਂ ਇਹ ਸਾਰੀ ਸ੍ਰਿਸ਼ਟੀ ਚੇਤਨੀ ਨੇ, ਇਹਨਾਂ ਨੂੰ ਕਹਿੰਦੇ ਦੇਖ ਕੇ ਬਲਿਹਾਰ ਜਾ ਰਿਹਾ, ਬਲਿਹਾਰ ਜਾ ਰਿਹਾ। ਕਿਉਂ, ਕਿਸ ਤਰ੍ਹਾਂ ਹੋਇਆ ਹੈ? ਕਹਿੰਦੇ ਨੇ ਇਹ ਗੁਰ ਕੈ ਸ਼ਬਦ ਤਿੰਨ ਮੇਲ ਕੇ ਮਿਲਾਓ। ਇਹਨਾਂ ਨੂੰ ਵੀ ਗੁਰੂ ਦੇ ਸ਼ਬਦ ਵਿੱਚ ਮਿਲਾ ਕੇ ਹੀ ਆਪਣੇ ਨਾਲ ਮਿਲਾਇਆ ਜਾਂਦਾ ਹੈ। ਇਹੀ ਉਹਦੇ ਨਾਲ ਮਿਲਾ, ਸ਼ਬਦ ਵਿੱਚ ਮਿਲਣਾ ਹੀ ਸ਼ਬਦ ਰੂਪੀ ਰੱਬ ਵਿੱਚ ਮਿਲਣਾ ਹੈ। ਇਸ ਅਵਸਥਾ ਨੂੰ ਜਿਹੜੀ ਅੱਗੇ ਕਹਿੰਦੇ ਤਿੰਨ ਕੀ ਧੂਰ ਲਾਈ ਮੁਖ ਮਸਤਕ। ਮੁਖ ਇਹ ਬਾਹਰ ਵਾਲਾ ਮੁਖ ਵੀ ਨਹੀਂ ਬੋਲਿਆ ਜਾ ਰਿਹਾ, ਇਹ ਮਸਤਕ ਵੀ ਬਾਹਰ ਵਾਲਾ ਨਹੀਂ ਬੋਲਿਆ ਜਾ ਰਿਹਾ, ਕਿਉਂਕਿ ਅਗਰ ਧੂਰ ਬਾਹਰ ਵਾਲੀ ਨਹੀਂ ਬੋਲੀ ਜਾ ਰਹੀ ਤਾਂ ਮੁਖ ਵੀ ਬਾਹਰ ਵਾਲਾ ਨਹੀਂ ਬੋਲਿਆ ਜਾ ਰਿਹਾ। ਅਗਰ ਇਹ ਧੂਰ ਅੰਦਰ ਵਾਲੀ ਹੈ, ਅਗਰ ਇਹ ਧੂਰ ਹੈ ਸਤਿਗੁਰੂ ਜੀ ਦੇ, ਜਿਸ ਨੂੰ ਆਪਾਂ ਕਹਿੰਦੇ ਆ ਨਾ ਚਰਨ ਧੂਰ, ਸ਼ਬਦ ਦੀ ਸਿੱਖਿਆਵਾਂ ਦੀ ਧੂਰ, ਤੇ ਇਹ ਮੁਖ ਵੀ ਅੰਦਰ ਵਾਲਾ ਹੈ। ਜਿਹੜਾ ਮੁਖ ਹੁਣ ਗੁਰਬਾਣੀ ਸਾਨੂੰ ਦੱਸ ਰਹੀ ਹੈ, ਜਿਸ ਨੂੰ ਆਖਦੇ ਨੇ ਨਾ ਮੰਨੈ ਮੂੰਹ ਚੋਟਾ ਨਾ ਖਾਏ, ਇਹ ਉਹ ਵਾਲੇ ਮੁਖ ਦੀ ਗੱਲ ਚੱਲ ਰਹੀ ਹੈ। ਹੁਣ ਉਹ ਮੂੰਹ ਚੋਟਾ ਨਹੀਂ ਖਾਂਦਾ, ਕਿਉਂ? ਕਿਉਂਕਿ ਸਤ ਸੰਗਤ ਵਿੱਚ ਬਹਿ ਗੁਣ ਗਾਉਂਦਾ। ਹਰ ਇੱਕ ਜੀ ਜੰਤ ਜਿਹੜੇ ਅੰਦਰ ਨੇ ਨਾ, ਤਿੰਨ ਕੀ ਧੂਰ ਪਲੂਰਲ ਫਾਰਮ ਵਿੱਚ ਆ ਰਿਹਾ, ਉਹ ਸਾਰੇ ਹੀ ਹੁਣ ਨਾ ਸ਼ਬਦ ਦੀ ਸਤ ਦੀ ਸੰਗਤ ਵਿੱਚ ਬੈਠਦੇ ਨੇ। ਆਪਣੀ ਆਪਣੀ ਇਹਨਾਂ ਨੇ ਛੱਡ ਦਿੱਤੀ ਹੋਈ ਹੈ। ਕਹਿੰਦੇ ਨੇ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ਼ਕੋ ਹੈ ਮੁਸ਼ਕਲ। ਤਾਂ ਇਹਨਾਂ ਨੂੰ ਮੁਸ਼ਕਲ ਹੁੰਦੀ ਸੀ, ਇਹਨੇ ਆਪਣੀ ਆਪਣੀ ਇਹਨਾਂ ਨੇ ਛੋੜ ਦਿੱਤੀ ਹੈ। ਹੁਣ ਉਹ ਜਿਹੜਾ ਸੱਤ, ਜਿਹੜਾ ਮਨ ਦੀ ਜਗ੍ਹਾ ਤੇ ਆ ਕੇ ਹੁਣ ਕੰਟਰੋਲ ਕਰ ਰਿਹਾ, ਸਾਰੀ ਸ੍ਰਿਸ਼ਟੀ ਅੰਦਰ ਹੁਣ ਸੱਤ ਚਲਾ ਰਿਹਾ, ਉਹਦੀ ਸੰਗਤ ਤੇ ਸਾਰੇ ਆ ਕੇ ਬੈਠਦੇ ਨੇ। ਸਤ ਸੰਗਤ ਬਹਿ, ਉਹ ਗੁਣ ਗਾਇੰਦਾ, ਉਹਨਾਂ ਦੇ ਨਾਲ ਬੈਠ ਕੇ ਗੁਣ ਕਹਿ ਗੁਣੀ ਸਮਾਰੇ, ਇਹ ਸਾਰੇ ਵੀ ਗੁਣਾਂ ਵਿੱਚ ਸਮਾ ਰਹੇ ਨੇ। ਸ਼ਬਦ ਵਿੱਚ ਮਿਲ ਕੇ ਸ਼ਬਦ ਰੂਪ ਹੋ ਰਹੇ ਨੇ। ਸਾਰੀ ਸ੍ਰਿਸ਼ਟੀ ਦਾ ਇੱਕ ਇੱਕ ਜੀ ਜੰਤ, ਇਹ ਸਾਰੇ ਸ਼ਬਦ ਰੂਪ ਵਿੱਚ ਗੁਣ ਗਾ ਗਾ ਕੇ ਗੁਣ ਚ ਸਮਾ ਰਹੇ ਨੇ। ਇਹ ਗੱਲ ਕਰ ਰਹੇ ਨੇ। ਦੇਖੋ ਅਸੀਂ ਕਿੰਨੀ ਪਿਆਰੀ ਗੱਲ ਕਰਦੇ ਹਾਂ ਕਿ ਇਹ ਧੂੜ ਗੁਰਬਾਣੀ, ਜਿੱਥੇ ਤੱਕ ਜਿਹੜੇ ਜਿਹੜੇ ਸ਼ਬਦਾਂ ਦੀ ਸਾਨੂੰ ਸਮਝ ਆਉਂਦੀ ਜਾਂਦੀ ਹੈ, ਉਹ ਸ਼ਬਦਾਂ ਦੇ ਅਸੀਂ ਅਰਥ ਅੰਦਰਲੇ ਕਰਦੇ ਜਾਂਦੇ। ਅਦਰਵਾਈਜ਼ ਜੇ ਅਸੀਂ ਉੱਪਰੀ ਨਿਗਾਹ ਨਾਲ ਦੇਖੀਏ ਤਾਂ ਜੇ ਕੋਈ ਅਣਜਾਣ ਬੰਦਾ ਹੈ ਕਰ ਵੀ ਇੱਥੇ ਤਾਂ ਧੂਰ ਲਫ਼ਜ਼ ਆਈ ਜੀ ਕਿ ਤੁਸੀਂ ਅੰਦਰਲੀ ਗੱਲ ਕਿਉਂ ਕਰ ਰਹੇ ਹੋ? ਇੱਥੇ ਤਾਂ ਧੂਰ ਬਾਹਰਲੀ ਧੂਰ ਦੀ ਗੱਲ ਕਰਨੀ ਚਾਹੀਦੀ ਹੈ, ਨਹੀਂ ਅੰਦਰਲੀ ਹੀ ਕਰਨੀ ਚਾਹੀਦੀ ਹੈ। ਸ਼ਬਦ ਦੀ ਸਿੱਖਿਆਵਾਂ ਨੂੰ ਹੀ ਧੂਰ ਆਖਦੇ ਨੇ, ਲੇਕਿਨ ਲਫ਼ਜ਼ ਤਾਂ ਧੂਰ ਆਇਆ ਨਾ, ਅਸੀਂ ਇੱਥੇ ਅੜਦੇ ਨਹੀਂ ਆ। ਇਸ ਨਾਲ ਗੁਰਬਾਣੀ ਦੇ ਹੋਰ ਵੀ ਲਫ਼ਜ਼ ਹੈ, ਅਸੀਂ ਉਹਨਾਂ ਨੂੰ ਵੀ ਧਿਆਨ ਨਾਲ ਸੁਣੀਏ। ਉਹ ਲਫ਼ਜ਼ ਹੀ ਬਾਹਰ ਵਾਲੇ ਲੱਗਦੇ ਨੇ, ਪਰ ਉਹਨਾਂ ਦੇ ਅਰਥ ਵੀ, ਭਾਵ ਅਰਥ ਵੀ ਗੁਰਬਾਣੀ ਨੇ ਆਪਣੇ ਮੁਤਾਬਕ ਦਿੱਤੇ ਹੋਏ ਆ। ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ ਧੰਨਵਾਦ ਵੀਰ ਜੀ, ਤੁਸੀਂ ਅੰਦਰ ਦੀ ਸ੍ਰਿਸ਼ਟੀ ਦੀ ਰਚਨਾ ਪੂਰੀ ਬੜੀ ਸੋਹਣੇ ਤਰੀਕੇ ਨਾਲ ਸਮਝਾਉਂਦੇ ਹੋ। ਧੰਨਵਾਦ ਆਪ ਜੀ ਦਾ। ਜੀ ਭੁਪਿੰਦਰ ਵੀਰ ਜੀ। ਹਾਂਜੀ, ਬਹੁਤ ਅੱਛੇ ਪੜਾਅ ਤੇ ਵਿਚਾਰ ਪਹੁੰਚ ਗਈ ਹੈ। ਅਸੀਂ ਪੜ੍ਹਦੇ ਹਾਂ ਨਾ, ਮਨ ਇੱਕ ਨਾ ਚੇਤਸ ਮੂੜ ਬਣਾ, ਹਰ ਬਿਸਰਤ ਤੇਰੇ ਗੁਣ ਗੱਲਿਆ। ਇਹਦਾ ਮਤਲਬ ਰੱਬ ਨੂੰ ਯਾਦ ਰੱਖਣਾ, ਰੱਬੀ ਗੁਣਾ ਦੇ ਨਾਲ ਜੀਣਾ ਹੁੰਦਾ ਹੈ। ਰੱਬੀ ਗੁਣਾ ਨੂੰ ਵਰਚੂਜ਼ ਕਹਿੰਦੇ ਨੇ। ਪਹਿਲੀ ਪੰਕਤੀ ਚ ਕਹਿ ਰਹੇ ਨੇ ਵਰਚੂਜ਼ ਨਾਲ ਜੀਵੋ ਤਾਂ ਰੱਬ ਯਾਦ ਰਹਿੰਦਾ ਹੈ। ਅਸੀਂ ਨਾ ਜੇ ਸ਼ਬਦ ਦਾ ਪੈਟਰਨ, ਸਤਬੀਰ ਜੀ ਸਾਨੂੰ ਬੜਾ ਫਾਇਦਾ ਹੋਏਗਾ ਜੇ ਅਸੀਂ ਸ਼ਬਦ ਦਾ ਪੈਟਰਨ ਉੱਤੋਂ ਥੱਲੇ ਤੱਕ ਆਪਣੀ ਜੀਵਨ ਜਾਂਚ ਨੂੰ ਉੱਚੀਆਂ ਕਰਨ ਵਾਸਤੇ ਬਣਾਈਏ। ਔਰ ਫਿਰ ਸ਼ਬਦ ਦੀ ਜਿਹੜੇ ਕੰਟੈਕਸਟ ਚੱਲ ਰਹੇ ਨੇ, ਉਹ ਕੰਟੈਕਸਟ ਦੇ ਅੰਦਰ, ਜਿਸ ਕੰਟੈਕਸਟ ਦੇ ਅੰਦਰ ਸ਼ਬਦ ਚੱਲ ਰਿਹਾ ਹੈ, ਉਹਦੇ ਅੰਦਰ ਜਿਹੜੇ ਕੰਟੈਂਟਸ ਨੇ ਨਾ, ਉਹ ਸਾਰਿਆਂ ਨੂੰ ਸਾਨੂੰ ਉਸੇ ਕੰਟੈਕਸਟ ਵਿੱਚ ਰੱਖ ਕੇ ਵੀ ਮੇਰੇ ਮਨ ਦੀ ਸੁਧਾਈ ਕੀਤੀ ਜਾ ਰਹੀ ਹੈ, ਮੈਨੂੰ ਸਵਾਰਿਆ ਜਾ ਰਿਹਾ ਹੈ। ਆਪ ਸਵਾਰੇ ਮੈਂ ਮਿਲੇ, ਮੇਰਾ ਰੱਬ ਜੀ ਨਾਲ ਮਿਲਾਪ ਹੋ ਸਕਦਾ ਹੈ। ਮੇਰੇ ਕਾਰਨ, ਮੇਰਾ ਮਤਲਬ ਮੇਰੇ ਮਨ ਦੇ ਕਾਰਨ ਮੇਰੇ ਸਾਰੇ ਅੰਦਰ ਬਾਹਰ ਸਾਰੀ ਸ੍ਰਿਸ਼ਟੀ, ਮੇਰੇ ਤਨ ਦਾ ਸਾਰਾ ਕੁਝ ਸੁਖੀ ਹੋ ਸਕਦਾ ਹੈ। ਇਹਦਾ ਮਤਲਬ ਸ਼ਬਦ ਮੈਨੂੰ ਆਪਣੇ ਅੰਦਰ ਲਿਜਾਂਦਾ ਹੈ। ਹਰ ਸ਼ਬਦ ਦਾ ਪੈਟਰਨ, ਅਸੀਂ ਜੇ ਸਵੈਟਰ ਵੀ ਬੁਣੀ ਦਾ ਨਾ, ਤਾਂ ਸਵੈਟਰ ਦਾ ਇੱਕ ਪੈਟਰਨ ਹੁੰਦਾ ਉੱਤੋਂ ਥੱਲੇ ਤੱਕ। ਜੇ ਉਹ ਨਾ ਹੋਵੇ ਤਾਂ ਸਵੈਟਰ ਦਾ ਸੀਨ ਬਦਲ ਜਾਂਦਾ ਹੈ। ਸੋ ਅਸੀਂ ਉਹੀ ਬੁਣਤੀ ਵਿੱਚ ਰਹੀਏ ਨਾ, ਉਹ ਬਾਣੀ ਦੀ ਬਣਤਰ ਦਾ ਢੰਗ ਹੈ। ਲੋਕੀ ਜਦੋਂ ਪੁੱਛਦੇ ਨੇ ਨਾ ਕਿ ਮੈਨੂੰ ਚੌਕੜਾ ਮਾਰ ਕੇ ਮੈਡੀਟੇਸ਼ਨ ਕਿਉਂ ਕਰਨੀ ਹੈ, ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਦੱਸੋ। ਉਹ ਕਹਿੰਦੇ ਪਾਠ ਕਰਦੇ ਕੰਸੈਂਟਰੇਸ਼ਨ ਨਹੀਂ ਹੁੰਦੀ। ਮੈਂ ਕਿਹਾ ਗੁਰੂ ਸਾਹਿਬ ਨੇ ਨਾ ਸਾਨੂੰ ਬਾਣੀ ਨਾ ਇਸ ਤਰ੍ਹਾਂ ਰਚ ਕੇ ਦਿੱਤੀ ਹੈ। ਜੇ ਤੁਸੀਂ ਬਾਣੀ ਨੂੰ ਪੜੋਗੇ ਨਾ, ਜਿਸ ਤਰ੍ਹਾਂ ਜਪਜੀ ਕੁੜਿਆਰ ਤੋਂ ਸਚਿਆਰ ਬਣਨ ਦੀ ਸਾਰੀ ਜਰਨੀ ਹੈ, ਇਸ ਤਰ੍ਹਾਂ ਇੱਕ ਇੱਕ ਸ਼ਬਦ, ਹਰ ਸ਼ਬਦ ਕਿਸੇ ਪ੍ਰੋਪਰ ਮੂਡ ਨੂੰ ਫਿਕਸ ਅਪ ਕਰਕੇ, ਪ੍ਰੋਪਰ ਅਵਗੁਣ ਨੂੰ ਫਿਕਸ ਅਪ ਕਰਕੇ ਉਹਦਾ ਇੱਕ ਪੈਟਰਨ ਹੈ। ਜਦੋਂ ਉਸ ਪੈਟਰਨ ਨੂੰ ਸਮਝਣਾ ਸ਼ੁਰੂ ਕਰਦੇ ਆ ਨਾ, ਕੰਸੈਂਟਰੇਸ਼ਨ ਬਣਾਣੀ ਨਹੀਂ ਪੈਂਦੀ, ਬਣ ਜਾਂਦੀ ਹੈ।
ਧਿਆਨ ਲਾਣਾ ਨਹੀਂ ਪੈਂਦਾ, ਲੱਗ ਜਾਂਦਾ ਹੈ। ਗੁਟਕਾ ਹੱਥੋਂ ਛੁੱਟਦਾ ਨਹੀਂ ਹੈ, ਬਲਕਿ ਅੱਖਾਂ ਖੁੱਲ ਜਾਂਦੀਆਂ ਨੇ, ਬੰਦਾ ਚੇਤਨ ਹੋ ਜਾਂਦਾ ਹੈ। ਸੋ ਅਸੀਂ ਸ਼ਬਦ ਨੂੰ ਧੱਕੇ ਦੇ ਨਾਲ ਬਾਹਰੋਂ ਅੰਦਰ ਨਹੀਂ ਲਿਆਣਾ। ਅਸੀਂ ਸੋਚਣਾ ਜੇ ਸ਼ਬਦ ਮੇਰੇ ਤੇ ਟੁਕਦਾ ਹੈ ਤਾਂ ਮੇਰਾ ਜੀਵਨ ਬਣੇਗਾ। ਜੇ ਸ਼ਬਦ ਮੇਰੇ ਤੇ ਟੁਕਦਾ ਹੀ ਨਹੀਂ, ਹੋਰਾਂ ਤੇ ਹੀ ਟੁਕਦਾ ਹੈ, ਤਾਂ ਫਿਰ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਵਾਸਤੇ ਹੈ ਹੀ ਨਹੀਂ ਨਾ। ਜਦਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਮੈਨੂੰ, ਮੇਰਾ ਜੀਵਨ ਸਿੱਧਿਆ ਕਰਨ ਵਾਸਤੇ ਮੈਨੂੰ ਸਮਝਣਾ ਕਿ ਮੈਨੂੰ ਫਸਟ ਪਰਸਨ ਤੇ ਕਿਵੇਂ ਟੁਕਾਵਾਂ। ਸੋ ਮੈਨੂੰ ਨਾ ਮੌਕਾ ਮਿਲਿਆ ਸੀ ਬੈਂਕਾਕ ਸਿੰਗਾਪੁਰ ਰਹਿਣ ਦਾ, ਤੇ ਉੱਥੇ ਦੇਹਧਾਰੀ ਗੁਰਤਾ ਮੰਨਣ ਵਾਲੇ ਕਾਫੀ ਸੱਜਣ ਰਹਿੰਦੇ ਨੇ। ਰਾਧਾ ਸੁਆਮੀ ਵੀ, ਨਿਰੰਕਾਰੀ ਵੀ, ਨਾਮਧਾਰੀ, ਨੀਲਧਾਰੀ ਵੀ। ਉਹ ਵੀ ਇਹ ਸਮਝਦੇ ਨੇ ਬਈ ਕੋਈ ਬੰਦਿਆਂ ਤੇ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਉਹ ਫਿਰ ਮੈਨੂੰ ਪੁੱਛਦੇ ਸਨ, ਤੁਸੀਂ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਹੋ, ਅਸੀਂ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਹਾਂ, ਅਸੀਂ ਜਿਹੜੇ ਆਪਣੇ ਦੇਹਧਾਰੀ ਗੁਰੂ ਜੀ ਤੋਂ ਬਲਿਹਾਰ ਜਾਂਦੇ ਹਾਂ, ਤੁਹਾਨੂੰ ਉਹਦੇ ਤੇ ਆਬਜੈਕਸ਼ਨ ਕੀ ਹੈ? ਤਾਂ ਮੈਂ ਤੇ ਕੋਈ ਅਥਾਰਟੀ ਨਹੀਂ ਹੈ, ਮੈਨੂੰ ਤਾਂ ਕੋਈ ਆਬਜੈਕਸ਼ਨ ਨਹੀਂ ਹੈ। ਪਰ ਅਸੀਂ ਜੇ ਸਾਰੀ ਲੁਕਾਈ ਸਾਰੀ ਦੁਨੀਆ ਦੇ ਬਾਰੇ ਸੋਚਣਾ ਹੈ ਤਾਂ ਸਾਨੂੰ ਹਰ ਮਨੁੱਖ ਨੂੰ ਤੇ ਰੱਬ ਜੀ ਦਾ ਬੰਦਾ ਸਮਝਣਾ ਹੈ, ਪਰ ਸਾਨੂੰ ਬਲਿਹਾਰ ਜਾਣਾ ਹੈ ਰੱਬ ਜੀ ਦੀ ਵਰਚੂਸ ਤੋਂ, ਰੱਬ ਜੀ ਦੀ ਵਿਜ਼ਡਮ ਤੋਂ। ਕਹਿੰਦੇ ਨੇ ਹਰ ਚੇਤੈ ਤਿਨ ਬਲਿਹਾਰੈ ਜਾਉ। ਜਿਨ੍ਹਾਂ ਦੇ ਨਾਲ ਰੱਬ ਯਾਦ ਰਹਿੰਦਾ ਹੈ ਨਾ, ਉਹ ਵਰਚੂਸ ਤੋਂ ਮੈਂ ਬਲਿਹਾਰ ਹਾਂ। ਬੰਦਿਆਂ ਤੋਂ ਬਲਿਹਾਰ ਜਾਣ ਦੀ ਬਜਾਏ ਜਦੋਂ ਅਸੀਂ ਬਾਣੀ ਪੜਾਂਗੇ ਨਾ, ਲੋਕੀ ਬੰਦਿਆਂ ਤੋਂ ਬਲਿਹਾਰ ਜਾਣ ਦੇ ਚੱਕਰ ਵਿੱਚ ਹੀ ਤਾਂ ਦੇਹਧਾਰੀ ਗੁਰੂ ਅਤੇ ਦੇਹਧਾਰੀ ਸੰਤਾਂ ਦੇ ਚੱਕਰਾਂ ਵਿੱਚ ਫਸੇ ਹੋਏ ਨੇ। ਸਤਬੀਰ ਜੀ, ਤੁਹਾਨੂੰ ਸਮਝ ਆ ਗਈ ਜਾਂ ਸੁਖਵਿੰਦਰ ਨੂੰ ਸਮਝ ਆ ਗਈ, ਇਹ ਉਹਨਾਂ ਸੰਤਾਂ ਕੋਲ ਨਹੀਂ ਜਾਂਦੇ, ਪਰ ਉਹ ਤੇ ਜਾਂਦੇ ਹਨ ਜਿਹੜੇ ਵਿਚਾਰੇ ਭੁਲੇਖੇ ਜਾਣ। ਪਰ ਹੁਣ ਜਦੋਂ ਅਸੀਂ ਬਾਣੀ ਨੂੰ ਬਾਣੀ ਚੋਂ ਠੀਕ ਢੰਗ ਨਾਲ ਸਮਝ ਲਾਂਗੇ, ਰੱਬ ਨੂੰ ਸੱਚ ਕਹਿੰਦੇ ਨੇ, ਰੱਬ ਨੂੰ ਸੱਚ ਤੋਂ ਸੱਤ ਕਹਿੰਦੇ ਨੇ, ਸੱਤ ਨੂੰ ਐਸੈਂਸ ਵੀ ਕਹਿੰਦੇ ਨੇ, ਸੱਤ ਦੇ ਅੰਦਰੋਂ ਜਿਹੜਾ ਮੈਸੇਜ ਨਿਕਲਦਾ ਨਾ ਉਹਨੂੰ ਸੰਤ ਕਹਿੰਦੇ ਨੇ। ਸੱਚੀ ਬਾਣੀ ਜਦੋਂ ਪਿਛਲੇ ਪਦੇ ਵਿੱਚ ਪੜਾਂਗੇ ਨਾ, ਤਾਂ ਸੱਚੀ ਬਾਣੀ ਮੈਨੂੰ ਵਰਚੂਸ ਦੇ ਨਾਲ ਜੀਣਾ ਸਿਖਾਉਂਦੀ ਹੈ। ਵਰਚੂਸ ਨਾਲ ਮੈਂ ਜੀਣਾ ਤਾਂ ਮੇਰਾ ਰੱਬ ਨਾਲ ਯਾਦ ਰਹਿੰਦਾ ਮੈਨੂੰ। ਮਨ ਇੱਕ ਨਾ ਚੇਤਸ ਮੁੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਗੁਣ ਕੀਨੇ ਵਰਚੂਸ। ਇਹ ਆਪਣੇ ਤੇ ਐਪਲੀਕੇਬਲ ਅਰਥ ਮੈਂ ਸਾਂਝ ਕਰ ਰਿਹਾ, ਇੰਪੋਜ਼ਡ ਨਹੀਂ ਹੈ। ਧੱਕੇ ਨਾਲ ਕੋਈ ਹੋਰ ਅਰਥ ਬਣਾਉਣ ਦੀ ਲੋੜ ਨਹੀਂ ਹੈ। ਸੱਚੀ ਬਾਣੀ ਰਾਹੀਂ ਵਰਚੂਸ ਪਤਾ ਲੱਗਦੀਆਂ ਨੇ, ਤਾਂ ਹੁਣ ਸੱਚੀ ਬਾਣੀ ਚੋਂ ਜਿਹੜੀਆਂ ਵਰਚੂਸ ਪਤਾ ਲੱਗਦੀਆਂ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਬਾਣੀ ਵਿੱਚ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਹੁੰਦਾ ਰੱਬ। ਰੱਬ ਚੋਂ ਜਿਹੜਾ ਐਸੈਂਸ ਨਿਕਲ ਕੇ ਆਉਂਦਾ ਨਾ, ਉਹਨੂੰ ਵਰਚੂਸ ਕਹਿੰਦੇ ਨੇ, ਉਹਨੂੰ ਸੰਤ ਕਹਿੰਦੇ ਨੇ। ਇਹ ਦੋਨੋਂ ਤੂੰ ਫੋਲੋ ਕਰ, ਰੱਬ ਅਤੇ ਰੱਬ ਦਾ ਵਰਚੂਸ ਵਾਲਾ ਸੰਤ ਐਸਪੈਕਟ। ਜਦੋਂ ਉਹਨੂੰ ਤੂੰ ਫੋਲੋ ਕਰੇਗਾ ਨਾ, ਤਾਂ ਤੂੰ ਫਿਰ ਵਰਚੂਸ ਤੋਂ ਬਲਿਹਾਰ ਜਾਏਗਾ। ਕੋਈ ਧਰਤੀ ਤੇ ਚਿੱਟੇ ਕੱਪੜੇ ਵਾਲੇ, ਚੋਲੇ ਵਾਲੇ, ਅਨੇਕਾਂ ਚੇਲਿਆਂ ਵਾਲੇ, ਡੇਰੇਦਾਰਾਂ ਵਾਲੇ ਸੰਤਾਂ ਦੇ ਬਲਿਹਾਰ ਤੈਨੂੰ ਨਹੀਂ ਜਾਣਾ ਪਏਗਾ। ਕੋਈ 8-10 ਬੰਦੇ ਕਿੱਥੇ ਚਾਰ ਦੀਵਾਰਾਂ 'ਚ ਬੈਠੇ ਹੋਏ ਨੇ, ਕਿੱਥੇ ਪੇੜ ਥੱਲੇ ਬੈਠ ਕੇ ਰੱਬ ਦੀਆਂ ਗੱਲਾਂ ਕਰ ਰਹੇ ਨੇ, ਉਹਨਾਂ ਤੋਂ ਬਲਿਹਾਰ ਜਾਣ ਦੀ ਗੱਲ ਨਹੀਂ ਚੱਲ ਰਹੀ। ਤਿੰਨ ਦਾ ਮੈਨਾ ਅਸੀਂ ਆਪਣੇ ਤੇ ਅਪਲਾਈ ਕਰਨ ਵਾਸਤੇ ਸਮਝਾਂਗੇ। ਮੈਂ ਉਹ ਵਰਚੂਸ ਤੋਂ ਬਲਿਹਾਰ ਜਾਂਦਾ, ਉਹਦੇ ਨਾਲ ਰੱਬ ਜੀ ਯਾਦ ਰਹਿੰਦੇ ਨੇ। ਗੁਰ ਕੈ ਸ਼ਬਦ ਰਾਹੀਂ ਹਰ ਗੁਰ ਕੈ ਸ਼ਬਦ ਤਿੰਨ ਮੇਲ ਮਿਲਾਓ। ਜਿਉਂ ਅਸੀਂ ਵਰਚੂਸ ਨਾਲ ਜੀਂਦੇ ਹਾਂ, ਮੇਰੇ ਸਾਰੇ ਅੰਗ ਵੀ ਔਰ ਮੈਂ ਵੀ, ਅਸੀਂ ਸਾਰੇ ਰੱਬੀ ਇਕਮਿਕਤਾ ਵਾਲਾ ਜੀਵਨ ਪ੍ਰਾਪਤ ਕਰਦੇ ਹਾਂ। ਤਿੰਨ ਕੀ ਧੂਰ ਲਾਇਕ ਮੁਖ ਮਸਤਕ। ਇਹ ਧੂਰ ਕੀ ਹੁੰਦਾ ਹੈ? ਉਹਨੇ ਸੁਖਿੰਦਰ ਜੀ ਨੇ ਬੜਾ ਅੱਛਾ ਪੁਆਇੰਟ ਧਿਆਨ ਦਵਾਇਆ। ਜਿਹੜੇ ਭੁਲੇਖੇ ਚਨ ਉਹ ਤੇ ਮਨੁੱਖਾਂ ਦੀ ਧੂੜ ਲੈਂਦੇ ਨੇ। ਮੈਂ ਅਮਰੀਕਾ $100 ਦੀ ਇੰਨੀ ਦੀ ਪੁੜੀ ਵਿਕਦਿਆਂ ਦੇਖੀ ਹੋਈ ਹੈ। ਇਹ ਧੂੜ ਕਿੱਥੇ ਦੀ ਹੈ? ਪਟਨਾ ਸਾਹਿਬ ਦੀ ਹੈ। ਇਹ ਧੂੜ ਕਿੱਥੇ ਦੀ ਹੈ? ਹਜੂਰ ਸਾਹਿਬ ਦੀ ਹੈ। ਇਸ ਤਰ੍ਹਾਂ ਲੋਕੀ ਉਹ ਧੂੜ ਨੂੰ ਮਸਤਕ ਤੇ ਲਾਉਂਦੇ ਨੇ। ਜਦੋਂ ਤੱਕ ਅਸੀਂ ਬਾਣੀ ਚੋਂ ਨਹੀਂ ਸਮਝਾਂਗੇ ਧੂੜ ਨੂੰ, ਤਾਂ ਧੂੜ ਹੁੰਦੀ ਹੈ ਸਤਿਗੁਰ ਕੀ ਧੂੜ ਪੜੀ ਉਡ ਨੇਤਰੀ, ਸਭ ਹਮਰੀ ਦੁਰਮਤ ਮੈਲ ਗਵਾਏ। ਧੂੜ ਹੁੰਦੀ ਹੈ ਸਤਿਗੁਰ ਦੀ ਮਤ ਦਾ ਐਸੈਂਸ। ਧੂੜ ਨੂੰ ਰੱਜ ਕਹਿੰਦੇ ਨੇ। ਫੁੱਲ ਦੇ ਅੰਦਰ ਜਿੱਥੇ ਪਰਾਗ ਹੁੰਦੇ ਤੇ ਖੁਸ਼ਬੂ ਹੁੰਦੀ, ਉਹਨੂੰ ਰੱਜ ਕਹਿੰਦੇ ਨੇ, ਉਹਨੂੰ ਧੂੜ ਕਹਿੰਦੇ ਨੇ। ਇਹ ਮਨੁੱਖਾਂ ਦੇ ਚਰਨਾਂ ਦੀ ਔਰ ਜੁੱਤੀਆਂ ਦੇ ਥੱਲੇ ਵਾਲੀ ਧੂੜ ਦੀ ਗੱਲ ਹੀ ਨਹੀਂ ਚੱਲ ਰਹੀ। ਤਿਨਕੀ ਧੂੜ ਲਾਇਕ ਮੁਖ ਮਸਤਕ।
मैं ਵਰਚੂਜ਼ ਨੂੰ ਆਪਣੇ ਮਤ ਅੰਦਰ ਰੱਖਦਾ ਹਾਂ, ਹੰਬਲੀ ਫੋਲੋ ਕਰਦਾ ਹਾਂ ਵਰਚੂਜ਼ ਨੂੰ। ਇਹ ਵਾਲੀ ਸਤਸੰਗਤ ਹੀ ਜਦੋਂ ਮੈਂ ਰਹਿੰਦਾ ਨਾ ਤਾਂ ਮਾਨੋ ਮੈਂ ਟਿਕਿਆ ਹੋਇਆ, ਸਟੇਬਲ ਹਾਂ। ਔਰ ਰੱਬੀ ਗੁਣ ਗਾਣ ਦੀ ਇਸ ਅਵਸਥਾ ਨੂੰ ਇੰਜ ਕਹਿੰਦੇ ਨੇ, ਵਰਚੂਜ਼ ਦੀ ਧੂੜ ਦੀ ਕੰਪਨੀ ਕੀਤੀ, ਪ੍ਰੈਕਟੀਕਲ ਜੀਵਨ ਜੀਵਿਆ, ਸੱਚ ਦੀ ਸੰਗਤ ਹੋਈ, ਸਟੇਬਲ ਹੋ ਗਏ, ਬਹਿ ਗੁਣ ਗਾਇਂਦਾ। ਕੋਈ ਮਨੁੱਖਾਂ 'ਚ ਬੈਠ ਕੇ ਗੁਣ ਗਾਣ ਵਾਲੀ ਗੱਲ ਨਹੀਂ ਚੱਲ ਰਹੀ। ਜਦੋਂ ਮਨੁੱਖਾਂ 'ਚ ਬੈਠ ਕੇ ਜਿਹੜੇ ਕੀਰਤਨ ਦਰਬਾਰ ਹੁੰਦੇ ਨੇ ਨਾ, ਗੁਰੂ ਸਾਹਿਬ ਮੈਨੂੰ ਪੁੱਛਦੇ ਨੇ, ਮਨ ਕਰ ਕਬੂ ਨਾ ਹਰ ਗੁਣ ਗਾਇਓ। ਤੂੰ ਆਪਣੇ ਮਨ ਦੀ ਗੱਲ ਕਰਨਾ, ਸੁਰਤ ਕਰਕੇ ਸੰਗਤ ਕੀਤੀ ਹੈ ਤਾਂ ਤੇਰੇ ਹਰ ਗੁਣ ਹੋਣਗੇ, ਨਹੀਂ ਤੇ ਉਹ ਸਾਰੇ ਸ਼ਬਦ ਵਿੱਚ ਜਿਤਨੇ ਵੀ ਨੈਗੇਟਿਵਸ ਨੇ ਉਹ ਕਾਊਂਟ ਕੀਤੇ ਹੋਏ ਨੇ। ਦਿਖਿਆ ਸ਼ਕਤ ਰਹਿਓ ਨਿਸਬਾਸੁਰ ਕੀਨੋ ਆਪਣੋ ਪਾਇਓ। ਫਿਰ ਮੈਨੂੰ ਇਹ ਕ੍ਰੈਡਿਟ ਤੇ ਨਹੀਂ ਨਾ ਦੇਣਗੇ ਮੈਂ 8-10 ਬੰਦਿਆਂ ਦੇ ਵਿਚਕਾਰ ਬੈਠਾ ਹਾਂ, ਢੋਲਕੀ ਛਾਣੇ ਖੜਕਾ ਰਿਹਾ ਜਾਂ ਬੜਾ ਝੂਮ ਝੂਮ ਕੇ ਅੱਖਾਂ ਨੂਟ ਕੇ ਮੈਂ ਕੀਰਤਨ ਸੁਣ ਰਿਹਾ। ਉਹਨੂੰ ਤੇ ਸਤਸੰਗਤ ਗੁਰੂ ਸਾਹਿਬ ਮੰਨ ਨਹੀਂ ਰਹੇ ਨੇ। ਸਤਸੰਗਤ ਵਰਚੂਸ ਦੇ ਨਾਲ, ਸੰਤਨ ਸੰਗ ਦੇ ਨਾਲ ਲਗਾਤਾਰ ਜੀਣਾ ਔਰ ਸਟੇਬਲ ਰਹਿਣਾ, ਇਹ ਗੁਣ ਗਾਇਂਦਾ ਦੀ ਅਵਸਥਾ ਹੁੰਦੀ ਹੈ। ਇਹ ਰੱਬ ਜੀ ਦੀ ਇਕਮਿਕਤਾ ਦੀ ਅਵਸਥਾ, ਕਿਹਦੀ ਉਹੀਓ ਜਿਹਦੀ ਕਾਇਆ ਕੰਚਨ ਉੱਤੋਂ ਲੈ ਕੇ ਆ ਰਹੇ ਨੇ, ਜਿਹੜਾ ਹਰਜੀਓ ਬਣ ਗਿਆ ਹੈ, ਜਿਹੜਾ ਸੱਚੀ ਬਣੀ ਰਾਹੀਂ ਆਪਣੇ ਆਰਗਨਸ ਨੂੰ ਵੀ ਉਹਦੇ ਨਾਲ ਮਿਲਾਉਂਦਾ ਹੈ। ਕਿਤਨਾ ਪਿਆਰਾ ਅੰਦਰ ਦਾ ਕਨਸੈਪਟ ਹੈ। ਸਤਬੀਰ ਜੀ ਇੱਕ ਸੈਂਟੈਂਸ ਹੋਰ ਆਖਾਂ, 500 ਸਾਲ ਹੋ ਗਏ, 500 ਸਾਲਾਂ ਚ ਗੁਰਬਾਣੀ ਦੇ ਸ਼ਬਦਾਂ ਦੇ ਬਾਰੇ ਵਿਚਾਰ ਨਹੀਂ ਹੋਈ, ਸਟੋਰੀਜ਼ ਸੁਣਾਈਆਂ ਗਈਆਂ, ਚਾਰ ਦੀਵਾਰਾਂ ਦੇ ਤੀਰਥ ਸਥਾਨ ਨਾਲ ਜੋੜਿਆ ਗਿਆ, ਕਿਸੇ ਜਗ੍ਹਾ ਦੇ ਨਾਲ ਜੋੜਿਆ ਗਿਆ, ਲੋਕਾਂ ਨੂੰ ਸ਼ਬਦ ਵਿਚਾਰ ਕਰਕੇ ਆਪਣੇ ਅੰਦਰ ਜਾਣ ਹੀ ਨਹੀਂ ਦਿੱਤਾ। ਜੇ ਸ਼ਬਦ ਵਿਚਾਰ ਹੋ ਰਹੀ ਹੈ, ਅਲਟੀਮੇਟਲੀ ਸ਼ਬਦ ਵਿਚਾਰ ਮੈਨੂੰ ਆਪਣੇ ਅੰਦਰ ਲਿਜਾਣ ਵਾਸਤੇ ਇੰਸਪਾਇਰ ਕਰਦੀ ਹੈ। ਅਸੀਂ ਸ਼ਬਦ ਵਿਚਾਰ ਨੂੰ ਅੰਦਰ ਲਿਜਾਣ ਵਾਸਤੇ ਪ੍ਰਬੰਧਕਾਂ ਨੂੰ ਨਹੀਂ ਕਹਿ ਪਾਏ ਨਾ, ਇਸ ਕਰਕੇ ਪ੍ਰਬੰਧਕ ਗੁਰਦੁਆਰਿਆਂ 'ਚ ਸ਼ਬਦ ਵਿਚਾਰ ਆਪਣੇ ਤੇ ਟੁਕਾ ਕੇ ਕਰਨ ਵਾਸਤੇ ਸਮਾਂ ਨਹੀਂ ਦਿੰਦੇ ਨੇ। ਜੀ ਟਾਈਮ ਬਹੁਤ ਹੋ ਜਾਏਗਾ, ਸੰਗਤਾਂ ਘਰ ਚਲੀਆਂ ਜਾਣਗੀਆਂ, ਇੰਨੀ ਲੰਬੀ ਕੌਣ ਸੁਣਦਾ ਹੈ ਜੀ। ਲੋ ਜੀ ਹੁਣ ਸ਼ਬਦ ਦੇ ਨਾਲ ਚਲੋ, ਇਹਦਾ ਨਾਂ ਕਥਾ ਰੱਖ ਲੈਂਦੇ ਆ, ਸ਼ਬਦ ਦੇ ਨਾਲ ਅਸੀਂ सूरज प्रकाश की कथा ਤੁਹਾਨੂੰ सुना देंगे। बस जो सुनो 500 साल पहले ऐसे हुआ था, सुन के घर जाओ। मैनू अंदर जाने वास्ते अच्छा जी विचार ही नहीं होने दिती, ना मेरे वास्ते ना संगतां वास्ते। हुण ਇਹ ਜਿਹੜੀ ਅਸੀਂ ਪਲੇਟਫਾਰਮ ਬਣਾਇਆ ਨਾ, ਅਸੀਂ ਇਸ ਪਲੇਟਫਾਰਮ ਤੇ ਅੰਦਰ ਜਾਣ ਵਾਸਤੇ ਮੈਕਸਿਮਮ ਨਮਰਤਾ ਧਾਰਨ ਕਰਕੇ ਸਾਰੀਆਂ ਹਰਡਲਸ ਨੂੰ ਆਊਟ ਕਰਾਂਗੇ ताकि अंदर जा सकीए, ताकि असी सत्संगत दे महल दे अंदर बैठ के सत्संगत प्राप्त कर सकीए। सो जेडे अखर ने ना, धूर, मुख मस्तक, सत्संगत, बह गुण गाइंदा, बलिहारे किदे जाना है, वर्चूज किनू कहंदे ने, ये बड़े काम आणगे साडे अंदर जान वास्ते। ये जीवन बदलदे हन, ये सानू मनमुख नहीं बनांदे हन, साडी हौमे ईगो दी कूड़ तारदे हन, ये सानू गुमराह नहीं करदे ने जे असीं अंदर जांदे हां। ये शब्दां दे अर्थ। हाँ जी, थैंक यू। धन्यवाद वीर जी। आप जी बिल्कुल सेल्फ अपने उत्ते टुका के जिहड़ा है अपने ते टुका के असी जिहड़ा शब्द दे राहीं अपने नू किस तरह सुधारीदा, आप जी समझाना करदे हो। धन्यवाद आप जी। हाँ, आज 2 पद्यां दा पाठ रहा, आओ रल मिल के पाठ कर लिए, फिर 5 सेकंड की समाप्ति है, फिर उपरंत सवाल जवाब सेशन आरंभ होना। मारू महला तीजा, काया कंचन शब्द विचारा, तिथे हर वसै, जिस दा अंत न पारा वारा, अनदिन हर सेव्यो सच्ची वाणी, हर जियो शब्द मिलाइंदा, हर चेते तिन बलहारे जाऊं, गुर के शब्द तिन मेल मिलाऊं, तिन की धूर लाई मुख मस्तक, सत संगत बह गुण गायंदा, तिन की धूर लाई मुख मस्तक,
ਸਤ ਸੰਗਤ ਬਹਿ ਗੁਣ ਗਾਇਦਾ। ਹੋਈਆਂ ਬੇਅੰਤ ਭੁੱਲਾਂ ਦੀ ਕਿਰਪਾ। ਜੀਤ ਤਜਿੰਦਰ ਵੀਰ ਜੀ ਸਵਾਲ ਜਵਾਬ ਲੈ ਲਿਆ ਜੀ। ਇਸ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹ ਰਿਹਾ ਸੀ, ਸੰਡੇ ਨੂੰ ਭੂਆ ਜੀ ਦਾ ਸੈਸ਼ਨ ਜਿਹੜਾ ਹੈ ਸਾਡਾ ਕਾਉਂਸਲਿੰਗ ਦਾ ਸੈਸ਼ਨ ਹੁੰਦਾ, ਉਸ ਦਿਨ ਗੁਰਮਤਿ ਵਿਚਾਰਾਂ ਨਹੀਂ ਹੁੰਦੀਆਂ, ਕਾਉਂਸਲਿੰਗ ਦਾ ਸੈਸ਼ਨ ਹੁੰਦਾ, ਜਿਸ ਦੇ ਵਿੱਚ ਇਸ ਸੰਡੇ ਦਾ ਜਿਹੜਾ ਵਿਸ਼ਾ ਹੈ ਉਹ ਟਾਈਮ ਮੈਨੇਜਮੈਂਟ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਉੱਤੇ ਵਿਸ਼ਾ ਰੱਖਿਆ ਗਿਆ ਹੈ ਤੇ ਉਸ ਬਾਬਤ ਭੂਆ ਜੀ ਨੇ ਵਿਚਾਰ ਦੇਣੀ ਹੈ। ਸਵੇਰ ਦਾ ਸਮਾਂ 9:30 ਵਜੇ ਤੋਂ 11:30 ਵਜੇ ਤੱਕ ਦਾ ਸਮਾਂ ਹੁੰਦਾ ਹੈ, ਉਸ ਦੇ ਵਿੱਚ ਵੀ ਜ਼ਰੂਰ ਹਾਜ਼ਰੀ ਭਰਿਆ ਜੇ। ਜੀ ਤਜਿੰਦਰ ਵੀਰ ਜੀ। ਵੀਰ ਜੀ ਇੱਕ ਦਪਿੰਦਰ ਵੀਰ ਜੀ ਹੈਗੇ ਨੇ, ਕੁਝ ਲਿਖ ਰਹੇ ਨੇ ਬਾਰ-ਬਾਰ। ਅੱਜ ਵੀਰ ਜੀ ਉਹਨਾਂ ਦੇ ਸਵਾਲ ਲੈ ਲੈਂਦੇ। ਵੀਰ ਜੀ ਆਪ ਜੀ अपनी ऑडियो ऑन करो ਵੀਰ ਜੀ, आप जो सांझ पाना चाहते हो ਵੀਰ ਜੀ, ये सांझ पायो ਵੀਰ ਜੀ। ਵੀਰ ਜੀ ਆਪਣੀ ਆਡੀਓ ਔਨ ਕਰੋ। ਦਲਜੀਤ ਜੀ ਦਾ ਤਜਿੰਦਰ ਕੱਲ ਦਾ ਪੈਨ ਪਰਸੋਂ ਵੀਰ ਜੀ ਉਹ ਮੈਸੇਜ ਆ ਗਿਆ ਸੀ ਉਹਨਾਂ ਦਾ, ਕਲੀਅਰ ਹੈ, ਕਹਿੰਦੇ ਅਸੀਂ ਦੁਬਾਰਾ ਸਵਾਲ ਨਹੀਂ ਲੈਣਾ। दपिंदर ਵੀਰ ਜੀ ਆਪ ਜੀ ਦੀ ਆਡੀਓ ਔਨ ਹੈ। ਵੀਰ ਜੀ ਆਪ ਜੀ ਕੀ ਵਿਚਾਰ ਦੇਣਾ ਚਾਹੁੰਦੇ ਹੋ ਪਲੀਜ਼। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਜਿਵੇਂ ਕੱਲ ਨਾ ਥੋੜਾ ਜਿਹਾ ਇਸ ਤਰ੍ਹਾਂ ਲੱਗਿਆ ਕਿ ਇਸ ਜਿਹੜੇ ਪਲੇਟਫਾਰਮ ਤੇ ਅਸੀਂ ਜੁੜੇ ਆ ਤਕਰੀਬਨ 3 ਮਹੀਨੇ ਹੋ ਗਏ, 3 ਮਹੀਨੇ ਤੋਂ ਬਹੁਤ ਅੱਛੇ ਵਿਚਾਰ ਆ ਰਹੇ ਸੀਗੇ ਤੇ ਕੱਲ ਇਸ ਤਰ੍ਹਾਂ ਲੱਗਿਆ ਵੀ ਇੱਥੇ ਵਿਚਾਰ ਨਹੀਂ ਆ ਰਹੇ, ਹੁਕਮ ਦਿੱਤੇ ਜਾ ਰਹੇ ਨੇ ਕਿ ਤੁਹਾਨੂੰ ਸੁਣਨੇ ਹੀ ਪੈਣਗੇ। ਜਿਵੇਂ ਵਿਚਾਰ ਦੇ ਵਿੱਚ ਕਿਸ ਬਾਬਤ ਕਹਿ ਰਹੇ ਵੀਰ ਜੀ ਆਪ ਜੀ, ਕਿਸ ਬਾਬਤ ਕਹਿ ਰਹੇ ਜੀ ਆਪ ਜੀ? ਥੋੜਾ ਚਾਨਣਾ ਪਾਓ। ਅਸੀਂ ਕੋਈ ਵੀ ਇਹ ਸ਼ਬਦ ਦੀ ਵਿਚਾਰ ਲੈਣਾ ਚਾਹੁੰਦੇ ਹਾਂ ਜਾਂ ਉਸ ਸ਼ਬਦ ਦੇ ਬਾਰੇ ਅਸੀਂ ਪੁੱਛਣਾ ਚਾਹੁੰਦੇ ਹਾਂ ਜਾਂ ਉਹ ਚੈਟਿੰਗ ਬਾਕਸ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਉਹ ਵਾਇਸ ਮਿਊਟ ਕਰ ਦਿੱਤੀ ਜਾਂਦੀ ਹੈ। ਤੇ ਕੱਲ ਇਹ ਫੀਲ ਹੋਇਆ ਵੀ ਅਸੀਂ ਇੱਕ ਸਿੱਖ ਸੰਗਤ ਵਿੱਚੋਂ ਉਸ ਸਭਾ ਦੇ ਵਿੱਚ ਬੈਠੇ ਹਾਂ ਜਿਹਦੇ ਚ ਸਾਰੇ ਇੰਟੈਲੈਕਚੁਅਲ ਪਰਸਨਸ ਹੈਗੇ ਨੇ, ਪਰ ਇੱਕ ਸਾਡੀ ਆਵਾਜ਼ ਨੂੰ ਸੁਣਿਆ ਨਹੀਂ ਜਾਂਦਾ। ਆਪਣਾ ਆਰਡਰ ਦਿੱਤਾ ਜਾਂਦਾ ਵੀ ਇਹ ਤੁਹਾਨੂੰ ਸੁਣਨਾ ਹੀ ਪੈਣਾ ਹੈ। ਕੱਲ ਵੀ 2-3 ਸ਼ਬਦ ਅਸੀਂ ਲਿਖੇ ਗਏ, ਉਹਦੇ ਚ ਅਨਾਉਂਸ ਬੰਦ ਕਰ ਦਿੱਤੀ ਗਈ, ਆਵਾਜ਼ਾਂ ਬੰਦ ਕਰ ਦਿੱਤੀਆਂ ਗਈਆਂ, ਈਵਨ ਕਿ ਚੈਟਿੰਗ ਬਾਕਸ ਵੀ ਬੰਦ ਕਰ ਦਿੱਤੀ ਗਈ। ਮੈਂ ਹਰਵਿੰਦਰ ਆਪ ਜੀ ਨੇ ਬੋਲ ਲਿਆ, ਹੁਣ ਸਾਡੀ ਵੀ ਸੁਣ ਲਓ ਵੀਰ ਜੀ। ਇੱਕ ਸੈਕਿੰਡ ਵੀਰ ਜੀ, ਇੱਕ ਸੈਕਿੰਡ, ਫਿਰ ਉਹੀ ਗੱਲ ਜੀ। ਹਰਵਿੰਦਰ ਸਿੰਘ ਵੀਰ ਜੀ ਦੇ ਵਿਚਾਰਾਂ ਨਾਲ ਮੈਂ 100% ਸਹਿਮਤ ਸੀਗਾ। ਵਿਚਾਰ ਜੋ ਆ ਰਹੀ ਸੀ ਕਿ ਸੁਖਵਿੰਦਰ ਸਿੰਘ ਵੀਰ ਜੀ ਉਹਨਾਂ ਨਾਲ ਵੀ ਸਹਿਮਤ ਸੀਗਾ। ਥੋੜਾ ਜਿਹਾ ਫਰਕ ਸੀਗਾ, ਥੋੜੇ ਜਿਹੇ ਫਰਕ ਦੇ ਨਾਲ ਜੇ ਅਸੀਂ ਵੀ ਵਿੱਚ ਕੋਈ ਪਾਰਟਿਸਿਪੇਟ ਕਰ ਸਕਦੇ ਹਾਂ ਤੇ ਜੇ ਉਹਨੂੰ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਕੋਈ ਦਿੱਕਤ ਨਹੀਂ ਹੈ ਜੀ। ਜੀ ਅੱਜ ਮੌਕਾ ਦਿੱਤਾ, ਤੁਸੀਂ ਵਿਚਾਰ ਦੇ ਲਓ ਕੱਲ ਵਾਲੀ ਸ਼ਬਦ ਦੇ। ਅੱਜ ਤੁਹਾਨੂੰ ਅਗਰ ਨਹੀਂ ਤਾਂ ਮੌਕਾ ਦੇਣਾ ਹੁੰਦਾ ਤਾਂ ਅੱਜ ਵੀ ਨਾ ਦਿੰਦੇ ਵੀਰ ਜੀ। ਆਪ ਜੀ ਵਿਚਾਰ ਦਿਓ ਵੀਰ ਜੀ। ਮੈਂ ਵਿਚਾਰ ਨਹੀਂ ਦੇ ਰਹੀ, ਮੈਂ ਤਾਂ ਜੋ ਮੈਨੂੰ ਫੀਲ ਹੋਇਆ ਮੈਨੂੰ ਵਿਚਾਰ। ਅਸੀਂ ਮਾਫੀ ਚਾਹੁੰਦੇ ਹਾਂ ਕੱਲ ਵਾਸਤੇ, ਸਾਡੀ ਇੰਟੈਂਸ਼ਨ ਨਹੀਂ ਸੀਗੀ, ਗਲਤੀ ਨਾਲ ਹੋ ਗਿਆ ਹੋਣਾ, ਨੈਟਵਰਕ ਪ੍ਰੋਬਲਮ ਹੈ। ਇਹ ਜ਼ੂਮ ਦੇ ਹੱਥ ਵਿੱਚ ਹੈਗਾ, ਸਾਡੇ ਨਹੀਂ ਹੁੰਦਾ ਵੀਰ ਜੀ। ਆਪ ਜੀ ਵਿਚਾਰ ਦਿਓ, ਲਾਈਵ ਵੀ ਚੱਲ ਰਿਹਾ, ਰਿਕਾਰਡਿੰਗ ਵੀ ਚੱਲ ਰਹੀ ਹੈ। ਆਪ ਜੀ ਵਿਚਾਰ, ਜੇ ਮੇਰੇ ਕੋਲ ਵਿਚਾਰ ਹੁੰਦੇ ਨਾ ਵੀਰ ਜੀ, ਜੇ ਮੇਰੇ ਕੋਲ ਵਿਚਾਰ ਹੁੰਦੇ ਮੈਂ ਤੁਹਾਨੂੰ ਵਿਚਾਰ ਦਿੰਦਾ। ਮੈਂ ਸੁਣਨ ਵਾਸਤੇ ਵਿਚਾਰ ਦਾ ਸਮਾਂ ਮੰਗ ਰਹੇ ਹੋ। ਆਪ ਜੀ ਕਹਿ ਰਹੇ ਹੋ ਮੈਨੂੰ ਵਿਚਾਰ ਨਹੀਂ ਦਿੱਤੀ ਗਈ। ਨਹੀਂ ਵਿਚਾਰ ਨਹੀਂ, ਅਸੀਂ ਜਿਹੜੀ ਤੁਹਾਡੀ ਗੱਲ ਸੀ ਹੋ ਰਹੀ ਸੀਗੀ ਉਹਨਾਂ ਦੋਹਾਂ ਭਰਾਵਾਂ ਦੇ ਵਿਚਾਰ ਦੇ ਵਿੱਚ ਅਸੀਂ ਵੀ ਕੁਝ ਪੁੱਛਣਾ ਚਾਹੁੰਦੇ ਸੀਗੇ। ਇਹ ਸੀਗਾ ਜੀ ਪੁੱਛੋ ਨਾ, ਅੱਜ ਪੁੱਛਣ ਦੇ ਆਨਸਰ ਨਹੀਂ ਹੈਗੇ ਸਾਡੇ ਕੋਲ ਵੀਰ ਜੀ। ਆਪ ਜੀ ਪੁੱਛੋ ਨਾ ਹੁਣੇ। ਨਹੀਂ ਮੈਂ ਬਸ ਦੱਸਦਾ ਵੀਰ ਜੀ, ਜੇ ਹੁਣ ਅੱਗੇ ਆਏਗਾ ਅੱਗੇ ਮੈਂ ਦੱਸੂਗਾ ਜੀ। ਠੀਕ ਹੈ ਵੀਰ ਜੀ, ਧੰਨਵਾਦ ਧੰਨਵਾਦ ਵੀਰ। ਤੁਹਾਨੂੰ ਇਸ ਤਰ੍ਹਾਂ ਫੀਲ ਹੋਇਆ ਤੇ ਮਾਫੀ ਚਾਹੁੰਦੇ ਹਾਂ। ਕੱਲ ਲਈ ਇਹ ਮਾਫੀ ਵਾਲੀ ਗੱਲ ਨਹੀਂ, ਵੱਡੇ ਭਰਾ ਤੁਸੀਂ ਸਾਰੇ। ਦੀਪਿੰਦਰ ਜੀ ਇੱਕ ਸੈਕਿੰਡ ਸੁਣ ਲਓ, ਇੱਕ ਸੈਕਿੰਡ। ਕਈ ਵਾਰੀ ਵਿਚਾਰ ਦੇ ਰਹੇ ਹੁੰਦੇ ਨੇ ਇੱਕ ਦੇ ਬਾਅਦ ਇੱਕ ਦੇ ਬਾਅਦ। ਵੀਰ ਜੀ ਇੱਕ ਵਾਰੀ ਬੇਨਤੀ ਕਰ ਦਿੰਦੇ ਇਹਨਾਂ ਨੂੰ ਦੁਬਾਰਾ ਤੋਂ। ਕੱਲ ਭੁਪਿੰਦਰ ਵੀਰ ਜੀ ਦਾ ਮੈਨੂੰ ਵੀ ਮੈਸੇਜ ਆਇਆ ਸੀਗਾ। ਕੱਲ ਭੁਪਿੰਦਰ ਵੀਰ ਜੀ ਦੇ ਵੀ ਨੈਟਵਰਕ ਦੀ ਪ੍ਰੋਬਲਮ ਸੀ, ਉਹ ਵੀ ਜੁਆਇਨ ਨਹੀਂ ਕਰ ਪਾ ਰਹੇ ਸੀਗੇ ਤੇ that is not in our hand ਵੀਰ ਜੀ। ਬੇਨਤੀ ਹੈ, ਰਿਕਾਰਡਿੰਗ ਵੀ ਚੱਲ ਰਹੀ ਹੈ ਔਰ ਲਾਈਵ ਵੀ ਹੋ ਰਿਹਾ। ਆਪ ਜੀ ਦਾ ਕੋਈ ਸਵਾਲ ਹੈ ਤੇ ਜੀ ਸੱਚ ਕੇ ਪੁੱਛੋ। ਠੀਕ ਹੈ ਵੀਰ ਜੀ, ਧੰਨਵਾਦ ਵੀਰ ਜੀ। ਬਾਕੀ ਅਸੀਂ ਨਵੇਂ ਸਵਾਲ ਲੈ ਲਈਏ। ਓਕੇ ਧੰਨਵਾਦ। ਕਈ ਵਾਰੀ ਵਿਚਾਰ ਦੇ ਰਹੇ ਹੁੰਦੇ ਨਾ, ਉਸ ਸਮੇਂ ਕਈ ਵਾਰੀ ਸਾਨੂੰ ਲੈਣਾ ਵੀ ਪੈਂਦਾ, ਹਾਰਸ਼ ਡਿਸੀਜਨ ਲੈਣੀਆਂ ਵੀ ਪੈਂਦੀਆਂ। ਅਸੀਂ ਇਹ ਨਹੀਂ ਕਹਿ ਰਹੇ ਕਿ ਹਰ ਵਾਰੀ ਨੈਟਵਰਕ ਪ੍ਰੋਬਲਮ ਹੁੰਦਾ। ਠੀਕ ਕਹਿ ਰਹੇ ਹੋ ਆਪ ਜੀ। ਕਈ ਵਾਰੀ ਹੁੰਦਾ ਕਿ ਕੋਈ ਵਿਚਾਰ ਰੱਖਣਾ ਚਾਹੁੰਦਾ ਹੈ ਤੇ ਵਿਚਾਰਕ ਦੇ ਵਿਚਾਰ ਚੱਲ ਰਹੇ ਹੁੰਦੇ ਨੇ ਤੇ ਕਈ ਵਾਰੀ ਅਸੀਂ ਸਮੇਂ ਨੂੰ ਧਿਆਨ ਰੱਖਦੇ ਹੋਏ ਥੋੜਾ ਜਿਹਾ ਸਾਨੂੰ, ਕਿਉਂਕਿ ਰਿਕਾਰਡਿੰਗ ਵੀ ਚੱਲ ਰਹੀ ਹੁੰਦੀ ਹੈ, ਇਸ ਲਈ ਮਾਫੀ ਚਾਹੁੰਦੇ ਹਾਂ। ਭੁਪਿੰਦਰ ਵੀਰ ਜੀ ਕੁਝ ਸ਼ੇਅਰ ਕਰਨਾ ਚਾਹ ਰਹੇ ਜੀ। ਵੀਰ ਜੀ ਆਪਣੀ ਸ਼ੇਅਰ ਕਰਿਆ ਜੀ। ਇੱਥੇ ਕਿ ਦੀਪਵਿੰਦਰ ਵੀਰ ਜੀ ਗੱਲ ਬਿਲਕੁਲ ਜਾਇਜ਼ ਹੈਗੀ ਹੈ, ਲੇਕਿਨ ਉਹਨਾਂ ਨੂੰ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਉਹਨਾਂ ਦੀ ਖਾਲੀ ਉਹ ਰਿਕੁਐਸਟ ਨਹੀਂ ਕਰ ਰਹੇ ਸੀ। ਸਾਡੇ ਕੋਲ ਆਲਮੋਸਟ ਐਵਰੀਵਨ ਵਾਂਟਡ ਟੂ ਪਾਰਟਿਸਿਪੇਟ ਯੈਸਟਰਡੇ ਤੇ ਅਸੀਂ ਹੁਣ ਸਾਰਿਆਂ ਨੂੰ ਇੱਕ ਇੰਨਾ ਸਮੇਂ ਦਾ ਵੀ ਘਾਟ ਹੁੰਦੀ ਹੈ। ਨਾਲੇ ਅਸੀਂ ਇੱਕ ਵਾਰੀ ਸਾਰਿਆਂ ਨੂੰ ਦੇ ਦਾਂਗੇ ਤੇ ਸਾਰਾ ਜੰਬਲਡ ਅਪ ਹੋ ਜਾਏਗਾ, ਸਾਰੇ ਬੋਲਣਾ ਸ਼ੁਰੂ ਕਰ ਦੇਣਗੇ ਤੇ ਕਿਸੇ ਦੀ ਗੱਲ ਵੀ ਸਮਝ ਨਹੀਂ ਪਾਏਗਾ ਕੋਈ। ਥੋੜਾ ਟਾਈਮ ਕਨਸਟੈਂਟ ਹੁੰਦਾ, ਨਾਲੇ ਹਰ ਕੋਈ ਈਗਰ ਹੁੰਦਾ ਪਾਰਟਿਸਿਪੇਟ ਕਰਨ ਵਾਸਤੇ। ਇਸ ਵਾਰੀ ਅਸੀਂ ਕਈ ਵਾਰੀ ਹਰ ਇੱਕ ਨੂੰ ਸਮਾਂ ਨਹੀਂ ਦੇ ਪਾਉਂਦੇ।
ਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ, ਲੇਕਿਨ ਕੋਈ ਇਹ ਨਾ ਸੋਚੇ ਕਿ ਅਸੀਂ ਕਿਸੇ ਦੀ ਆਵਾਜ਼ ਨੂੰ ਦਬਾ ਰਹੇ ਹਾਂ। ਜਿਵੇਂ ਅੱਜ ਟਾਈਮ ਮਿਲਿਆ, ਅਸੀਂ ਦੀਪਿੰਦਰ ਜੀ ਨੂੰ ਆਪ ਅਸੀਂ ਵੈਲਕਮ ਕੀਤਾ ਆ ਕੇ ਆਪਣੇ ਸ਼ੇਅਰ ਕਰਨ ਵੀਜ਼। ਇਹ ਕੋਈ ਇੰਟੈਂਸ਼ਨ ਨਹੀਂ ਹੈਗੀ, ਅਸੀਂ ਆਪ ਸਾਰੇ ਰਲ ਮਿਲ ਕੇ ਸਿੱਖਣ ਵਾਸਤੇ ਬੈਠੇ ਹਾਂ। ਕਈ ਵਾਰੀ ਟਾਈਮ ਕਨਸਟੈਂਟ ਹੁੰਦਾ, ਕਈ ਵਾਰੀ ਐਵਰੀਬਾਡੀ ਸੋ ਈਗਰ ਟੂ ਪਾਰਟਿਸਿਪੇਟ ਕਿ ਅਸੀਂ ਸਾਰਿਆਂ ਨੂੰ ਮੌਕਾ ਨਹੀਂ ਦੇ ਸਕਦੇ। ਵਿਚਾਰਕ ਪ੍ਰਚਾਰਕ ਵੀ ਆਪਸ ਵਿੱਚ ਡਿਸਕਸ ਕਰਦੇ ਪਏ ਸੀ ਤੇ ਹਰ ਕੋਈ ਬੰਦਾ ਕੰਟਰੀਬਿਊਟ ਕਰਨਾ ਚਾਹੁੰਦਾ ਸੀ, ਪਰ ਇਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਸਾਰਿਆਂ ਨੂੰ ਚਾਂਸ ਦੇਈਏ ਵਿਚਾਰ ਬੋਲਣ ਦਾ। ਰਾਈਟ ਭੁਪਿੰਦਰ ਵੀਰ ਜੀ ਕੁਝ ਕਹਿਣਾ ਨਹੀਂ ਬੈਠੇ ਹਾਂ ਦੀਪਿੰਦਰ ਸਿੰਘ ਜੀ, ਅਸੀਂ ਸਾਰੇ ਸਿੱਖਣ ਲਈ ਬੈਠੇ ਹਾਂ ਜੀ। ਭੁਪਿੰਦਰ ਵੀਰ ਜੀ। हाँ, मैं दीपविंदर जी अगे भी बेनती करना चाहता। दीपविंदर जी, ये ना एक एफर्ट है, इस एफर्ट नू करदे हां ਜਿਹੜੇ ਲੋਕੀ ਇਸ ਨੂੰ ਚਲਾ ਰਹੇ ਨੇ, ਮੈਂ ਉਹਨਾਂ ਦਾ ਇੰਡੀਵਿਜੂਅਲ ਦਾ ਨਾਂ ਨਹੀਂ ਲਵਾਂਗਾ, ਉਹਨਾਂ ਨੂੰ ਕਾਫੀ ਕੰਸਟ੍ਰੇਂਟ ਹੁੰਦੇ ਨੇ। ਪ੍ਰਭਦੀਪ ਜੀ ਨੇ ਬੜਾ ਸੋਹਣਾ ਜਵਾਬ ਦੇ ਦਿੱਤਾ ਮੇਰੇ ਬੋਲਣ ਤੋਂ ਪਹਿਲਾਂ। ਤੇ ਜੇ ਪਾਰਟਿਕੂਲਰਲੀ ਤੁਹਾਡੀ ਜਾਂ ਕਿਸੇ ਦੀ ਆਵਾਜ਼ ਰੋਕੀ ਜਾਂਦੀ ਹੈ ਨਾ, ਜੇ ਤੁਹਾਨੂੰ ਇੰਜ ਮਹਿਸੂਸ ਹੋਇਆ ਤਾਂ ਉਹ ਤੁਹਾਡਾ ਮਹਿਸੂਸ ਤੁਹਾਨੂੰ ਅਸੀਂ ਮੁਬਾਰਕ ਕਹਿ ਕੇ ਨਾ ਇਹ ਮੰਨ ਲੈਂਦੇ ਆ ਕਿ ਸ਼ਾਇਦ ਰੋਕੀ ਹੋਣੀ, ਤੇ ਹੁਣ ਉਹਨੂੰ ਮਾਫ ਕਰ ਦਿਓ। ਅਸੀਂ ਵੀ ਕਰਦੇ ਕਰਦੇ ਸਿੱਖਾਂਗੇ, ਇਹ ਵੀ ਕਰਦਿਆਂ ਸਿੱਖਣਗੇ, ਤੇ ਤੁਹਾਡਾ ਵੀ ਇਸੀ ਬਾਣੇ ਸਬਰ ਵੱਧਦਾ ਜਾਏਗਾ ਕਿ ਤੁਹਾਨੂੰ ਟਾਈਮ ਦਿੱਤਾ ਜਾਏਗਾ। ਸਬਰ ਦਾ ਤੇ ਭਾਂਡਾ ਵਧੇਗਾ ਨਾ, ਆਪਣਾ ਤੇ ਫਾਇਦਾ ਹੋ ਹੀ ਜਾਏਗਾ ਨਾ, ਕਿ ਟੋਲਰੈਂਸ ਵੀ ਆ ਜਾਏਗੀ। ਸੋ ਇਹਨਾਂ ਨੂੰ ਮਾਫ ਕਰ ਦਿਓ। ਤੇ ਇੱਕ ਹੋਰ ਗੱਲ ਮੈਨੂੰ ਕੱਲ ਪਤਾ ਲੱਗੀ ਕਿ ਜਿਹੜਾ ਟੈਕਸਟ ਕੀਤਾ ਜਾਂਦਾ ਹੈ ਉਹ ਸਾਰੇ ਪੜ੍ਹ ਸਕਦੇ ਨੇ। ਇਹਦਾ ਮਤਲਬ ਤੁਸੀਂ ਨਾ ਟੈਕਸਟ ਪਾਓ ਔਰ ਉਹ ਟੈਕਸਟ ਦੇ ਸੀਰੀਅਲ ਦੇ ਮੁਤਾਬਕ ਇਹ ਕਰਨ। ਇਹ ਪੱਖਪਾਤ ਕਰਨਗੇ ਹੀ ਨਹੀਂ ਕਿ ਬਈ ਤੁਹਾਨੂੰ ਪਿੱਛੇ ਪਾ ਦਿੱਤਾ ਤੇ ਕਿਸੇ ਹੋਰ ਆਪਣੇ ਧੀ ਜਵਾਈ ਨੂੰ ਅੱਗੇ ਪਾ ਦਿੱਤਾ, ਇੰਜ ਨਹੀਂ ਹੋਏਗਾ। ਸੋ ਜਿਹਦਾ ਸੀਰੀਅਲ ਵਿੱਚ ਆਂਦਾ ਜਾਏਗਾ, ਜੇ ਮੰਨ ਲਿਆ 10 ਬੰਦਿਆਂ ਦਾ ਆ ਗਿਆ ਔਰ ਮਸਾ ਟਾਈਮ ਹੀ 15 ਮਿੰਟ ਹੈ, ਤਾਂ ਫਿਰ 10 ਚੋਂ ਟੌਪ ਦੇ 4 ਲੈ ਲੈਣਗੇ, ਪਰ ਅਗਲੇ ਦਿਨ 5th ਨੂੰ ਲੈਣਗੇ। परसों ही मैं सुनिया सी कि पिछले फ्राइडे मिस्टर कोई जसपाल सिंह जी ने, उन्होंने मैनू कोई क्वेश्चन किया, मैनू चैट तो देखना नहीं आया ते मैं देख नहीं पाया, पर आई थिंक सैटरडे या मंडे नू तेजिंदर जी ने स्पैशल अनाउंस किया कि जसपाल जी का एक पेंडिंग क्वेश्चन है, उन्होंने चांस दिता जाए। बस ये असी भी करते करते सीखते जावांगे, ये भी अपना सिस्टम सुधारते जाएंगे और असी सारे भी सीखते जावांगे। लभना ते असी अपने मन का चैन है, ਇਹਦੇ ਚੋਂ तेरी मेरी जित हार थोड़ा असी लभनी है, ते एक दूजे का नुक्स कढ़ के असी एक दूजे नू शर्मिंदा भी नहीं करना है, बल्कि एक नू माफ करके अपना वड्डा दिल विखाना है, दूजे नू चुप करा के अपनी मारी नहीं जानी है। जे देखा कि दूजा बोलना चाहता है तो एकदम चुप कर जाना है, सारा ज्ञान मेरे को थोड़ा जो मैं ही बोली जावा। बस जे जांच आंदी जाती है ना, साडी अंदरली सृष्टि सुधरती जाती है। शब्द विचार का तो यही फायदा है ना, ये कोई गुरुद्वारे की गोलक ता झगड़े वास्ते थोड़ा सी बैठे हुए हैं कि तू प्रधान है कि मैं प्रधान है। इत्थे हुण सतबीर सिंह जी भी सीख रहे ने, तेजिंदर सिंह जी भी सीख रहे ने, प्रभदीप सिंह जी भी सीख रहे ने, बट ऑन टॉप ऑफ दैट हरविंदर सिंह जी भी सीख रहे ने, भुपिंदर सिंह भी सीख रहे ने, और सुखविंदर और भूआ जी भी सीख रहे ने, इकबाल सिंह जी भी सीख रहे ने। असी सारे सीख रहे हैं, एक दूसरे की गलतियां माफ करके ना। दिस इज सक्सेस, दैट हाउ लॉन्ग वी कैन गेट अलोंग, असी कितना वध तो वध अगे तक जा सकते हैं। मैनूं खुशी हुई कि दीपिंदर जी तुसी 3 महीने तो सुन रहे हो, ये अगे जितना जा सकांगे ना, माफ करके जा सकांगे। सतबीर वालों हो गया या प्रभदीप वालों हो गया, तेजिंदर वालों हो गया, मैनू माफ कर दो ਉਹਦੇ बारे, हालांकि मैं कल प्रेजेंट नहीं सी, पर ये इंज होया तां ही मैं माफी मांग रहा उन्हां वालों कि क्यों इंटेंशनली हो गया। अगों तो नहीं करांगे, असी चेतन रवांगे। नर अचेत पाप ते डर, असी अपनी अचेतनता नू वितकरे वाली, किसी दी आवाज नू डब करन वाली नहीं करांगे। पर असी भी तो सीख ही रहे हैं ना, सिस्टम विच भी इंटरनेट दी गड़बड़ करके भी मैनी कंस्ट्रेंट्स जिहड़े प्रभदीप ने बोले वो भी है ना। प्रभदीप जी माफ कर दो, हुण तुसीं तुहाडे कोल बड़ा सोहना हुण चांस है कि इस वेले स्पीकर तुहाडे हत्थ है, उन्होंने तुहानू ऑडियो ऑन कीती है, तुसीं हुण अमृत दी बाणी दी गल करो, मजा आवे। प्लीज गो हैड। हुण दीपिंदर जी जरूर बोलना, जरूर कुछ सीखण नू मिल जाएगा सानू सब नू। बहुत वधिया भुपिंदर वीर जी, आप जी ने बहुत वधिया बोलिया, और दीपविंदर जी भी असी सारे परिवार का ही हिस्सा, सारे रल मिल के
ਤੇ ਪਰਿਵਾਰ ਵੀ ਠੀਕ ਹੈ, ਥੋੜਾ ਜਿਹਾ ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ। ਨਹੀਂ ਹੋਣੀ ਚਾਹੀਦੀ। ਥੈਂਕ ਯੂ ਸਰ, ਥੈਂਕ ਯੂ। ਪਿਆਰ ਵੱਧਦਾ ਹੈ ਜੀ। ਜੀ ਦੀਪਿੰਦਰ ਜੀ, ਇਹ ਸਦੀਵੀ ਧੰਨਵਾਦ ਜੀ, ਕਰ ਰਹੇ ਨੇ। ਧੰਨਵਾਦ ਜੀ। ਹਾਂਜੀ ਵੀਜੀ ਸੁਖਵਿੰਦਰ ਸੁਖਵਿੰਦਰ ਸਿੰਘ, ਸੁਖਵਿੰਦਰ ਐਸ ਦੇ ਨਾਂ ਤੋਂ ਹੈਂਡ ਰੇਜ਼ ਕੀਤਾ ਹੋਇਆ ਵੀਜੀ ਨੇ। ਸੁਖਵਿੰਦਰ ਐਸ ਵੀਜੀ, मैं आप जी ਨੂੰ परमिशन ਦਿੱਤੀ ਹੈ, आप जी अपनी ऑडियो ऑन करके क्वेश्चन पूछ सकते हो ਵੀਜੀ। ਸੁਖਵਿੰਦਰ ਐਸ ਦੇ ਨਾਂ ਤੋਂ ਆ ਰਿਹਾ ਹੈ। देखो बाय मिस्टेक ਤੇ ਨਹੀਂ ਤਜਿੰਦਰ ਜੀ? नहीं ਵੀਜੀ, ਉਹਨਾਂ ਨੇ ਆਪਣੀ ਆਡੀਓ ਬਾਅਦ ਚ ਕਨੈਕਟ ਕੀਤੀ और हैंड रेज होने तक ਸੀਗਾ। ਵੀਜੀ आप जी ਨੂੰ ਆਡੀਓ ਆਪਣੇ ਆਪ ਔਨ ਕਰਨੀ ਪੈਗੀ ਵੀਜੀ। ਸੁਖਵਿੰਦਰ ਐਸ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸ਼ਾਇਦ ਗਲਤੀ ਨਾ ਹੋਈ ਹੋਣੀ ਜੀ, ਤੁਸੀਂ ਕੰਟੀਨਿਊ ਕਰੋ ਜੀ। अच्छा, गलती ना हो गया। ओके बीजी, ओके जी, ओके। ਭੁਪਿੰਦਰ ਵੀਜੀ, ਇੱਕ ਛੋਟਾ ਜਿਹਾ ਕੁਐਸਚਨ ਪੈਂਡਿੰਗ ਸੀਗਾ, ਅਸੀਂ ਸ਼ਾਰਟ ਵਿੱਚ ਆਪ ਜੀ ਤੋਂ ਹੀ ਲੈ ਲੈਂਦੇ ਹਾਂ। ਬਲਜੀਤ ਭੈਣ ਜੀ ਸ਼ਾਰਟ ਵਿੱਚ ਪੁੱਛ ਲਿਓ, ਨੋ ਪ੍ਰੋਬਲਮ। ਛੋਟੀ ਜੀ ਅਸੀਂ ਵਿਚਾਰ ਲੈ ਲੈਂਦੇ ਹਾਂ ਇਨ ਹੈਲਥੀ ਵੇ। ਬਲਜੀਤ ਭੈਣ ਜੀ ਪਲੀਜ਼, ਮੈਂ ਆਪ ਜੀ ਤੇ ਆਡੀਓ ਔਨ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਪਰਸੋਂ ਇੱਕ ਕੁਐਸਚਨ ਹੋਇਆ ਸੀ ਨਾ, ਕਿਚ ਸੁਣੀਏ ਕਿਚ ਕਹੀਏ, ਉਹਦੇ ਨਾਲ ਦਾ ਹੀ ਮੈਂ ਕੁਐਸਚਨਸ ਕੀਤਾ ਸੀ, ਵਿੱਚ ਟਾਈਮ ਘੱਟ ਹੋਣ ਕਾਰਨ ਮੈਂ ਫਿਰ ਵੀ ਕਲੀਅਰ ਨਹੀਂ ਹੋ ਪਾਇਆ ਸੀ ਕਿ ਇੱਕ ਛੋਟਾ ਬੱਚਾ ਜਦ ਕਮਰੇ 'ਚ ਬੰਦ ਜੰਮਦੇ ਹੀ ਬੰਦ ਕਰ ਦਿੱਤਾ ਜਾਏ ਤੇ ਉਹ ਕੁਝ ਸੁਣੇਗਾ ਨਹੀਂ, ਕੋਈ ਲੈਂਗੁਏਜ ਨਹੀਂ, ਕੋਈ ਕੁਝ ਨਹੀਂ, ਤੇ ਉਹ ਕੀ ਕਹਿ ਸਕੇਗਾ, ਬੋਲੇਗਾ ਕੀ? ਉਸ ਬਾਬਤ ਤੁਸੀਂ ਕੁਝ ਦੱਸਿਆ ਸੀ ਪਰ ਟਾਈਮ ਸ਼ਾਰਟ ਸੀ ਤੇ ਕਲੀਅਰ ਨਹੀਂ ਹੋ ਪਾਇਆ ਸੀ। ਅੱਛਾ ਭੈਣ ਜੀ, ਤੁਸੀਂ, ਤੁਹਾਡਾ ਨਾਮ ਹੈ ਬਲਜੀਤ ਕੌਰ ਜੀ? ਹਾਂਜੀ। ਮੈਂ ਨਾ ਆਪਣਾ ਆਨਸਰ ਵੈਸੇ ਕੰਪਲੀਟ ਕਰ ਲਿਆ ਸੀ, ਪਰ ਹਾਂ ਉਹ ਕਾਫੀ ਕੰਸਾਈਜ਼ ਸੀ। ਐਨੀਵੇਜ਼ ਮੈਂ ਬੇਨਤੀ ਕਰਾਂ ਕਿ ਦੁਨੀਆ ਦੇ ਨਾ ਕੋਈ ਵੀ ਮੰਮੀ ਪਾਪਾ, ਹਾਲਾਂਕਿ ਮੈਂ ਵੀ ਪਿਤਾ ਹਾਂ ਇੱਕ ਬੱਚੀ ਦਾ, ਮੈਨੂੰ ਦੁਨੀਆ ਦਾ ਕਿਸੇ ਵੀ ਮਨੁੱਖ, ਭਾਵੇਂ ਏਥਿਸਟ ਕਮਿਊਨਿਸਟ ਕਿਉਂ ਨਾ ਹੋਵੇ, ਕਿਸੇ ਵੀ ਸਟੇਟਸ ਦਾ ਕਿਉਂ ਨਾ ਹੋਵੇ, ਦੁਨੀਆ 'ਚ ਕਿੱਥੇ ਵੀ ਰਹਿੰਦਾ ਹੋਵੇ, ਅਮੀਰ ਗਰੀਬ ਗੋਰਾ ਕਾਲਾ ਕਿਉਂ ਨਾ ਹੋਵੇ, ਕੋਈ ਵੀ ਮੰਮੀ ਪਾਪਾ ਮੈਂ ਐਸੇ ਦੇਖੇ ਨਹੀਂ ਜੋ ਇਤਨੀ ਵੱਡੀ ਹਾਈਪੋਥੀਸਿਸ ਨੂੰ ਵਿਆਣਗੇ ਕਿ ਆਪਣਾ ਬੱਚਾ ਜੰਮ ਕੇ ਉਹਨੂੰ ਕਮਰੇ 'ਚ ਬੰਦ ਕਰ ਦੇਣਗੇ। ਪੋਸੀਬਲ ਨਹੀਂ ਹੈ। ਹੁਣ ਤੁਸੀਂ ਇਹ ਜਿਹੜਾ ਕੁਐਸਚਨ ਦਾ ਹਾਈਪੋਥੀਸਿਸ ਬਣਾਇਆ ਨਾ, ਅਲਟੀਮੇਟਲੀ ਮੈਂ ਤੁਹਾਨੂੰ ਮਿਸਅੰਡਰਸਟੈਂਡ ਕੀਤੇ ਬਿਨਾ ਇਹ ਸੋਚ ਸਕਦਾ ਹਾਂ ਕਿ ਅਲਟੀਮੇਟਲੀ ਤਾਂ ਤੁਸੀਂ ਉਹਨੂੰ ਆਪਣੇ ਤੇ ਹੀ ਲਿਆਓਗੇ ਨਾ ਬਲਜੀਤ ਭੈਣ ਜੀ। ਵੀਰ ਜੀ ਆਪਣੇ ਦੀ ਗੱਲ ਠੀਕ ਹੈ, ਪਰ ਜਦ ਤੱਕ ਅਸੀਂ ਕੁਝ ਸੁਣਾਂਗੇ ਨਹੀਂ ਤੇ ਮੇਰੇ ਅੰਦਰ ਚਾਹੇ ਪੋਜ਼ਿਟਿਵ ਚਾਹੇ ਨੈਗੇਟਿਵ ਕੋਈ ਵੀ ਵਿਚਾਰ ਨਹੀਂ ਆਣਗੇ। ਮੈਂ ਜਨਰਲੀ ਫਿਲਮ ਦਾ ਐਗਜ਼ਾਮਪਲ ਲੈ ਲਾਂ ਲਾਈਫ ਵਿੱਚ ਕਿ ਅਸੀਂ ਟਾਰਜਨ ਪਿਕਚਰ ਜਾਂ ਮੋਗਲੀ ਪਿਕਚਰ ਦੇਖੀ ਸੀ। ਉਹ ਬੱਚਾ ਜੰਗਲ ਵਿੱਚ ਰਹਿੰਦਾ ਹੈ, ਪਰ ਉਹ ਜਾਨਵਰਾਂ ਤੋਂ ਜਾਂ ਨੇਚਰ ਤੋਂ ਕੁਝ ਸਿੱਖਦਾ ਹੈ, ਜੋ ਸਿੱਖਦਾ ਹੈ, ਜੋ ਲੈਂਗੁਏਜ ਉਹੀ ਬੋਲਦਾ ਹੈ। ਜਦ ਤੱਕ ਸਾਡਾ ਸਰੀਰ ਬਾਹਰੋਂ ਦੀ ਕੁਝ ਸੁਣੇਗਾ ਨਹੀਂ, ਕੁਝ ਕਰੇਗਾ ਨਹੀਂ, ਤੇ ਮੇਰੇ ਮਨ ਦੇ ਅੰਦਰ ਵਿਚਾਰ ਕੁਝ ਤੇ ਉੱਠਣਗੇ ਪੋਜ਼ਿਟਿਵ ਜਾਂ ਨੈਗੇਟਿਵ। ਤੇ ਜੇ ਉੱਠਣਗੇ ਅਸੀਂ ਗੁਰੂ ਦੀ ਬਾਣੀ ਨੂੰ ਲਾਂਗੇ ਤੇ ਉਹਨੂੰ ਪੋਜ਼ਿਟਿਵ ਜਾਂ ਨੈਗੇਟਿਵ ਕਰਾਂਗੇ ਨਾ, ਫਿਰ ਉਹਨੂੰ ਇੰਪਲੀਮੈਂਟ ਕਰਾਂਗੇ ਤੇ ਮੇਰੇ ਕਰਮਾਂ ਦੇ ਰਾਹੀਂ ਪਤਾ ਲੱਗੇਗਾ। ਹੁਣ ਮੇਰੇ ਅੰਦਰ ਕੀ ਚੱਲ ਰਿਹਾ ਕਿਸੇ ਨੂੰ ਨਹੀਂ ਪਤਾ। ਮੈਂ ਮੂੰਹ ਤੋਂ ਮਿੱਠਾ ਜਾਂ ਅੰਦਰ ਕੀ ਆ ਮੈਨੂੰ ਨਹੀਂ ਪਤਾ। ਮਿੱਠ ਬੋਲਣਾ ਅਸੀਂ ਕਹਿੰਦੇ ਆ ਨਾ, ਮੈਂ कहीं ऐसे लोग भी देखे बहुत मिठ बोलने ने, पर अंदर मन की है उते कर्मा राही पता लगेगा। जब मैं बाणी नू अंदर विसाया, मन ने मन्या, मन ने कर्म और ज्ञान इंद्रिया राही उन्हें प्रगट करना है। जब वो प्रगट करेगा, मेरे कहने का मतलब ऐसे कि एक बच्चे का एग्जाम्पल मैं इसलिए लिता कि चाहे वो टार्जन का लो चाहे बच्चे का, कोई लैंग्वेज तो सीखेगा ना, कुछ तो लेगा, कुछ सुनांगे तो कुछ कह सकांगे इस बाबत। हाँ जी भैन जी, मैं अपना सवाल दोबारा रखा कि वो बच्चे वाला सीन ते हो नहीं सकता ना। कोई मम्मी पापा उन्होंने जम्मण सार बंद करनगे तो क्राइम हो जाएगा। हुण मैं ये कहना चाह रहा वां कि मैं तुहानू जेन्युइनली मिसअंडरस्टैंड करन दी बजाय तुहाडे क्वेश्चन नू ये ठीक समझ रहा कि अल्टीमेटली तुसी उस बच्चे दा सीन बना के वो हाइपोथेसिस तो
ਆਨਸਰ ਨੂੰ ਅਲਟੀਮੇਟਲੀ ਆਪਣੇ ਉੱਤੇ ਬਲਜੀਤ ਕੌਰ ਉੱਤੇ ਹੀ ਲੈ ਕੇ ਆਓਗੇ ਨਾ, ਹਾਂਜੀ ਫਿਰ ਠੀਕ ਹੈ। ਆਨਸਰ ਵੀ ਇਹੀ ਬਣਦਾ ਹੈ। ਜਦੋਂ ਅਸੀਂ ਡਾਕਟਰ ਕੋਲ ਜਾਂਦੇ ਆ ਨਾ, ਤਾਂ ਅਸੀਂ ਡਾਕਟਰ ਨੂੰ ਜਾ ਕੇ ਕਹਿੰਦੇ ਡਾਕਟਰ ਸਾਹਿਬ ਮੇਰਾ ਪੇਟ ਖਰਾਬ ਹੈ। ਅਸੀਂ ਡਾਕਟਰ ਨੂੰ ਇਹ ਨਹੀਂ ਕਹਿੰਦੇ ਆ 5ਵੇਂ ਮੱਲੇ ਤੇ 6 ਨੰਬਰ ਕੋਠੀ 'ਚ ਕਿਸੇ ਦਾ ਪੇਟ ਖਰਾਬ ਹੈ, ਉਹ ਕੀ ਕਰੇ। ਡਾਕਟਰ ਕਹਿੰਦਾ ਠੀਕ ਹੈ, ਫਿਰ ਉਹਨੂੰ ਇਹਦੇ ਕਲੀਨਿਕ 'ਚ ਆਉਣਾ ਚਾਹੀਦਾ। ਅਸੀਂ ਡਾਕਟਰ ਕੋਲ ਆਪਣੇ ਵਾਸਤੇ ਜਾਂਦੇ ਆ। ਸੋ ਅਲਟੀਮੇਟਲੀ ਅਸੀਂ ਆਪਣੇ ਵਾਸਤੇ ਸਿੱਖਾਂਗੇ। ਹੁਣ ਜਦੋਂ ਅਸੀਂ ਸ਼ਬਦਾਂ ਦੇ ਵਿਚਾਰ ਕਰਦੇ ਆ ਨਾ ਸਾਂਝ, ਤਾਂ ਅਸੀਂ ਅਲਟੀਮੇਟਲੀ ਇਹ ਕਹਿੰਦੇ ਆ ਕਿ ਬਾਹਰੋਂ ਸਾਨੂੰ ਜੋ ਕੁਝ ਪਤਾ ਹੈ ਨਾ, ਉਹਦੇ ਨਾਲ ਅਸੀਂ ਜੀਓ ਮੈਲੇ ਬਾਹਰੋਂ ਨਿਰਮਲ ਵੀ ਬਣ ਜਾਂਦੇ ਆ। ਉਹਦੇ ਨਾਲ ਅਸੀਂ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ ਵਾਲੇ ਵੀ ਬਣ ਜਾਂਦੇ ਹਾਂ। ਬਾਹਰੋਂ ਜੋ ਕੁਝ ਪਤਾ ਹੈ ਉਹਦੇ ਨਾਲ ਅਸੀਂ ਮੋਮੋ ਠੱਗਣੀ ਸਾਰੀ ਕਰ ਲੈਂਦੇ ਹਾਂ, ਹਿਪੋਕ੍ਰੇਸੀ ਕਰ ਲੈਂਦੇ ਹਾਂ। ਪਰ ਅਲਟੀਮੇਟਲੀ ਜਦੋਂ ਤੱਕ ਮੈਂ ਆਪਣੇ ਨਿਜ ਘਰ ਦੀ ਬਾਣੀ ਨਹੀਂ ਸੁਣਾਂਗਾ ਨਾ, ਮੇਰੇ ਬਾਹਰਲੇ ਅੰਗ ਫਿਕਸਅਪ ਨਹੀਂ ਹੋਣਗੇ। ਬਾਹਰਲੇ ਅੰਗਾਂ ਨੂੰ ਕੋਈ ਅਕਲ ਨਹੀਂ ਹੈ। ਇਹ ਅੰਗ ਮੇਰੇ ਮਨ ਕੀ ਮਤ ਦੇ ਕਾਰਨ ਸੁੱਤੇ ਰਹਿੰਦੇ ਨੇ, ਇਹ ਗੁਆਚੇ ਰਹਿੰਦੇ ਨੇ। ਇਸ ਕਰਕੇ ਇਹਨਾਂ ਅੰਗਾਂ ਦਾ ਮਾਲਕ ਮੇਰਾ ਮਨ ਜਦੋਂ ਤੱਕ ਨਿਜ ਘਰ ਦੀ ਮੱਤ ਨਾ ਲਵੇ ਨਾ, ਤਾਂ ਜਮਾ ਵਾਲੀ ਮੱਤ ਲੈਂਦਾ ਹੈ। ਇਸ ਕਰਕੇ ਅਸੀਂ ਪਹਿਲਾਂ ਅੰਦਰ ਦੀ ਗੱਲ ਸੁਣਾਂਗੇ। ਅੰਤਰ ਗੁਰੂ ਰਾਧਨਾ ਜੀਵਾ ਜਪ ਗੁਰਨਾਉ ਨੇਤਰੀ ਸਤਿਗੁਰੂ ਪੇਖਣਾ। ਕਿਵੇਂ ਦੇਖਾਂਗੇ? ਇਹਨਾਂ ਅੱਖਾਂ ਨਾਲ ਸਤਿਗੁਰ ਜੀ ਤੁਸੀਂ ਕਿਵੇਂ ਦੇਖੋਗੇ? ਉਹ ਨੇਤਰੀ ਗੱਲ ਅੰਦਰ ਦੀ ਬਣੇਗੀ। ਅੰਦਰ ਦੇ ਨੇਤਰਾਂ ਨਾਲ ਹੀ ਕਹਿੰਦੇ ਨਾ ਮਨ ਕਰ ਕਬੂ ਨਾ ਹਰ ਗੁਣ ਗਾਇਆ। ਅੱਛਾ, ਮਨ ਕਰਕੇ ਹਰ ਗੁਣ ਕੋਈ ਗਾਈਦਾ ਹੈ? ਮੈਂ ਤੇ ਵਾਜੇ ਤਬਲੇ ਨਾਲ ਵੀ ਗਾਏ ਸੀ, ਗਲੇ ਨਾਲ ਅਲਾਪ ਹੀ ਸੋਹਣਾ ਕਰ ਲਿਆ, ਮਿੱਠੀ ਤੂੰ ਗੀਤ ਦੀ ਤਾਲ ਤੇ ਵੀ ਗਾਇਆ। ਅਲਟੀਮੇਟਲੀ ਅੰਦਰ ਦੀ ਗੱਲ ਸੁਣਾਂਗੇ। ਹੁਣ ਦੇਖੋ, ਤੁਸੀਂ ਆਪਣੇ ਬੱਚੇ ਨੂੰ ਕਹੋ ਬੇਟਾ ਤੇਰੀ ਉਮਰ ਹੁਣੇ 15 ਸਾਲ ਹੈ, ਤੈਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ। ਉਹਨੇ ਕੰਨਾਂ ਨਾਲ ਸੁਣ ਲਈ ਤੁਹਾਡੀ ਗੱਲ? ਸੇ ਯੈਸ অর ਨੋ, ਸਿਰਫ ਯੈਸ ਨੋ ਬੋਲਣਾ। ਹਾਂਜੀ, ਕੰਨਾਂ ਨਾਲ ਸੁਣ ਲਈ। ਫਿਰ ਤੁਸੀਂ ਉਹਨੂੰ ਨਾ ਲਾਅ ਵੀ ਦਿਖਾ ਦਿੱਤਾ। अमेरिका पे आईडी टंगी हुई है, 18 साल से नीचे की आईडी वाले को शराब की बोतल दुकान से बियर की बोतल नहीं देनी। उन्हें ना लॉ भी पढ़ लिया, 18 साल से नीचे वाले को नहीं मिलती। या तो अपनी झूठी आईडी बना के ले आवेगा। सो उन्हें अखा नाल लॉ भी पढ़ लिया, कन्ना नाल तुहाडी गल भी सुन लई, पर ओदे मन दियां अखा ने नहीं सुनी, मन दियां अखा ने नहीं पढ़ी ना, ਤਾਂ ਇਹ ਬਾਰਲੀਆਂ ਨਾਲ ਸੁਣੀਆਂ ਬੇਕਾਰ ਹੋ ਗਈਆਂ, ਕਿਉਂਕਿ ਉਹ ਸ਼ਰਾਬ ਪੀ ਆਇਆ। ਇਹਦਾ ਮਤਲਬ ਮਨ ਦੀ ਜਿਹੜੀ ਬਾਡੀ ਹੈ ਨਾ, ਆਈ ਥਿੰਕ ਸ਼ਾਇਦ ਇਹੀ ਕੁਐਸਚਨ ਸੀ ਜਿਹੜਾ ਪੈਂਡਿੰਗ ਸੀ ਨਾ। ਤੇਜਿੰਦਰ ਸਿੰਘ ਜੀ ਉਸ ਦਿਨ ਜਿਹੜੇ ਕਹਿ ਰਹੇ ਸੀ ਮਨ ਦੀ ਬਾਡੀ ਨੂੰ ਜਦੋਂ ਅਸੀਂ ਢਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਵਾਲੇ ਬਣਾਵਾਂਗੇ ਨਾ, ਅੱਖੀ ਬਾਜੋ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਵੇ ਬਾਜੋ ਬੋਲਣਾ ਇਹ ਜੀਵਤ ਮਰਨਾ, ਉਹ ਸਿੱਖਾਂਗੇ ਨਾ। ਤਾਂ ਹੀ ਉਸ ਦਿਨ ਮੈਂ ਗੱਲ ਕੀਤੀ ਸੀ ਕਿ ਹੈਲੋ ਹਾਂਜੀ ਹਾਂਜੀ, ਉਸ ਦਿਨ ਮੈਂ ਇਹ ਗੱਲ ਕੀਤੀ ਸੀ ਕਿ ਜਿਹੜਾ ਅੰਦਰ ਦੀ ਗੱਲ ਪ੍ਰਾਪਤ ਕਰਦੇ ਆ, ਅੰਦਰ ਦੀਆਂ ਅੱਖਾਂ ਪ੍ਰਾਪਤ ਕਰਦੇ ਆ, ਉਹ ਸਾਨੂੰ ਰੀਅਲ ਵਿਜ਼ਡਮ ਪ੍ਰਾਪਤ ਹੁੰਦੀ ਹੈ। ਜੇ ਉਹ ਪ੍ਰਾਪਤ ਨਹੀਂ ਕੀਤੀ, ਅਸੀਂ ਅੰਦਰੋਂ ਜਦ ਤੱਕ ਇੰਸਪਾਇਰ ਨਹੀਂ ਹੁੰਦੇ, ਬਾਹਰਲਾ ਸਾਰਾ ਸਾਡਾ ਥੋਥਾ ਗਿਆਨ ਖਾਰ ਚੰਦਨ ਜਸ ਭਾਰਾ ਖੋਤ ਦੇ ਉੱਤੇ ਚੰਦਨ ਲੱਦਿਆ ਰਹਿ ਜਾਂਦਾ ਹੈ। ਪੜਿਆ ਹੋਇਆ ਗੁਨਾਹਗਾਰ ਹੋ ਜਾਂਦੇ ਆ, ਪੜਿਆ ਮੂਰਖ ਆ ਕੇ ਜਿਸ ਲੱਭ ਲੋਭ ਹੰਕਾਰ ਹੋ ਜਾਂਦੇ ਆ। ਪੰਡਤ ਔਰ ਭਾਈ ਔਰ ਕਾਜ਼ੀ ਨੇ ਤੇ ਬਹੁਤ ਪੜਿਆ ਹੁੰਦਾ ਹੈ, ਉਹਦੀਆਂ ਅੱਖਾਂ ਵੀ ਬਿਲਕੁਲ ਠੀਕ ਹੁੰਦੀਆਂ ਪੜਨ ਵਾਲੀਆਂ, ਉਹਦੇ ਕੰਨ ਵੀ ਠੀਕ ਹੁੰਦੇ ਨੇ, ਉਹਨੂੰ ਯਾਦ ਵੀ ਬੜੀ ਸਾਰੀ ਹੁੰਦੀ ਹੈ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਬੇਤ ਕਤੇ ਕਹੋ ਮਤ, ਝੂਠੇ ਝੂਠਾ ਜੋ ਨਾ ਵਿਚਾਰੇ। जे विचारो ना, बार बार से बोलने से कुछ नहीं होता। बाणी याद कर ली बोलने से कुछ नहीं होता, बाणी को जीने से होता है। हमको बाणी पे चलना है। अंदर दी मन ने अखा ने सुन लिया, पढ़ लिया, बस फिर सृष्टि बदल जाएगी।
ਜਿਹੜੀ ਗੁਰੂ ਸਾਹਿਬ ਦੀ ਬਾਣੀ ਹੈ ਨਾ, ਵੀਰ ਜੀ ਆਵਾਜ਼ ਨਹੀਂ ਆ ਰਹੀ ਆਪ ਜੀ ਦੀ। ਹੈਲੋ ਆ ਰਹੀ ਹੈ ਹੈਲੋ ਵੀਰ ਜੀ, ਆ ਰਹੀ ਹੈ ਵੀਰ ਜੀ, ਆ ਰਹੀ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਇਹ ਮੈਨੂੰ ਜਾਤ ਸਿਖਾਉਂਦੀ ਹੈ। ਅੰਦਰ ਦੇ ਰੱਬ, ਨਾਨਕ ਲਿਖਿਆ ਨਾਲ ਤੇਰੇ ਅੰਦਰ ਵਸਦਾ ਰੱਬ ਹੈ, ਉਹਦੀ ਆਵਾਜ਼ ਸੁਣ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ। ਵਸੀ ਰੱਬ ਹੈ ਆਲੀਆ ਜੰਗਲ ਕਿਆ ਢੂੰਡੇ। ਮੇਰੇ ਅੰਦਰ ਦੇ ਰੱਬ ਦੇ ਨਾਲ ਮੈਨੂੰ ਸਮਝਾ ਰਹੇ ਨੇ। ਉਹਨੇ ਬਾਣੀ ਨੇ ਸਿਰਫ ਸਮਝਾਇਆ ਹੈ। ਜਿਸ ਤਰ੍ਹਾਂ ਮੈਂ ਆਪਣੇ ਪੁੱਤਰ ਨੂੰ ਕਿਹਾ ਬੇਟਾ ਸ਼ਰਾਬ ਨਹੀਂ ਪੀਣੀ, ਉਹਨੇ ਸੁਣਿਆ ਕੰਨਾਂ ਨਾਲ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੀ, ਭਾਈ ਸਾਹਿਬ ਜੀ ਨੇ ਵੀ ਸੁਣੀ, ਜਿਹੜੇ ਹਰ ਵੇਲੇ ਅਖੰਡ ਪਾਠ ਕਰਦੇ ਨੇ ਉਹਨਾਂ ਨੇ ਵੀ ਸੁਣੀ, ਤੁਸੀਂ ਅਸੀਂ ਵੀ ਸੁਣੀ, ਪਰ ਅਸੀਂ ਪ੍ਰੈਕਟੀਕਲ ਨਹੀਂ ਆ ਨਾ। ਕਿਉਂ ਨਹੀਂ ਆ? ਕਿਉਂਕਿ ਮਨ ਦੀਆਂ ਅੱਖ ਨੱਕ ਕੰਨ ਨੇ ਤਾਂ ਪੜਿਆ ਹੀ ਨਹੀਂ। ਭੈਣ ਜੀ ਤੁਹਾਡਾ ਆਨਸਰ ਹੋ ਗਿਆ ਜਾਂ ਟਾਈਮ ਨੂੰ ਦੇਖਦਿਆਂ ਹੋਇਆ ਮੈਂ ਆਪਣੇ ਆਪ ਨੂੰ ਲਿਮਿਟ ਕਰ ਲਵਾਂਗਾ, ਕਿਉਂਕਿ ਮੈਂ ਤੇ ਫਿਰ ਬੋਲੀ ਜਾਂਦਾ। ਵੀਰ ਜੀ ਹਾਂਜੀ ਹੋ ਗਿਆ, ਉਹਨਾਂ ਨੇ ਮੈਸੇਜ ਭੇਜਿਆ। हाँ जी जी ਭੁਪਿੰਦਰ ਵੀਰ ਜੀ, ਬਹੁਤ ਸੋਹਣਾ ਆਪ ਜੀ ਨੇ ਵਿਚਾਰ ਦਿੱਤਾ ਹੈ। ਅੰਦਰ ਦੇ ਵਸਦੇ